ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਬਲਕਾਰ ਸਿੰਘ ਜੀ ਮੌਜੂਦ ਨੇ। हाँ जी प्यारे दर्शकों, जिवें तुहानूं पता कि इस प्रोग्राम ਵਿੱਚ ਅਸੀਂ ਉਹ ਪੱਖ ਦੇ ਮਸਲੇ ਲੈਂਦੇ ਹਾਂ ਜਿਹੜੇ ਸਾਡੇ ਦੇਸ਼ ਪ੍ਰਦੇਸ਼ ਤੇ ਬਾਹਰਲੇ ਦੇਸ਼ਾਂ ਵਿੱਚ ਵਾਪਰੇ ਹੁੰਦੇ ਆ। ਤੇ ਮੈਂ ਖਾਨਾ ਜੀ ਨੂੰ ਕਹੂੰਗਾ ਕਿ ਉਹ ਮੁੱਦਾ ਦੱਸੋ ਜਿਹੜਾ ਇਸ ਵੇਲੇ ਬਿਲਕੁਲ ਭਖਿਆ ਹੈ। ਜੀ ਬਿਲਕੁਲ, ਅਮਰੀਕਾ ਦੇ ਵਿੱਚ ਬੈਂਕ ਹੈ ਲੂਇਸਵਿਲੇ ਓਲਡ। ਆਹ ਸੋ ਇਹ ਨੈਸ਼ਨਲ ਬੈਂਕ ਹੈ ਜਿਹਦੇ 'ਚ ਗੋਲੀਬਾਰੀ ਹੋਈ, ਗੋਲੀਆਂ ਚੱਲੀਆਂ ਤੇ 5 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ। ਅਗੇਨ ਉਹੀ ਗਨ ਕਲਚਰ, ਇਹਨਾਂ ਨੂੰ ਜਿਸ ਮਰਜ਼ੀ ਐਂਗਲ ਤੋਂ ਦੇਖ ਲਵੋ, ਚਲਦੀਆਂ ਤੇ ਗੋਲੀਆਂ ਨੇ ਔਰ ਸ਼ਿਕਾਰ ਇਨਸਾਨ ਹੁੰਦੇ ਨੇ ਔਰ ਮੌਤਾਂ ਵੀ ਇਨਸਾਨਾਂ ਦੀਆਂ ਹੁੰਦੀਆਂ ਨੇ। ਨੈਚੁਰਲੀ ਹੁਣ ਬਾਈਡਨ ਸਾਹਿਬ ਤੇ ਕਹਿ ਰਹੇ ਨੇ ਕਿ ਪ੍ਰੈਸ਼ਰ ਪਹਿਲਾਂ ਵੀ ਉਹਨਾਂ ਨੇ ਮਹਿਸੂਸ ਕੀਤਾ ਹੈ, ਕਮਲਾ ਹੈਰਿਸ ਵੀ ਮਹਿਸੂਸ ਕਰ ਰਹੇ ਨੇ, ਪਰ ਇੱਕ ਧੜਾ ਹੈ ਜੋ ਕਹਿੰਦੇ ਨੇ ਕਿ ਨਹੀਂ, ਇਟ ਇਜ਼ ਮੈਨਹੁੱਡ, ਰਹਿਣਾ ਚਾਹੀਦਾ ਸਾਡੇ ਕੋਲ ਗਨਸ, ਅਸਲਾ। ਸੋ ਨਤੀਜਾ ਸਾਡੇ ਸਾਹਮਣੇ ਹੈ। ਹਾਂ, ਵੈਸੇ ਚੜ੍ਹਦੇ ਦਿਨ ਜਦੋਂ ਸੂਰਜ ਚੜ੍ਹਦਾ, ਸੂਰਜ ਦੀਆਂ ਕਿਰਨਾਂ ਧਰਤੀ 'ਤੇ ਪੈਂਦੀਆਂ ਤਾਂ ਕੋਈ ਨਾ ਕੋਈ ਇਸ ਤਰ੍ਹਾਂ ਦੀ ਖਬਰ ਜਿਹੜੀ ਹੈ ਸਾਡੇ ਦਰਸ਼ਕਾਂ ਨੂੰ ਪਤਾ ਲੱਗ ਜਾਂਦਾ। ਜਿਵੇਂ ਅਮਰੀਕਾ ਦੇ ਵਿੱਚ ਗਨ ਕਲਚਰ 'ਤੇ ਅਜੇ ਕੋਈ ਇਸ ਤਰ੍ਹਾਂ ਦਾ ਕੰਟਰੋਲ ਨਹੀਂ ਹੋਇਆ ਔਰ ਇਹਦੇ ਵਿੱਚ ਹੀ ਜਦੋਂ ਪਤਾ ਲੱਗਦਾ ਕਦੀ ਬੈਂਕ ਦੇ ਵਿੱਚ ਗੋਲੀ ਚੱਲਦੀ ਹੈ, ਕਦੀ ਸਕੂਲਾਂ ਦੇ ਵਿੱਚ ਚੱਲਦੀ ਹੈ। ਰੀਸੈਂਟਲੀ ਜਿਹੜਾ ਹੁਣ ਪਤਾ ਲੱਗਾ ਇਹ ਜਿਹੜੀ ਆ ਓਲਡ ਨੈਸ਼ਨਲ ਬੈਂਕ ਜਿਹੜੀ ਨਿਊ ਜਰਸੀ ਦੇ ਵਿੱਚ ਹੈ, ਉੱਥੇ ਗੋਲੀ ਚੱਲੀ ਹੈ ਔਰ ਉਹਦੇ ਵਿੱਚ 5-6 ਬੰਦੇ ਹਲਾਕ ਹੋ ਗਏ ਆ ਜੀ ਔਰ ਬਾਕੀ ਜਿਹੜੇ ਫੱਟੜ ਹੋ ਗਏ ਆ ਔਰ ਉਹ ਬੰਦਾ ਚਲਾਉਣ ਵਾਲਾ ਗੋਲੀ ਜਿਹੜਾ ਉਹ ਫੜਿਆ ਵੀ ਗਿਆ। ਇੱਕ ਨਾਲ ਉਹਦੇ ਉਸ ਬੈਂਕ ਦਾ ਇੰਪਲਾਈ ਸੀਗਾ, ਉੱਥੇ ਪਹਿਲਾਂ ਜੌਬ ਕਰਦਾ ਰਿਹਾ। ਜੇ ਦੇਖੋ ਖੰਨਾ ਜੀ, ਜੇ ਇੰਡੀਆ 'ਚ ਬੈਂਕਾਂ ਦੇ ਵਿੱਚ ਗੋਲੀ ਚੱਲਦੀ ਹੈ ਤਾਂ ਉਦੋਂ ਲੁੱਟ ਹੁੰਦੀ ਹੈ, ਉਦੋਂ ਖਜ਼ਾਨੇ ਵਾਲੇ ਪਾਸੇ ਹੁੰਦਾ, ਉਦੋਂ ਲੋਕਰ ਤੋੜੇ ਜਾਂਦੇ ਆ। ਬਾਹਰਲੇ ਦੇਸ਼ਾਂ ਵਿੱਚ ਕੋਈ ਲੁੱਟ ਨਹੀਂ ਗਈ, ਕੋਈ ਪੈਸੇ ਵਾਲੇ ਪਾਸੇ, ਡਾਲਰਾਂ ਵਾਲੇ ਪਾਸੇ ਨਹੀਂ ਹੁੰਦੇ, ਉੱਥੇ ਜਾਨਲੇਵਾ ਹਮਲੇ ਹੁੰਦੇ ਆ। ਸਿਰਫ ਤੇ ਸਿਰਫ ਉੱਥੋਂ ਦੇ ਇੰਪਲਾਈ ਨੂੰ ਮਾਰਿਆ ਜਾਂਦਾ ਔਰ ਉਹਦੇ ਨਾਲ ਕੋਈ ਫੱਟੜ ਹੋ ਜਾਂਦੇ ਆ ਭੱਜ ਦੌੜ ਦੇ ਵਿੱਚ, ਤੇ ਕਈ ਵਿਚਾਰੇ ਆਪਣੀ ਜਾਨ ਤੋਂ ਹੱਥ ਧੋ ਲੈਂਦੇ ਆ। ਔਰ ਇਹ ਖਾਸ ਕਰਕੇ ਪਤਾ ਨਹੀਂ ਕੀ ਉੱਥੇ ਇੱਦਾਂ ਦੀ ਆਫਤ ਆ ਗਈ ਆ ਅਮਰੀਕਾ 'ਚ, ਜਿੱਥੇ ਜਿੱਥੇ ਪਬਲਿਕ ਗੈਦਰਿੰਗ ਹੁੰਦੀ ਹੈ, ਜਿੱਥੇ ਜਿੱਥੇ ਪਬਲਿਕ ਪਲੇਸਿਸ ਹੈ, ਉਹਨਾਂ ਦੇ ਵਿੱਚ ਜਾ ਕੇ ਗੋਲੀ ਸ਼ਰੇਆਮ ਚਲਾਉਂਦੇ ਆ। ਸਕੂਲੀ ਬੱਚਿਆਂ ਨੂੰ ਨਹੀਂ ਬਖਸ਼ਦੇ, ਜਿਹੜੇ ਫੁੱਲਾਂ ਵਰਗੇ ਬੱਚੇ ਆ ਜਿਨ੍ਹਾਂ ਨੇ ਪੜ੍ਹਨਾ, ਆਪਣਾ ਕੈਰੀਅਰ ਅਜੇ ਬਣਾਉਣਾ ਵਾ, ਜਿਹੜੇ ਇਸ ਧਰਤੀ 'ਤੇ ਆਏ ਹੀ ਹੁੰਦੇ ਆ, ਅਮਰੀਕਾ ਦੇ ਜੰਮਪਲ ਹੁੰਦੇ ਆ, ਉਹਨਾਂ ਨੂੰ ਮਾਰਨ ਤੋਂ ਵੀ ਸੰਕੋਚ ਨਹੀਂ ਕਰਦੇ। ਔਰ ਵੈਪਨ ਜਿਹੜੇ ਉਹਨਾਂ ਕੋਲ ਆ ਬੜੇ ਖੂੰਖਾਰ ਤੇ ਬੜੇ ਜਿਹੜੇ ਨੁਕਸਾਨਦੇਹ ਵੈਪਨ ਹੁੰਦੇ ਆ, ਕਿਉਂਕਿ ਅਮਰੀਕਾ ਦੇਸ਼ ਹੀ ਇੱਦਾਂ ਦਾ, ਉੱਥੇ ਵੈਪਨ ਤਾਂ ਕੋਈ ਛੋਟਾ ਮੋਟਾ ਹੈ ਹੀ ਨਹੀਂ। ਜਦੋਂ ਕਿ ਉਹਨਾਂ ਦੀ ਖਾਨਾ ਜੀ ਸਪਲਾਈ ਸਾਰੇ ਦੇਸ਼ਾਂ ਨੂੰ ਹੁੰਦੀ ਹੈ, ਲੜਾਈ ਝਗੜੇ ਜਿੱਥੇ ਹੁੰਦੇ ਉੱਥੇ ਸਪਲਾਈ ਹੁੰਦੀ ਹੈ। ਦੂਜਾ ਇੱਕ ਹੈਗਾ ਕਿ ਉੱਥੇ ਜਿਹੜਾ ਗਨ ਲੈਣੀ ਤੁਸੀਂ ਹੈਗੀ ਆ, ਤੁਹਾਨੂੰ ਲਾਇਸੈਂਸ ਦੀ ਕੋਈ ਜ਼ਰੂਰਤ ਨਹੀਂ, ਕਿ ਸਿੱਧੇ ਸਿੱਧੇ ਲਈ ਜਾਂਦੇ ਆ। 50 ਉੱਥੇ ਸਟੇਟ ਹੈਗੇ ਆ ਜਿਹਦੇ ਵਿੱਚ ਤੁਹਾਨੂੰ ਕੋਈ ਬਹੁਤਾ ਪਰਮਿਸ਼ਨ ਦੀ ਲੋੜ ਨਹੀਂ, ਔਰ ਕੰਪਨੀਆਂ ਬੜੀਆਂ ਉੱਥੇ, ਜਿਹਦੇ ਵਿੱਚ ਸਾਡੇ ਇੰਡੀਅਨ ਵੀਰ ਬਹੁਤ ਲੋਕ ਨੇ ਜਿਨ੍ਹਾਂ ਦੇ ਰਿਵਾਲਵਰ ਬਣਾਉਣ ਦੀਆਂ ਕੰਪਨੀਆਂ, ਜਿਨ੍ਹਾਂ ਦੀ ਬੰਦੂਕਾਂ ਬਣਾਉਣ ਦੀਆਂ ਕੰਪਨੀਆਂ ਆਪਣੀਆਂ ਹੈਗੀਆਂ। ਪਰ ਖਾਸ ਤੌਰ 'ਤੇ ਸਾਡੇ ਪ੍ਰਵਾਸੀ ਭਾਰਤੀ ਇਸ ਗੱਲ ਨੂੰ ਤੋਂ ਚੰਗੀ ਤਰ੍ਹਾਂ ਜਾਣਦੇ ਆ ਕਿ ਸਾਡੇ ਜਿਹੜੇ ਪ੍ਰਵਾਸੀ ਭਾਰਤੀ ਨੇ ਜਾਂ ਉੱਥੇ ਲੋਕ ਬੈਠੇ ਨੇ, ਉੱਥੋਂ ਦੇ ਵਸਿੰਦੇ ਨੇ, ਉਹ ਇਸ ਕੰਮ ਤੋਂ ਦੂਰ ਆ। ਉਹ ਕਦੀ ਇਸ ਪਾਸੇ ਲੜਾਈ ਵਾਲੇ ਪਾਸੇ ਨਹੀਂ ਆਉਂਦੇ, ਨਾ ਕਦੀ ਗੋਲਾਬਾਰੀ ਵਾਲੇ ਪਾਸੇ ਆਉਂਦੇ ਆ, ਔਰ ਨੁਕਸਾਨ ਤੋਂ ਵੀ ਪਰੇ ਰਹਿੰਦੇ ਆ। ਖਾਸ ਤੌਰ 'ਤੇ ਜਿਹੜੇ ਉੱਥੋਂ ਦੇ ਵਸਨੀਕ ਆ, ਜਿਹੜੇ ਉੱਥੋਂ ਦੇ ਜੰਮਪਲ ਆ, ਉਹੀ ਇਹਦੇ ਵਿੱਚ ਆ ਕੇ ਇਹ ਸਾਰਾ ਕੁਛ ਕਰਦੇ ਆ। ਵੈਸੇ ਜੇ ਅਮਰੀਕਾ ਦੀ ਤਾਦਾਦ ਵੇਖੀਏ, ਪਾਪੂਲੇਸ਼ਨ ਵੇਖੀਏ, ਉਹਦੇ 50 ਸਟੇਟਾਂ ਦੇ ਵਿੱਚ ਵੀ ਹਰ 6ਵਾਂ ਬੰਦਾ ਵੱਖਰੀ ਕੌਮ ਦਾ ਹੁੰਦਾ। USA ਦੇ ਜਿਹੜੇ ਲੋਕ ਘੱਟ ਨੇ, ਅਫਰੀਕਨ ਬਹੁਤ ਹੈਗੇ, ਜਿਸ 'ਚ ਹਬਸ਼ੀ ਵੀ ਆ, ਹੋਰ ਲੋਕ ਵੀ ਹੈਗੇ ਆ। ਬਾਕੀ ਖੰਨਾ ਜੀ ਲੁੱਟ ਖੋਹਾਂ ਬਹੁਤ ਹੁੰਦੀਆਂ ਇੱਥੇ। ਤੁਸੀਂ ਕਿਤੋਂ ਹੋਟਲ ਦੇ ਵਿੱਚ ਜਾਣਾ, ਕੋਈ ਹੋਟਲ ਲੈਣਾ ਵਾ, ਤੁਸੀਂ ਤੁਰ ਜਾਣਾ, ਤੁਹਾਡੇ ਪਿੱਛੇ ਲੱਗ ਜਾਣਗੇ, ਅਨਨੋਨ ਬੰਦਿਆਂ ਦੇ ਪਿੱਛੇ ਲੱਗ ਕੇ ਤੁਹਾਨੂੰ ਉੱਥੇ ਲੁੱਟ ਵੀ ਲੈਂਦੇ ਆ। ਹਰ ਤਰ੍ਹਾਂ ਦਾ ਰਿਸਕ ਹੈਗਾ ਉੱਥੇ। ਪਰ ਆਹ ਜਿਹੜਾ ਤੁਸੀਂ ਗੱਲ ਪੜ੍ਹੀ ਆ ਜਾਂ ਸੁਣੀ ਆ, ਜਿਹੜਾ ਮੁੱਦਾ ਤੁਸੀਂ ਆ ਹੁਣ ਇਸ ਵੇਲੇ ਸਾਂਝਾ ਕੀਤਾ ਦਰਸ਼ਕਾਂ ਨਾਲ, ਬਾਕਾਇਦਾ ਤੌਰ 'ਤੇ ਨੁਕਸਾਨ ਵਾਲਾ, ਇਹਦੇ ਵਿੱਚ ਬਹੁਤ ਲੋਕਾਂ ਦੀ ਮੌਤ ਵੀ ਹੋਈ ਹੈ। ਔਰ ਬੈਂਕ ਦੇ ਵਿੱਚ ਤਾਂ ਆਉਂਦੇ ਹੀ ਆ ਲੋਕ, ਬਜ਼ੁਰਗ ਵੀ ਆਉਂਦੇ ਆ, ਜਨਾਨੀਆਂ ਵੀ ਆਉਂਦੀਆਂ, ਸਾਰੀਆਂ ਹੁੰਦੀਆਂ। ਜਦੋਂ ਅੰਧਾ-ਧੁੰਦ ਗੋਲੀ ਚੱਲਦੀ ਹੈ, ਪਤਾ ਨਹੀਂ ਕਿਹਦੇ ਜਾ ਵੱਜਣੀ, ਕਹਿੰਦੇ ਜਾ ਕੇ ਮਰ ਜਾਣਾ, ਬੈਠਿਆਂ ਦੇ ਵੀ, ਖਲੋਤਿਆਂ ਦੇ ਵੀ, ਤੇ ਜਿਹੜੇ ਬੰਦੇ ਕੰਮ ਕਰ ਰਹੇ ਉਹਨਾਂ ਦੇ ਵੀ। ਜਿਹੜੇ ਕਿਸਮਤ ਵਾਲੇ ਉਹੀ ਵੱਜ ਜਾਂਦੇ, ਅੰਨ੍ਹੇਵਾਹ ਗੋਲੀ ਚਲਾਉਂਦੇ, ਕਿਉਂਕਿ ਉਹਨਾਂ ਦਾ ਟਾਰਗੇਟ ਇਹ ਨਹੀਂ ਹੁੰਦਾ ਕਿ ਉਹ ਬੰਦੇ ਨੂੰ ਮਾਰਨਾ ਜਾਂ ਉਹ ਬੰਦਾ ਜਿਹੜਾ ਬੈਠਾ ਕੁਰਸੀ 'ਤੇ ਉਹਨੂੰ ਮਾਰਨਾ। ਉਹਨਾਂ ਦਾ ਤਾਂ ਜਿੰਨੇ ਬੰਦੇ ਮਾਰੋ ਤੇ ਡੈਥ ਟੂਲ ਵਧਾ ਦਿਓ। ਉਸੇ ਤਰ੍ਹਾਂ ਹੀ ਇਹ ਹਰ ਤਰ੍ਹਾਂ ਦੀ ਜਿਹੜੀ ਦਿਲ ਕੰਬਾਊ ਨਿਊਜ਼ ਜਿਹੜੀ ਆ ਉਹ ਸਾਡੇ ਦਰਸ਼ਕ ਸੁਣਦੇ ਆ ਔਰ ਪਤਾ ਵੀ ਲੱਗਦਾ, ਅਖਬਾਰਾਂ 'ਚ ਵੀ ਆਉਂਦੀ ਹੈ। ਔਰ ਖ਼ਾਸ ਤੌਰ 'ਤੇ ਕੈਨੇਡਾ ਦੇਖੋ, ਦੇ ਨਾਲ ਹੀ ਕੰਟਰੀ ਆ, ਉੱਥੇ ਇਸ ਤਰ੍ਹਾਂ ਦਾ ਤਸ਼ੱਦਦ, ਇਸ ਤਰ੍ਹਾਂ ਦਾ ਕੋਈ ਬਲੱਡ ਸ਼ੱਡ ਨਹੀਂ ਹੁੰਦਾ ਜਿੰਨਾ ਅਮਰੀਕਾ ਦੇ ਵਿੱਚ ਹੈਗਾ, ਕਿਉਂਕਿ ਉਹਦੇ ਵਿੱਚ ਵਣ ਦੀ ਲੱਕੜੀ ਆ, ਕਈ ਤਰ੍ਹਾਂ ਦੇ ਲੋਕ ਨੇ, ਧਰਮ ਜਾਤਾਂ ਦੇ ਲੋਕ ਨੇ, ਉਹਨਾਂ ਦੇ ਵਿੱਚ ਵੀ ਰੌਲਾ ਰੱਪਾ ਜ਼ਿਆਦਾ ਪੈਂਦਾ। ਹੋਰ ਕਿਸੇ ਕੰਟਰੀ 'ਚ ਨਹੀਂ ਹੋਇਆ। ਤੁਸੀਂ ਇੰਗਲੈਂਡ ਦੇ ਵਿੱਚ ਵੇਖੋ, ਕੋਈ ਇਸ ਤਰ੍ਹਾਂ ਦਾ ਕਦੀ ਨਿਊਜ਼ ਨਹੀਂ ਆਉਂਦੀ, ਕਦੀ ਗਨ ਕਲਚਰ 'ਤੇ ਨਹੀਂ ਹੁੰਦੀ ਹੈ। ਸਿਰਫ ਤੇ ਸਿਰਫ ਅਮਰੀਕਾ ਹੀ ਆ ਜਿੱਥੇ ਰੋਜ਼ ਦਿਹਾੜੀ ਇੱਦਾਂ ਦੀਆਂ ਖਬਰਾਂ ਸੁਣ ਕੇ ਉਹਨਾਂ ਨੂੰ ਥੋੜ੍ਹਾ ਜਿਹਾ ਹੁੰਦਾ ਵਾ ਚਿੰਤਾ, ਜਿਨ੍ਹਾਂ ਦੇ ਬੱਚੇ ਉੱਥੇ ਆ, ਜਿਨ੍ਹਾਂ ਦੇ ਘਰ ਵਾਲੇ ਉੱਥੇ ਆ, ਜਿਨ੍ਹਾਂ ਦਾ ਵਪਾਰ ਆਪਣਾ ਉੱਥੇ ਆ, ਜਿਹੜੇ ਇੰਡੀਆ 'ਚ ਬੈਠੇ ਆ,
ਉਹਨਾਂ ਨੂੰ ਐਂ ਲੱਗਦਾ ਵੀ ਹੁਣ ਕੀ ਵਾਪਰੂਗਾ, ਕੀ ਹੋ ਜਾਣਾ। ਔਰ ਲੋਕਾਂ ਨੂੰ ਪਤਾ ਹੀ ਹੈਗਾ ਕਿ ਕੰਧਾਂ ਟੱਪ ਕੇ ਤੇ ਲੋਕ ਇਲੀਗਲ ਉੱਥੇ ਜਾਂਦੇ ਆ। ਮੈਕਸੀਕੋ ਦੀਆਂ ਕੰਧਾਂ ਟੱਪ ਲਈਆਂ, ਕੈਨੇਡਾ ਦੇ ਬਾਰਡਰ ਵੱਲ ਦੀ ਇੱਧਰ ਦੀ ਅੰਦਰ ਐਂਟਰੀ ਲੈ ਲਈ। ਘੱਟੋ ਘੱਟ ਇਸ ਵੇਲੇ 1 ਕਰੋੜ ਬੰਦਾ ਜਿਹੜਾ ਉਹ ਉੱਥੇ ਵਸਿਆ ਪਿਆ, ਜਿਹੜੇ ਬਾਹਰਲੇ ਦੇਸ਼ਾਂ ਤੋਂ ਆਇਆ। ਉਹਦੇ 'ਚੋਂ 2 ਲੱਖ ਤਾਂ ਇੰਡੀਅਨ ਹੀ ਆ, ਬਾਹਰਲੇ ਬਾਕੀ ਦੇਸ਼ਾਂ ਦੇ ਤਾਂ ਹੈਗੇ ਖੰਨਾ ਜੀ। ਉਹਦੇ ਵਿੱਚ ਪਰ ਉਹ ਇਲੀਗਲੀ ਆਇਆ। ਪਰ ਇਹ ਜਿੰਨੇ ਇਲੀਗਲੀ ਉਹਨਾਂ ਨੇ ਉੱਥੋਂ ਦੀ ਇਕਨੋਮੀ ਨੂੰ ਬਹੁਤ ਬੂਸਟ ਕੀਤਾ। ਉੱਥੇ ਕੰਮ ਕਰਦੇ ਆ ਸਸਤੇ ਰੇਟ 'ਤੇ, ਜਿੰਨਾ ਪੈਸੇ ਦਿੱਤੇ ਉਹਨਾਂ 'ਚ ਕੰਮ ਕਰ ਲੈਂਦੇ ਆ। ਫਿਰ ਉਹਨਾਂ ਨੂੰ ਰਹਿਣ ਲਈ, ਖਾਣ ਲਈ, ਪੀਣ ਲਈ ਬੜਾ ਕੁਝ ਚਾਹੀਦਾ, ਉਹ ਵੀ ਉਹਨਾਂ ਵੱਲੋਂ ਮੁਹੱਈਆ ਹੋ ਜਾਂਦਾ। ਪਰ ਬਾਕੀ ਲੋਕ ਜਿਹੜੇ ਆ ਉਹ ਵਿਹਲੜ ਹੋ ਜਾਂਦੇ, ਜਿਹੜੇ ਉੱਥੋਂ ਦੇ ਲੋਕ ਆ। ਇਸੇ ਕਰਕੇ ਜਿਹੜੇ ਅਮਰੀਕਨ ਆ ਉਹ ਕੰਮ ਘੱਟ ਕਰਦੇ ਆ, ਜਿਹੜੇ ਉੱਥੋਂ ਦੇ ਵਸਨੀਕ ਆ ਉਹ ਜੇ ਕੰਮ ਕਰਦੇ ਆ, ਵਿਹਲਾ ਮਨ ਸ਼ੈਤਾਨ ਦਾ ਚਰਖਾ, ਫਿਰ ਗੋਲੀਆਂ ਚਲਾਉਂਦੇ ਆ, ਫਿਰ ਲੋਕਾਂ ਨੂੰ ਮਾਰਦੇ ਆ, ਬੱਚਿਆਂ ਨੂੰ ਭੁੰਨ ਦਿੰਦੇ ਆ। ਹੁਣ ਤੁਹਾਨੂੰ ਪਤਾ ਇੱਕ ਦਿਨ ਆਪਾਂ ਡਿਸਕਸ ਕੀਤਾ ਕਿ ਸਕੂਲਾਂ ਦੇ ਵਿੱਚ ਸਿਕਿਉਰਿਟੀ ਲਈ ਬੜਾ ਕੁਛ ਲਾਤਾ ਹੈ ਨਾ। ਉਹਦੇ ਵਿੱਚ ਉਹਨਾਂ ਨੇ ਬੁਲਟ ਪ੍ਰੂਫ ਲਾਤਾ, ਔਰ ਉਹਦੇ ਵਿੱਚ ਪੈਸਾ ਲੱਗਦਾ ਕਿ ਕੌਣ ਮਾਂ ਪਿਓ ਸ਼ਰੀਫ ਜਿਹੜਾ ਹੈਗਾ ਬੱਚਿਆਂ ਨੂੰ ਪੜ੍ਹਾਊਗਾ। ਉਹਨਾਂ ਦਾ ਧਿਆਨ ਨਹੀਂ ਉੱਧਰ ਰਹਿਣਾ। ਆਪਣੇ ਜਦੋਂ ਬੱਸਾਂ ਜਾਂਦੀਆਂ ਜਾਂ ਕਿਤੇ ਬੱਸ ਦਾ ਕੋਈ ਐਕਸੀਡੈਂਟ ਹੁੰਦਾ ਤਾਂ ਮਾਂ ਪਿਓ ਵਿਚਾਰੇ ਸਾਰੀ ਦਿਹਾੜੀ ਰੋਂਦੇ ਰਹਿੰਦੇ ਵੀ ਸਾਡਾ ਬੱਚਾ ਆ ਜਿੰਦਾ। ਇਹ ਤਾਂ ਛੋਟੀਆਂ ਛੋਟੀਆਂ ਗੱਲਾਂ ਨੇ। ਅਤੇ ਉੱਥੇ ਦਿਨ ਦਿਹਾੜੇ ਗੋਲੀ ਚੱਲਦੀ ਹੈ, ਪਤਾ ਨਹੀਂ ਕਿੰਨੇ ਬੱਚਿਆਂ ਨੂੰ ਮਾਰ ਦਿੰਦੇ ਆ। ਹਰ ਜਗ੍ਹਾ ਆਪਾਂ ਵੇਖੀ ਆ। ਔਰ ਇਹ ਨਿਊ ਜਰਸੀ ਦੀ ਗੱਲ ਹੈਗੀ ਜਿੱਥੇ ਰੌਲਾ ਪਿਆ, ਔਰ ਫਲੋਰੀਡਾ 'ਚ ਜਦੋਂ ਗੋਲੀ ਚੱਲੀ ਆ ਸੇਮ ਉਸੇ ਤਰ੍ਹਾਂ ਦੇ ਪੈਟਰਨ 'ਚ ਆ ਕੇ ਗੋਲੀ ਚਲਾਈ ਹੈ। ਇਹ ਬਾਕਾਇਦਾ ਤੌਰ 'ਤੇ ਚਿੰਤਾ ਦਾ ਵਿਸ਼ਾ ਹੁੰਦਾ, ਖਾਸ ਕਰਕੇ ਇੰਡੀਅਨ ਲੋਕਾਂ ਲਈ ਕਿ ਜਿਹੜੇ ਉੱਥੇ ਬੈਠੇ ਨੇ, ਉਹਨਾਂ ਦੇ ਪਰਿਵਾਰ ਬੈਠੇ ਉੱਥੇ ਕੰਮ ਕਰਨ ਲਈ ਗਏ, ਉੱਥੇ ਕਮਾਈ ਕਰ ਰਹੇ ਆ ਹੈ ਨਾ, ਆਪਣਾ ਸਾਰਾ ਕੁਝ ਪਰਿਵਾਰ ਨੂੰ ਲੈ ਕੇ ਉੱਥੇ ਬੈਠੇ ਆ। ਇਹ ਗੱਲਾਂ ਬੜੀਆਂ ਦੁਖਦਾਈ ਗੱਲਾਂ ਹੁੰਦੀਆਂ। ਔਰ ਜਿਸ ਤਰ੍ਹਾਂ ਤੁਹਾਨੂੰ ਹੁਣ ਵੀ ਪਤਾ ਲੱਗਾ ਕਿ ਇੰਡੀਆ 'ਚ ਵੀ ਕਿਹੜੀ ਇੰਨੀ ਸਿਕਿਉਰਿਟੀ ਹੈਗੀ ਆ। ਹੁਣੇ ਬਠਿੰਡੇ 'ਚ ਵੀ ਆਰਮੀ ਤੇ ਜਿਹੜਾ ਉਹਦਾ ਸੈਂਟਰ ਆ, ਜਿਹੜਾ ਸਟੇਸ਼ਨ, ਉੱਥੇ ਗੋਲੀ ਚੱਲ ਗਈ। ਉੱਥੇ ਵੀ 5 ਬੰਦਿਆਂ ਨੂੰ ਮਾਰ ਦਿੱਤਾ ਗਿਆ, 5 ਫੌਜੀਆਂ ਨੂੰ ਮਾਰ ਦਿੱਤਾ। ਔਰ ਬਾਹਰੋਂ ਆਏ ਨੇ ਬੰਦੇ, ਦੇਖੋ ਮਿਲਟਰੀ ਏਰੀਆ ਕੈਂਟ, ਸਹੀ ਗੱਲ। ਔਰ ਉੱਥੇ ਜਿੱਥੇ ਸਭ ਤੋਂ ਸੈਂਸਿਟਿਵ ਏਰੀਆ, ਉੱਥੇ ਕੋਈ ਸਿਕਿਉਰਿਟੀ ਨਹੀਂ ਹੈ, ਉੱਥੇ ਕੋਈ ਚੈਕਿੰਗ ਨਹੀਂ ਹੈ। ਇੱਦਾਂ ਕਿੱਦਾਂ ਅੱਗੇ ਬੰਦੇ 5 ਬੰਦਿਆਂ ਨੂੰ ਫੌਜੀਆਂ ਨੂੰ ਮਾਰ ਕੇ ਚਲੇ ਗਏ ਨੇ। ਇਹਨਾਂ ਸਿਕਿਉਰਿਟੀ ਹੁੰਦੀ ਹੈ ਬਾਕਾਇਦਾ, ਜਿਹੜੇ ਆ ਆਪਣੀ ਗਾਰਦ 'ਤੇ ਖੜ੍ਹੇ ਹੁੰਦੇ ਆ, ਬੰਦੂਕਾਂ ਨੂੰ ਭਰ ਕੇ ਖੜ੍ਹੇ ਹੁੰਦੇ ਆ, ਲੋਡ ਕਰਕੇ ਖੜ੍ਹੇ ਹੁੰਦੇ ਆ ਹਰ ਜਗ੍ਹਾ 'ਤੇ। ਜਦੋਂ ਕੈਂਟ 'ਚ ਤੁਸੀਂ ਐਂਟਰੀ ਕਰਦੇ ਜੇ, ਉਦੋਂ ਪਹਿਲਾਂ ਜਿੱਦਾਂ ਤੁਸੀਂ ਦੱਸਿਆ ਤਲਾਸ਼ੀ ਤਾਂ ਹੁੰਦੀ ਸਾਰਾ ਕੁਝ, ਪਰ ਉਦੋਂ ਤਲਾਸ਼ੀ ਕਿਉਂ ਨਹੀਂ ਲਈ ਗਈ? SSP ਸਾਹਿਬ ਜਿਹੜੇ ਉੱਥੇ ਹੈ ਨੇ ਬਠਿੰਡਾ ਦੇ, ਉਹਨਾਂ ਨੇ ਕਹਿਤਾ ਕਿ ਆਤੰਕੀ ਹਮਲਾ ਨਹੀਂ ਹੈਗਾ, ਅਸੀਂ ਆਰਮੀ ਦੇ ਨਾਲ ਹੈਗੇ ਹਾਂ, ਆਰਮੀ ਨੂੰ ਬਹੁਤੀ ਚਿੰਤਾ ਨਹੀਂ ਕਰਨੀ ਚਾਹੀਦੀ, ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ। ਪਰ ਹੁਣ ਖੜ੍ਹੇ ਕੀ, ਹੁਣ ਕਿ ਗੋਲੀ ਤਾਂ ਚੱਲ ਚੁੱਕੀ ਹੈ, ਜਿੱਦਾਂ ਪੁਲਵਾਮਾ ਦੇ ਵਿੱਚ ਹੋ ਗਿਆ ਸੀ ਸਾਰਾ ਕੁਝ, ਜਿੱਦਾਂ ਚਾਈਨਾ ਦੇ ਬਾਰਡਰ 'ਤੇ ਹੁੰਦਾ। ਇਹ ਬਠਿੰਡਾ ਕੋਈ ਬਾਰਡਰ ਤਾਂ ਹੈ ਨਹੀਂ, ਆਰਮੀ ਤਾਂ ਆਪਣੀ ਸਿਕਿਉਰਿਟੀ ਲੈ ਕੇ ਬੈਠੀ ਉੱਥੇ, ਉਹਨਾਂ ਨੂੰ ਅੰਦਰ ਆ ਕੇ ਭੁੰਨ ਗਿਆ। ਔਰ ਇਹ ਅਸੀਂ ਤਾਂ ਬਾਹਰਲੇ ਦੇਸ਼ਾਂ ਦੀ ਗੱਲ ਕਰਦੇ ਹਾਂ, ਆਪਣੇ ਇੰਟਰਨਲ ਆਪਣੇ ਦੇਸ਼ 'ਚ ਵੇਖ ਕੀ ਕੁਛ ਹੋ ਰਿਹਾ, ਖਾਸ ਕਰਕੇ ਪੰਜਾਬ 'ਚ ਤਾਂ ਬਹੁਤ ਦਿਨ ਦਿਹਾੜੇ ਬਹੁਤ ਹੁੰਦਾ। ਕਦੇ ਉੱਧਰ ਗੋਲੀ ਚੱਲ ਗਈ, ਕਦੇ ਉੱਧਰ ਮਾਰਤਾ, ਕਦੇ ਇੱਧਰ ਹੋ ਗਿਆ। ਔਰ ਪੰਜਾਬ ਪੁਲਿਸ ਨੂੰ ਵੀ ਭਾਜਣਾ ਪਈਆਂ ਰਹਿੰਦੀਆਂ। ਜੇ ਆਪਾਂ ਕਹੀਏ ਵੀ ਉਹ ਫੜਦੇ ਨੇ, ਕਿੱਥੋਂ ਫੜਨ ਵਿਚਾਰੇ? ਗੋਲੀ ਤਾਂ ਰਾਤ ਨੂੰ ਚਲਾ ਕੇ ਜਾਂ ਦਿਨ ਨੂੰ ਚਲਾ ਕੇ ਚੱਲ ਜਾਂਦੇ। ਬਿਲਕੁਲ, ਇੰਨਾ ਸਿਕਿਉਰ ਏਰੀਆ ਹੁੰਦਾ ਹੈ, CCTV ਕੈਮਰਾਜ਼ ਲੱਗੇ ਹੋਏ ਨੇ, ਥਾਂ ਥਾਂ ਉੱਤੇ ਬੈਰੀਕੇਡਸ ਨੇ, ਥਾਂ ਥਾਂ ਦੇ ਉੱਤੇ ਚੈਕਿੰਗ ਹੈ। ਸੋ ਇਹ ਤਾਂ ਬਹੁਤ ਸੈਂਸਿਟਿਵ ਮਾਮਲਾ ਹੈ। ਆਰਮੀ ਦੇ ਏਰੀਆ 'ਚ ਆ ਕੇ, ਕੈਂਟ ਏਰੀਆ 'ਚ ਆ ਕੇ ਗੋਲੀ ਮਾਰ ਜਾਣ ਔਰ 5 ਫੌਜੀਆਂ ਨੂੰ ਮਾਰ ਕੇ ਚਲੇ ਜਾਣ, ਬੜੀ ਹੈਰਾਨੀ ਦੀ ਗੱਲ ਹੈ। ਇਹ ਵੈਸੇ ਹੁਣੇ ਹੋ ਰਿਹਾ। ਤੁਸੀਂ ਪਿਛਲੇ 2 3 4 ਦਹਾਕੇ ਚੱਲ ਜਾਓ, ਕਦੇ ਵੀ ਸਿਵਲੀਅਨ ਜਿਹੜੇ ਐਂਟਰੀ ਨਹੀਂ ਸੀ ਲੈ ਸਕਦੇ, ਔਰ ਬੰਦੂਕਾਂ ਨਾਲ ਅੰਦਰ ਨਹੀਂ ਸੀ ਜਾ ਸਕਦੇ, ਔਰ ਕਦੀ ਕੋਈ ਇਸ ਤਰ੍ਹਾਂ ਦਾ ਹਾਦਸਾ ਨਹੀਂ ਸੀ ਹੋਇਆ। ਇਹ ਹੁਣ ਕਿਉਂ ਹੋ ਰਿਹਾ? ਜਦੋਂ ਕੋਈ ਵੈਪਨ ਬੜੇ ਇਸ ਤਰ੍ਹਾਂ ਦੇ ਸ਼ਾਰਪ ਆ ਗਏ। ਹੁਣ ਵੈਪਨ ਉਹ ਨਹੀਂ ਰਹੇ ਕਿ ਜਿੱਦਾਂ ਪਹਿਲਾਂ ਬੰਦੂਕ ਜਿਹਨੂੰ ਲੋਡ ਕਰਨਾ, ਹੁਣ ਆਟੋਮੈਟਿਕ ਬੰਦੂਕਾਂ ਸਾਰਾ ਕੁਛ ਹੈਗਾ। ਔਰ ਜਿਹਦੇ ਵਿੱਚ AK-47 ਵੀ ਹੈਗੀਆਂ, ਰਸ਼ੀਅਨ ਗੰਨਾਂ ਵੀ ਹੈਗੀਆਂ, ਬੜਾ ਕੁਛ ਆ ਗਿਆ। ਪਰ ਉਹਦੇ ਬਾਵਜੂਦ ਵੀ ਬਹੁਤ ਜ਼ਿਆਦਾ ਤਸ਼ੱਦਦ ਹੁੰਦਾ, ਬਹੁਤ ਜ਼ਿਆਦਾ ਕੁਛ ਹੁੰਦਾ। ਜਦੋਂ ਆਪਾਂ ਮੋਹਾਲੀ ਵੀ ਵੇਖਿਆ ਸੀ ਤਾਂ ਮੋਹਾਲੀ ਸਿਕਿਉਰਿਟੀ ਵਾਲਿਆਂ ਦੇ ਅੰਦਰ ਹੀ ਗ੍ਰਨੇਡ ਸੁੱਟ ਦਿੱਤਾ ਸੀਗਾ। ਇਹ ਦੂਜੀ ਘਟਨਾ ਆ ਗਈ ਕਿ ਜਦੋਂ ਜਿਹੜੇ ਸਿਕਿਉਰਿਟੀ ਦੇਣ ਵਾਲੇ ਆ, ਸੁਰੱਖਿਆ ਬਲ ਨੇ, ਜਿਨ੍ਹਾਂ ਨੇ ਸਾਨੂੰ ਬਚਾਉਣਾ ਹੈਗਾ, ਜੇ ਉਹਨਾਂ ਨੂੰ ਫੁੰਡ ਦੇਣ, ਜੇ ਉਹਨਾਂ 'ਤੇ ਗੋਲੀਆਂ ਚਲਾ ਦੇਣ, ਉਹਨਾਂ 'ਤੇ ਹਮਲਾ ਕਰ ਦੇਣ, ਤਾਂ ਫਿਰ ਅਸੀਂ ਕੀ ਸਿਕਿਉਰ ਹੋਵਾਂਗੇ? ਅਸੀਂ ਕੀ ਬਚਾਂਗੇ? ਠੀਕ ਹੈ ਨਾ। ਜਿਹੜੇ ਅਸੀਂ ਬੈਠੇ ਹਾਂ, ਅਸੀਂ ਉਹਨਾਂ ਦੇ ਬਲਬੂਤੇ ਬੈਠੇ ਹਾਂ ਨਾ, ਕਿ ਉਹ ਸਰਹੱਦਾਂ ਦੀ ਵੀ ਰਾਖੀ ਕਰਦੇ ਆ, ਇੰਟਰਨਲ ਵੀ ਸਿਕਿਉਰਿਟੀ ਦਿੰਦੇ ਆ। ਜੇ ਉਹਨਾਂ ਦੇ ਵਾਰ ਹੋ ਰਿਹਾ ਤਾਂ ਅਸੀਂ ਸ਼ਾਇਦ ਹੀ ਕਦੀ ਜਿਹੜਾ ਉਹ ਇਹ ਨੁਕਸਾਨ ਉਠਾ ਸਕਦੇ। ਔਰ ਮੈਂ ਹੈਰਾਨ ਹਾਂ ਕਿ ਇੰਨੀ ਹਿੰਮਤ, ਸਹੀ ਆਰਮੀ ਦੇ ਉੱਤੇ ਤੁਸੀਂ ਗੋਲੀ ਚਲਾ ਦਿਓ, ਇੰਨੀ ਹਿੰਮਤ ਹੈ ਤੁਹਾਡੇ 'ਚ, ਮਤਲਬ ਮੈਂ ਹੈਰਾਨ ਹਾਂ। ਇਹ ਤਾਂ ਕੁਝ ਸਮਝ ਨਹੀਂ ਆ ਰਿਹਾ ਕਿ ਕੌਣ ਹੋ ਸਕਦੇ ਨੇ, ਔਰ ਕੌਣ ਉਹ ਦਿਮਾਗ ਹੈ ਜਿਹੜਾ ਇਹਨਾਂ ਦੇ ਪਿੱਛੇ ਹੈਗਾ, ਜਿਹੜਾ ਇਦਾਂ ਦੀਆਂ ਸਾਰੀਆਂ ਵਾਰਦਾਤਾਂ ਹੁੰਦੀਆਂ ਪਈਆਂ ਨੇ ਪੰਜਾਬ ਦੀ ਧਰਤੀ ਦੇ ਉੱਤੇ। ਕਿੱਦਾਂ ਦੀ ਸੋਚ ਹੈ, ਔਰ ਇਹ ਮਾਹੌਲ ਦੇ ਉੱਤੇ ਕੀ ਅਸਰ ਪੈ ਰਿਹਾ ਹੈ, ਔਰ ਇਹ ਕਿੱਧਰ ਨੂੰ ਜਾ ਰਿਹਾ ਰਿਜ਼ਲਟ? ਜਿਸ ਤਰ੍ਹਾਂ ਮੁਹਾਲੀ ਦਾ ਆਪਾਂ ਰੱਖਿਆ ਸੀ, ਉਹਨੇ ਡਿਸਕਸ ਕੀਤਾ ਅਤੇ ਇਹਨਾਂ ਨੇ ਹੌਲੀ ਹੌਲੀ ਕਰਕੇ ਲੱਭੇ ਨਹੀਂ, ਕੀਤੇ ਨਹੀਂ, ਅਤੇ ਇਹਨਾਂ ਨੇ ਪਾਕਿਸਤਾਨ 'ਤੇ ਕਰਤਾ ਸੀਗਾ ਸ਼ੱਕ, ਖਦਸ਼ਾ ਵੀ ਪਾਕਿਸਤਾਨ 'ਚੋਂ ਆ ਸਕਦੇ ਆ। ਹੁਣ ਵੀ ਦੇਖ ਲਿਓ 2 4 ਦਿਨਾਂ 'ਚ ਜਿਹੜੀ ਖਬਰ ਆਈ, ਉਹਦੇ 'ਚ ਆਤੰਕੀ ਹਮਲਾ ਨਹੀਂ ਇਹਨਾਂ ਕਿਹਾ,
ਜਿਹਦੇ ਵਿੱਚ ਇਹਨਾਂ ਨੇ ਕਹਿਤਾ ਨੇ ਜੀ ਇਹ ਘੁਸਪੈਠ ਬਾਹਰੋਂ ਹੋਈ ਆ, ਕਿਉਂਕਿ ਜਿਹੜਾ ਬਠਿੰਡਾ ਏਰੀਆ ਵਾ ਇਹ ਥੋੜ੍ਹਾ ਬਾਰਡਰ ਵਾਲੇ ਪਾਸੇ ਆ, ਰਾਜਸਥਾਨ ਦੇ ਵਾਲੇ ਪਾਸੇ ਦੀ ਆ ਕੇ ਅੰਦਰ ਇਹ ਹਮਲਾ ਕਰ ਗਿਆ, ਬਾੜਮੇਰ ਸੈਕਟਰ ਵੱਲ ਦੀ ਆ ਗਏ। ਬੜਾ ਸਿਕਿਉਰਿਟੀ ਕੋ ਵੀ ਬੜੇ ਬਹਾਨੇ ਹੁੰਦੇ ਆ, ਔਰ ਉਸ ਗੱਲ 'ਤੇ ਨਹੀਂ ਆਉਣਾ ਇਹਨਾਂ ਨੇ। ਲੋਕਾਂ ਨੂੰ ਤਾਂ ਪਤਾ ਕਿ ਜੋ ਕੁਛ ਹੁੰਦਾ ਜਾਂ ਤਾਂ ਇਟਰਨਲ ਜੀ ਆਪਣੀ ਇੱਥੋਂ ਕੋਈ ਪ੍ਰੋਬਲਮ ਹੋ ਗਈ ਆ, ਆਪਣੇ ਲੋਕਾਂ ਦਾ ਕੁਛ ਨਾ ਕੁਛ ਹੈਗਾ, ਗੈਂਗਵਾਦ ਵੀ ਆ, ਬੜਾ ਕੁਛ ਹੈਗਾ। ਰਾਜਨੀਤਿਕ ਤੌਰ 'ਤੇ ਵੀ ਗੱਲਾਂ ਹੁੰਦੀਆਂ ਕਿ ਜਿਹੜੀ ਹੁਣ ਇਸ ਵੇਲੇ ਮਾਨ ਸਰਕਾਰ ਹੈ, ਸਮੂਥਲੀ ਆਪਣਾ ਅੱਗੇ ਰਾਜਨੀਤੀ ਦਾ ਜਿਹੜਾ ਢਾਂਚਾ ਵਾ ਬਣਤਰ ਆ ਉਹਨੂੰ ਪੂਰੀ ਤਰ੍ਹਾਂ ਲੋਕਾਂ ਤੱਕ ਨਾ ਕਰੇ, ਵਿਕਾਸ ਨਾ ਕਰ ਜੇ। ਇਹ ਵੀ ਗੱਲਾਂ ਹੋ ਸਕਦੀਆਂ। ਇਹਦੇ ਵਿੱਚ ਕਈ ਫੈਕਟਰ ਇਨਕਲੂਡ ਹੋਣਗੇ ਕਿ ਕਈ ਇਹ ਵੀ ਸੋਚ ਰਿਹਾ ਕਿ ਪ੍ਰੈਜ਼ੀਡੈਂਟ ਰੂਲ ਇੰਪੋਜ਼ ਹੋ ਜੇ, ਬੜਾ ਕੁਛ ਹੁੰਦਾ। ਰਾਜਨੀਤਿਕ ਪਾਰਟੀਆਂ, ਆਪੋਜੀਸ਼ਨ ਪਾਰਟੀਆਂ, ਲੋਕ ਵੀ ਬੜਾ ਕੁਛ ਹੁੰਦਾ। ਔਰ ਇਹਦੇ ਵਿੱਚੋਂ ਕੀ ਨਿਕਲਣਾ ਕੱਢੂਗੀ ਪੁਲਿਸ, ਡਾਇਰੈਕਟਰ ਜਨਰਲ ਪੁਲਿਸ ਜਿਹੜੇ ਹੈਗੇ ਨੇ ਇੱਥੇ, ਉਹਨਾਂ ਨੂੰ ਪਤਾ ਹੈ, ਉਹ ਕਰਨਗੇ ਕਿ ਅਸੀਂ ਕੀ ਚਾਹੁੰਦੇ ਹਾਂ ਔਰ ਇਹਦੇ ਵਿੱਚ ਕੀ ਹੋਗਾ। ਉਹਨਾਂ ਦਾ ਜੋ ਬਿਆਨ ਹੋਗਾ ਉਹ ਤੋਂ ਪਤਾ ਲੱਗੂਗਾ ਕੀ ਕੁਛ ਹੈਗਾ। ਦੇਖੋ ਬਲਕਾਰ ਜੀ, ਗੱਲ ਇਹ ਨਹੀਂ ਕਿ ਪਾਕਿਸਤਾਨ ਤੋਂ ਆ ਗਏ ਜਾਂ ਕਿਤੋਂ ਹੋਰ ਆ ਗਏ, ਉਧਰੋਂ ਹਮਲਾ ਹੋ ਗਿਆ, ਨੇੜਿਓਂ ਆ ਗਏ, ਦੂਰੋਂ ਆ ਗਏ, ਅੰਦਰੋਂ ਆ ਗਏ, ਬਾਹਰੋਂ ਆ ਗਏ। ਮਤਲਬ ਇਹ ਹੈ ਆਏ ਕਿੱਦਾਂ, ਠੀਕ ਹੈ ਤਾਂ ਬੰਦੇ ਹੀ ਆ ਨਾ। ਆ ਕਿਵੇਂ ਗਏ, ਉਹ ਵੀ ਆਰਮੀ ਦੇ ਏਰੀਆ 'ਚ। ਜੇ ਆਪਣੇ ਹੁਣ ਜਾਂ ਉਹਨਾਂ ਦੇ ਹੁਣ ਹੈ ਤਾਂ ਐਂਟਰੀ ਉਹਨਾਂ ਦੀ ਆ ਨਾ, ਕਿਸ ਮਨਸ਼ਾ 'ਚ ਆਏ ਤੇ ਕਿੱਦਾਂ ਆਏ। ਤੇ ਬਹੁਤ ਵੱਡੀ ਗੱਲ ਹੈ, ਕੱਲ ਨੂੰ ਬਾਰਡਰ ਦੀ ਗੱਲ ਹੈ। ਉੱਥੋਂ ਕੀ ਕਵਾਂਗੇ ਕਿ ਉਧਰੋਂ ਆਰਮੀ ਵਾਲੇ ਆ ਕੇ ਇੱਧਰ ਹਮਲਾ ਕਰਕੇ ਸਾਡੀ ਜ਼ਮੀਨ ਉਹਨਾਂ ਨੇ ਕਬਜ਼ੇ 'ਚ ਲੈ ਲਈ, ਇਹ ਗੱਲਾਂ ਤੱਕ ਚਲੇ ਜਾਵਾਂਗੇ। ਮਤਲਬ ਇਹ ਆਰਮੀ ਦੇ ਉੱਤੇ ਬਹੁਤ ਵੱਡੀ ਗੱਲ ਹੈ। ਇਸ ਤੋਂ ਵੱਡਾ ਕੋਈ ਹੋਰ ਹੋ ਨਹੀਂ ਸਕਦਾ। ਇਹ ਐਕਸਟਰਨਲ ਤੇ ਇੰਟਰਨਲ ਦੋਨੋਂ ਸਿਕਿਉਰਿਟੀਜ਼ ਨੇ, ਕਿਉਂਕਿ ਆਰਮੀ ਸਾਨੂੰ ਐਕਸਟਰਨਲ ਸਿਕਿਉਰਿਟੀ ਵੀ ਦਿੰਦੀ, ਬਾਹਰੋਂ ਸਾਰੀ ਆਰਮੀ ਹੀ ਸਾਨੂੰ ਬਚਾਉਂਦੀ ਹੈ, ਔਰ ਉਹ ਜਦੋਂ ਅੰਦਰ ਹੈ ਤੇ ਉਹਨਾਂ ਦੇ ਉੱਤੇ ਹਮਲਾ। ਸੋ ਇਹ ਬਹੁਤ ਵੱਡੀ ਗੱਲ ਹੈ। ਔਰ ਇਹ ਮਤਲਬ ਸਿੰਪਲ ਗੱਲ ਇਹ ਹੈ ਕਿ ਉਹਨਾਂ ਦੀ ਚੈਕਿੰਗ ਕਿਉਂ ਨਹੀਂ ਹੋਈ। ਔਰ ਇਸ ਵਕਤ ਜੋ ਕਰਕੇ ਚਲੇ ਗਏ ਨੇ ਵਾਰਦਾਤ, ਤੇ ਸੀਸੀਟੀਵੀ ਫੁਟੇਜ ਕੀ ਕਹਿੰਦੀ ਪਈ ਆ, ਫੋਟੋਆਂ ਤੇ ਵੀ ਆ ਜਿੱਧਰ ਦੀ ਲੰਘੇ ਆ ਉਹ ਵੈਪਨ ਨਾਲ ਲੱਗੇ। ਆਰਮੀ ਦਾ ਹਾਈ ਅਲਰਟ ਤੇ ਹੁੰਦਾ ਹਮੇਸ਼ਾ, ਸੈਂਸਿਟਿਵ ਏਰੀਆ, ਹਾਈ ਸਿਕਿਉਰਿਟੀ ਏਰੀਆ। ਇਹਨਾਂ ਦੇ ਪਤਾ ਕਿ ਇਹਨਾਂ ਦੇ 24 ਆਵਰ ਜਿਹੜੀ ਹੈਗੇ ਡਿਊਟੀ ਤੇ ਹੁੰਦੇ ਆ। ਐਂਟਰੀ ਗੇਟ ਤੇ ਅੰਦਰ ਐਮੂਨੀਸ਼ਨ ਡੈਂਪ ਕੈਂਪ ਹੁੰਦਾ ਕਿ ਉਹਦੇ ਤੇ ਵੀ ਜਿੱਥੇ ਐਮੂਨੀਸ਼ਨ ਦੱਬਿਆ ਪਿਆ ਉਹਦੇ ਸਾਹਮਣੇ ਵੀ ਇਹਨਾਂ ਦੇ ਸਿਕਿਉਰਿਟੀ ਵਾਲੇ ਖੜੇ ਹੁੰਦੇ, ਬਕਾਇਦਾ ਲੋਡ ਕਰਕੇ ਰਾਈਫਲਾਂ ਨੂੰ, ਰਾਕਟ ਲਾਂਚਰ, ਜੋ ਕੁਛ ਹੁੰਦਾ ਨੂੰ ਅਲਰਟ ਹੁੰਦੇ ਆ। ਇਹ ਹੁੰਦਾ ਵੀ ਕਿਸੇ ਵੇਲੇ ਕੋਈ ਐਂਟਰੀ ਕਰ ਸਕਦਾ। ਇਹਨਾਂ ਦੇ ਐਮੂਨੀਸ਼ਨ ਡੈਂਪ ਜਿਹੜੇ ਹੁੰਦੇ ਆ ਉਹਨਾਂ ਦੇ ਵਿੱਚ ਗੋਲਾ ਬਰੂਦ ਪਿਆ ਹੁੰਦਾ, ਉਹਦੇ ਤੇ ਕੋਈ ਮਾੜੀ ਜਿਹੀ ਚੁਣੌਤੀ ਸੁੱਟਦੇ, ਉਹ ਚੱਲ ਗਿਆ, ਉਹਦੇ ਤੇ ਮਰ ਸਕਦੇ। ਕਈ ਵਾਰੀ ਇਹ ਵੀ ਹੋਇਆ ਜਿੱਥੇ ਉਹਨਾਂ ਦਾ ਪਿਆ ਐਮੂਨੀਸ਼ਨ ਪਿਆ, ਚਲਾਉਣ ਵਾਲੇ ਜਿਹੜੇ ਰੌਂਦ ਪਏ ਆ, ਸਾਰਾ ਕੁਛ ਉੱਥੇ ਕਾਰਤੂਸ ਪਏ, ਉਹ ਅੱਗ ਲੱਗ ਗਈ ਤੇ ਗਏ। ਔਰ ਇਹਦੇ ਵਿੱਚ ਸਭ ਤੋਂ ਵੱਡੀ ਕਮਜ਼ੋਰੀ ਸਮਝ ਲਓ ਜੋ ਕੁਛ ਹੈਗਾ ਇਹ ਆਰਮੀ ਦੀ ਹੈ, ਕਿਉਂਕਿ ਉਹਨਾਂ ਦੇ ਅੰਦਰ ਕਿਸ ਤਰ੍ਹਾਂ ਆ ਗਏ, ਉਹ ਫੜੇ ਕਿਉਂ ਨਹੀਂ ਗਏ ਤੇ ਭੱਜੇ ਕਿੱਧਰ ਦੀ, ਗੋਲੀ ਚਲਾ ਕੇ ਉਹ ਮਰਿਆ ਹੀ ਕੋਈ ਨਹੀਂ। ਇਹ ਸਭ ਤੋਂ ਵੱਡੀ ਗੱਲ। ਜਾਂ ਤਾਂ ਇਹ ਸੁੱਤੇ ਆ ਜਾਂ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ, ਜਾਂ ਕੋਈ ਇਹਦੇ ਪਿੱਛੇ ਸਾਜ਼ਿਸ਼ ਆ, ਜਾਂ ਕੀ ਹੋ ਗਿਆ। ਇਹ ਬੜੀ ਹੈਰਾਨੀਜਨਕ ਹੈਗੀ। ਇਹ ਨਿਊਜ਼ ਜਦੋਂ ਪਾਕਿਸਤਾਨ ਸੁਣੇਗਾ, ਅਫਗਾਨਿਸਤਾਨ ਸੁਣੇਗਾ, ਔਰ ਜਦੋਂ ਬਾਹਰਲੇ ਦੇਸ਼ ਸੁਣਨਗੇ ਉਹ ਆਖਣਗੇ ਆਹ ਸਿਕਿਉਰਿਟੀ ਇਹਨਾਂ ਦੀ ਇੰਟਰਨਲ ਸਿਕਿਉਰਿਟੀ ਹੈ ਨਹੀਂ ਕੁਛ ਵੀ ਇਹਨਾਂ ਦੇ, ਤੇ ਬਾਰਡਰ ਤੇ ਕੀ ਕਰ ਦੇਣਗੇ। ਗੱਲ ਇਹ ਹੈ ਨਾ ਕਿ ਆਰਮੀ ਦੇ ਨਾਲ ਕਿਸੇ ਦੀ ਕੀ ਦੁਸ਼ਮਣੀ ਹੋ ਸਕਦੀ ਹੈ। ਨੈਵਰ। ਜਾਂ ਤਾਂ ਹੋਵੇ ਨਾ ਕਿ ਇੱਕ ਗੈਂਗ ਹੈ ਦੂਜੇ ਗੈਂਗ ਦੇ ਉੱਤੇ ਹਮਲਾ ਕੀਤਾ, ਗੈਂਗਵਾਰ ਹੋ ਗਈ, ਆਪਸ 'ਚ ਉਲਝੇ ਹੋਏ ਨੇ, ਉਹ ਗੱਲ ਹੋ ਗਈ। ਆਰਮੀ ਦੇ ਨਾਲ ਕਿਹੜੀ ਦੁਸ਼ਮਣੀ, ਆਰਮੀ ਦੇ ਨਾਲ ਕਿਹੜੀ ਰੰਜਿਸ਼ ਕਿ ਤੁਸੀਂ ਆ ਕੇ ਆਰਮੀ ਦੇ ਉੱਤੇ ਫਾਇਰਿੰਗ ਕਰਕੇ ਚਲੇ ਜਾਓ। ਰੀਜ਼ਨ ਕੀ ਕਾਰਨ ਹੈ, ਕਿਉਂ ਕੀਤੀ ਫਾਇਰਿੰਗ? ਮਤਲਬ ਇਹ ਹੈ ਕਿ ਸਿੱਧਾ ਦਾ ਸਿੱਧਾ ਮਾਹੌਲ ਦੇ ਉੱਤੇ ਅਸਰ ਪੈ ਰਿਹਾ ਪੰਜਾਬ ਦੇ ਉੱਤੇ। ਸਹੀ ਗੱਲ। ਇਹਦੇ ਵਿੱਚ ਵੈਸੇ ਪੰਜਾਬ ਪੁਲਿਸ ਦੀ ਵੀ ਕਮਜ਼ੋਰੀ ਹੈ, ਆਰਮੀ ਦੀ ਵੀ ਕਮਜ਼ੋਰੀ ਹੈ। ਜਦੋਂ ਬਾਹਰੋਂ ਆਉਂਦਾ ਕਿੱਧਰ ਦੀ ਆ ਰਿਹਾ, ਜਦੋਂ ਤਾਂ ਆਉਣਾ ਉਹਨੇ ਬਾਹਰਲੇ ਪਿੰਡਾਂ ਵਿੱਚ ਦੀ, ਸ਼ਹਿਰਾਂ ਵਿੱਚ ਦੀ, ਖੇਤਾਂ ਵਿੱਚ ਦੀ, ਸੜਕਾਂ ਨਾਲ, ਉਦੋਂ ਕਿੱਧਰ ਦੀ ਆ ਰਿਹਾ, ਉਦੋਂ ਤਲਾਸ਼ੀ ਕਿਉਂ ਨਹੀਂ ਹੋਈ? ਜਦੋਂ ਜਦੋਂ ਲੈ ਕੇ ਆ ਰਹੇ ਆ ਕਾਰਾਂ ਦੇ ਵਿੱਚ ਦੀ, ਜਦੋਂ ਇਹਦੇ 'ਤੇ ਕਾਰਾਂ ਦੀ ਤਲਾਸ਼ੀ ਲੈਂਦੇ ਆ, ਅਨਨੋਨ ਨੰਬਰ ਜਦੋਂ ਆ ਗਏ ਤਾਂ ਪੁਲਿਸ ਉਸੇ ਵੇਲੇ ਚੈੱਕ ਕਰਦੀ ਹੈ ਕਿ ਕਿੱਧਰੋਂ ਆ ਰਿਹਾ। ਜਦੋਂ ਤੁਹਾਡੇ ਕੋਲ ਦਿੱਲੀ ਦਾ ਨੰਬਰ ਆ ਗਿਆ, ਹਿਮਾਚਲ ਦਾ ਆ ਗਿਆ, ਹਰਿਆਣੇ ਦਾ ਆ ਗਿਆ, ਤਾਂ ਪੁਲਿਸ ਬਿਲਕੁਲ ਅਲਰਟ ਹੋ ਜਾਂਦੀ ਹੈ। ਬਾਹਰੋਂ ਜਿੱਦਾਂ ਸਿੱਧੂ ਮੂਸੇਵਾਲਾ ਕਤਲ ਕਾਂਡ ਹੋਇਆ ਸੀਗਾ, ਉਸ ਕੇਸ ਦੇ ਵਿੱਚ ਉਹ ਦਿਨ ਦਿਹਾੜੇ 8-9 ਬੰਦੇ ਆ ਕੇ ਗੈਂਗਵਾਦ ਜਿਹੜਾ ਸੀਗਾ ਉਹ ਮਾਰ ਗਏ ਉਹਨਾਂ ਨੂੰ ਦਿਨੇ, ਔਰ ਨਾ ਜਾਂਦਿਆਂ ਦਾ ਪਤਾ ਲੱਗਾ ਨਾ ਆਉਂਦਿਆਂ ਦਾ ਪਤਾ ਲੱਗਾ। ਹੋਟਲ ਦੇ ਬੈਠੇ ਮੁੰਡੇ ਉਹਨਾਂ ਨੂੰ ਉਹਨੇ ਫੜ ਲਿਆ, ਉਹਨਾਂ ਨੂੰ ਮਾਰਿਆ, ਕੁੱਟਿਆ, ਕਈ ਕੁਛ ਕੀਤਾ। ਐਕਚੁਅਲ ਬੰਦੇ ਅਜੇ ਤੱਕ ਨਹੀਂ ਫੜੇ ਗਏ। ਇਹ ਹਾਲਤ ਹੁੰਦੀ ਹੈ ਸਾਡੇ ਸਾਰੇ ਦੇਸ਼ ਦੀ, ਸਾਡੀ ਪੁਲਿਸ ਦੀ, ਸਾਡੇ ਲੋਕ ਜਿਹੜੇ ਇੱਥੇ ਰਹਿ ਰਹੇ ਨੇ ਪਬਲਿਕ ਦੀ, ਅਤੇ ਬਾਕੀ ਆਰਮੀ ਦੀ। ਨਾ ਤਾਂ ਸਿਕਿਉਰਿਟੀ ਹੈ, ਨਾ ਇੱਥੇ ਕੋਈ ਬਹੁਤੀ ਸੁਰੱਖਿਆ ਹੈਗੀ ਹੈ। ਇਹ ਹੱਥ ਇਸ ਵੇਲੇ ਉਂਗਲ ਉਸ ਵੇਲੇ ਪਾਸੇ ਜਾ ਰਿਹਾ ਆਰਮੀ ਵੱਲ, ਇਹ ਇਸ਼ਾਰਾ ਉਸ ਪਾਸੇ ਜਾ ਰਿਹਾ ਕਿ ਲੋਕ ਉਸ ਜਿਹੜੇ ਤਬਾਹ ਆਪ ਹੋ ਗਿਆ, ਉਹਨਾਂ ਨੇ ਲੋਕਾਂ ਨੂੰ ਸਿਕਿਉਰ ਕੀ ਕਰਨਾ। ਗਲਤ ਗੱਲ ਹੈਗੀ ਇੱਕ ਆਰਮੀ ਦੇ। ਪਰ ਜੇ ਫਾਈਟ ਹੁੰਦਾ, ਜੇ ਐਂਟਰੀ ਕੀਤੀ ਹੈ ਤਾਂ ਫਿਰ ਫਾਈਟਿੰਗ ਤਾਂ ਹੁੰਦੀ ਆ ਆਪੋ ਵਿੱਚ। ਅਫਗਾਨਿਸਤਾਨ ਦੇ ਅੰਦਰ ਜਦੋਂ ਕੋਈ ਅੰਦਰ ਤੋਂ ਘੁਸ ਜਾਂਦੇ ਜਾਂ ਅੰਦਰ ਜਾਂਦੇ, ਅਗਲੋਂ ਫਾਈਟ ਕਰਦੇ, ਮਾਰਦੇ ਪੂਰਾ। ਇੱਥੇ ਇਹਨਾਂ ਨੂੰ ਕੋਈ ਬੰਦਾ ਨੇ ਅੱਗੇ ਕੋਈ ਤਲਵਾਰ ਚੁੱਕੀ ਨਹੀਂ, ਕੋਈ ਬੰਦੂਕ ਨਹੀਂ ਚੁੱਕੀ, ਸ਼ਰੇਆਮ ਹੀ ਗੋਲੀ ਚਲਾ ਕੇ ਆਰਾਮ ਨਾਲ ਨਿਕਲ ਗਏ ਜਿੱਦਾਂ ਸੁੱਤੇ ਹੁੰਦੇ ਬੰਦੇ। ਇਹ ਦੇਖੋ ਕੋਈ ਘਮਸਾਨ ਯੁੱਧ ਹੋਇਆ, ਪਤਾ ਲੱਗਾ। ਇਹਦਾ ਮਤਲਬ ਜਿਹੜੇ ਵਾਰੀਅਰ ਨੇ, ਲੜਾਕੂ ਨੇ, ਉਹ ਬੰਦਾ ਹੀ ਕੋਈ ਨਹੀਂ ਹੈਗਾ।
ਉਹ ਆ ਗਏ ਅੰਦਰ ਮਾਰ ਗਏ, ਹੈ ਕਿ ਨਹੀਂ। ਬਾਕੀ ਬਠਿੰਡੇ ਦਾ ਜ਼ਿਲ੍ਹਾ ਕੀ ਸਿਕਿਉਰ ਹੋਊਗਾ, ਪੰਜਾਬ ਦੇ ਬਾਕੀ ਜ਼ਿਲ੍ਹੇ ਕੀ ਸਿਕਿਉਰ ਹੋਣਗੇ, ਕੱਲ੍ਹ ਨੂੰ ਉਹਨਾਂ ਦਾ ਮੂੰਹ ਪੈਗਾ ਹੋਰ ਕਿਤੇ ਆਉਣਗੇ। ਇਹ ਹੈ ਬਿਲਕੁਲ ਇਹ ਮਤਲਬ ਬਹੁਤ ਹੀ ਜ਼ਿਆਦਾ ਦੁੱਖ ਭਰੀ ਵੀ ਗੱਲ ਹੈ ਤੇ ਬਹੁਤ ਹੀ ਜ਼ਿਆਦਾ ਹੈਰਾਨੀ ਹੈਰਾਨੀ ਵਾਲੀ ਜੀ, ਹੈਰਾਨੀ ਵਾਲੀ ਸੋ ਆਪਾਂ ਅੱਗੇ ਵਧੀਏ ਜੀ। ਸੋਨੀਆ ਗਾਂਧੀ ਜੀ ਕਹਿੰਦੇ ਨੇ ਕਿ ਸੰਵਿਧਾਨ ਦੀ ਰਾਖੀ ਲਈ ਅਸੀਂ ਹਮ ਖਿਆਲ ਪਾਰਟੀਆਂ ਦੇ ਨਾਲ ਹੱਥ ਮਿਲਾਵਾਂਗੇ। ਇੱਕ ਆਪਣੇ ਸੰਵਿਧਾਨ ਦੀ ਰਾਖੀ ਦੀ ਗੱਲ ਆ ਰਹੀ ਹੈ, 2024 ਦੀਆਂ ਇਲੈਕਸ਼ਨਸ ਦੀ ਗੱਲ ਆ ਰਹੀ ਹੈ, ਇਦਾਂ ਦੀਆਂ तमाम ਗੱਲਾਂ ਹੁਣ ਸਾਹਮਣੇ ਆਉਣੀਆਂ ਨੇ। ਔਰ ਸੰਵਿਧਾਨ ਦੀ ਰਾਖੀ ਲਈ ਹੁਣ ਸਵਾਲ ਇਹ ਹੈ ਕਿ ਸੰਵਿਧਾਨ ਖਤਰੇ 'ਚ ਹੈ ਜਾਂ ਸੰਵਿਧਾਨ ਨੂੰ ਕੋਈ ਪਾਲਣਾ ਨਹੀਂ ਕਰਦਾ, ਮਤਲਬ ਸੰਵਿਧਾਨ ਦੀ ਰਾਖੀ ਦੀ ਲੋੜ ਕਿਉਂ ਪੈ ਗਈ? ਇਹ ਮਸਲਾ ਅਸਲ 'ਚ ਵੈਸੇ ਉਹਨਾਂ ਨੇ ਠੀਕ ਚੁੱਕਿਆ। ਇਹ ਹੈਗਾ ਇਹ ਇਲੈਕਸ਼ਨ ਦਾ, ਇਹ ਸਾਬਕਾ ਪ੍ਰਧਾਨ ਨੇ ਕਾਂਗਰਸ ਦੇ। ਮਸਲਾ ਇਹ ਹੈਗਾ ਕਿ ਸੰਵਿਧਾਨ ਦਾ ਮਤਲਬ ਹੈਗਾ ਕਿ ਜਦੋਂ ਰਾਹੁਲ ਗਾਂਧੀ 'ਤੇ ਕੇਸ ਲਾ ਕੇ ਉਹਨੂੰ ਉੱਥੋਂ ਬਰਖਾਸਤ ਵੀ ਕਰ ਦਿੱਤਾ, ਪਾਰਲੀਮੈਂਟ 'ਚ ਬੋਲਣ ਵੀ ਨਹੀਂ ਦਿੱਤਾ। ਬੋਲਣਾ ਜਿਹੜਾ ਹੈਗਾ ਇਹ ਫੰਡਾਮੈਂਟਲ ਰਾਈਟਸ ਹੈ ਬੋਲਣ ਦਾ। ਹਾਲਾਂਕਿ ਉਹ ਤਾਂ ਇੱਕ ਪਾਰਟੀ ਦਾ ਨੇਤਾ ਵਾ, ਨੈਸ਼ਨਲ ਪਾਰਟੀ ਦਾ ਨੇਤਾ ਹੈਗਾ, ਔਰ ਬੋਲਦਾ ਗਲਤ ਬੋਲੇ ਠੀਕ ਬੋਲੇ, ਪਰ ਬੋਲਣ ਦਾ ਮੌਕਾ ਤਾਂ ਦਿੱਤਾ ਜਾਣਾ ਚਾਹੀਦਾ। ਇਹ ਸਾਡਾ ਕਨਸਟੀਟਿਊਸ਼ਨ ਦਾ ਫੰਡਾਮੈਂਟਲ ਰਾਈਟਸ ਆ। ਇਹਨਾਂ ਨੇ ਉਹਦੇ 'ਤੇ ਕਟਾਕਸ ਕੀਤਾ ਕਿ ਇਹ ਸਾਡੇ ਸੰਵਿਧਾਨ ਨੂੰ ਖਤਰਾ ਹੈਗਾ। ਦੂਜਾ ਹੈਗਾ ਇਲੈਕਸ਼ਨ ਤਾਂ ਆ ਹੀ ਰਹੀ ਹੈ। ਉਹਨਾਂ ਨੇ ਕਿਹਾ ਕਿ ਜਦੋਂ ਭਾਰਤ ਜੋੜੋ ਯਾਤਰਾ 'ਤੇ ਲੋਕਾਂ ਨੇ ਬਹੁਤ ਵਧੀਆ ਰਿਸਪੌਂਡ ਕੀਤਾ ਇਹਨਾਂ ਨੂੰ, ਉਹ ਵੀ ਇਹਨਾਂ ਨੂੰ ਖਤਰਾ ਲੱਗਿਆ। ਇਹਨਾਂ ਨੇ ਉਸ ਖਤਰੇ ਨੂੰ ਭਾਪਣ ਲਈ ਉਹਨਾਂ ਨੂੰ ਬਾਹਰ ਕੱਢ ਦਿੱਤਾ ਉਸ ਰਿਹਾਇਸ਼ ਤੋਂ। ਦੂਜਾ ਉਹਨਾਂ ਨੂੰ MP ਜਿਹੜਾ ਸੀਗੇ ਉਹ ਵੀ ਬਰਖਾਸਤ ਕਰ ਦਿੱਤਾ। ਤੀਜਾ ਉਹਨਾਂ 'ਤੇ ਕਈ ਬਲੇਮ ਲਾਤੇ। ਹਿਡਨਬਰਗ ਰਿਪੋਰਟ ਦਾ ਜਿਹੜਾ ਉਹਨਾਂ ਨੇ ਮਸਲਾ ਮੰਗਿਆ ਸੀ, ਉਹ ਵੀ ਤਾਂ ਇੱਕ ਸੰਵਿਧਾਨ ਦਾ ਹੀ ਮਸਲਾ ਹੁੰਦਾ ਕਿ ਉਹਦੇ ਵਿੱਚ ਆਪੋਜੀਸ਼ਨ ਕਹਿ ਸਕਦੀ ਹੈ ਕਿ ਆਹ ਜਿਹੜਾ ਮਸਲਾ ਕੀ ਹੈਗਾ, ਤੇ ਚਰਚਾ ਕਰਾਓ, ਤੇ ਵਿਚਾਰ ਲਓ, ਤੇ ਲੋਕਾਂ ਦੇ ਵਿਊ ਲਓ। ਪਾਰਲੀਮੈਂਟ 'ਚ ਬੈਠੇ ਜਿਹੜੀ ਆਪੋਜੀਸ਼ਨ ਉਹਨਾਂ ਦੀ ਗੱਲ ਸੁਣੋ। ਉਹ ਗੱਲਾਂ ਸਾਰੀਆਂ ਪਾ ਲਾ ਕੇ ਫਿਰ ਉਹ ਖੂਹ 'ਚ ਪਾਤੀਆਂ, ਕਿਸੇ ਪਾਸੇ ਕੋਈ ਗੱਲ ਨਹੀਂ ਹੋਇਆ। ਮਾਮਲੇ ਲਟਕਦੇ ਰਹੇ। ਲਟਕਣ ਤੋਂ ਬਾਅਦ ਸਗੋਂ ਇਹਨਾਂ ਨੂੰ ਪੋਜੀਸ਼ਨਾਂ ਇਹਨਾਂ ਦੀਆਂ ਡਾਵਾਂਡੋਲ ਕਰਤੀਆਂ। ਇਹਦੋਂ ਪਹਿਲਾਂ ED ਦੀ ਇਹਨਾਂ ਦੀ ਪੁੱਛ ਪੜਤਾਲ ਹੋਈ ਸੀਗੀ, ਉਹਦੇ 'ਚ 3-4 ਘੰਟੇ ਜਾਂਦੇ ਸੀ, ਸੋਨੀਆ ਗਾਂਧੀ ਦੀ ਤੇ ਇਹਨਾਂ ਦੀ ਵੀ, ਰਾਹੁਲ ਗਾਂਧੀ ਦੀ ਵੀ। ਉਹਦਾ ਕੋਈ ਅਜੇ ਤੱਕ ਨਿਕਲਿਆ ਨਹੀਂ ਗਾ ਕਿ ਇਹਨਾਂ 'ਤੇ ਕੀ ਬਲੇਮ ਲੱਗੇ। ਇਹ ਚੀਜ਼ਾਂ ਦੀ ਇੱਕ ਪੂਰੀ ਦੀ ਪੂਰੀ ਜਿਹੜੀ ਫਰਿਸ਼ਤ ਜਿਹੜੀ ਹੈਗੀ ਆ ਉਹਨਾਂ 'ਤੇ ਉਂਗਲ ਉੱਠਦੀ ਆ। ਉਹਨਾਂ ਨੇ ਕਿਹਾ ਆਪੋਜੀਸ਼ਨ ਨੇ ਕਿ ਆਹ ਗੱਲ ਦੇਖੋ ਜਿਹਦੇ ਵਿੱਚ ਫੰਡਾਮੈਂਟਲ ਰਾਈਟਸ ਜੀਗਾ, ਜਿਸ ਸੰਵਿਧਾਨ ਨੂੰ ਖਤਰਾ ਵੀ ਆ, ਉਹਨੂੰ ਅਸੀਂ ਬਚਾਉਣ ਲਈ ਆਉਣ ਵਾਲੀਆਂ ਚੋਣਾਂ ਵਿੱਚ ਲੋਕਾਂ ਦਾ ਰਿਸਪੌਂਡ ਮੰਗਾਂਗੇ। ਲੋਕ ਕੀ ਚਾਹੁੰਦੇ ਹੈਗੇ ਆ, ਤਾਂ ਕਿ ਅਸੀਂ ਵੀ ਇੱਥੇ ਸਿੱਧੀ ਗੱਲ ਹੈ, ਜੇ ਪਾਰਟੀ ਨੇ ਚੈਲੰਜ ਇਹਨੇ ਕਰਨਾ, ਗੱਠਜੋੜ ਇਹਨੇ ਹੀ ਬਣਾਉਣਾ, ਬਾਕੀ ਪਾਰਟੀਆਂ ਨੂੰ ਨੇੜੇ ਲਾਉਣਗੇ ਔਰ ਇਹਨਾਂ ਦਾ ਵੀ ਇੱਕ ਬੜਾ ਵੱਡਾ ਗਰੁੱਪ ਬਣ ਜੂਗਾ। ਇਸੇ ਕਰਕੇ ਇਹਨਾਂ ਨੇ ਇੱਕ ਬਿਆਨ ਦਿੱਤਾ ਔਰ ਬਣਦਾ ਵੀ ਹੈ। ਇਲੈਕਸ਼ਨ ਵੀ ਸਿਰ 'ਤੇ ਆ ਗਈ ਹੈ। ਗੱਲ ਤਾਂ ਸਰੀ ਇਹੋ ਹੀ ਹੈ, ਗੱਲ ਤਾਂ ਇਹ ਹੈ, ਇਲੈਕਸ਼ਨਸ ਵੀ ਸਿਰ 'ਤੇ ਆ ਗਈ ਹੈ ਔਰ ਸਾਰੇ ਇਹੀ ਬੋਲਦੇ। ਮਤਲਬ ਇੱਕ ਨਾ ਮਾਹੌਲ ਜਿਹੜਾ ਨਾ ਕ੍ਰੀਏਟਿਵ ਜਿਹਾ ਨਹੀਂ ਹੈਗਾ। ਹਾਂ ਸਹੀ ਗੱਲ। ਦੇਸ਼ ਦਾ ਮਾਹੌਲ ਬੜਾ ਅਜੀਬ ਜਿਹਾ ਬਣਿਆ ਔਰ ਉਸ ਅਜੀਬ ਦੇ ਮਾਹੌਲ ਦੇ ਵਿੱਚ ਅਸੀਂ ਸਾਰੇ ਜਾਣੇ ਜੀ ਵੀ ਰਹੇ ਹਾਂ, ਆਪਣੇ ਆਪਣੇ ਰੋਜ਼ਗਾਰ ਦੀ ਫਿਕਰਮੰਦ ਵੀ ਹੈਗੇ ਆ ਔਰ ਨਾਲ ਫਿਕਰਮੰਦ ਹੈਗੇ ਆ ਕਿ ਅੱਗੇ ਸਮਾਂ ਆਉਣ ਵਾਲਾ ਕੋਈ ਔਖਾ ਨਾ ਹੋ ਜਾਏ, ਅੱਗੇ ਸਮਾਂ ਆਉਣ ਵਾਲਾ ਕਿਹੋ ਜਿਹਾ ਹੋਣਾ ਹੈ। ਹਰ ਇੱਕ ਬੰਦੇ ਨੂੰ ਇਹ ਚਿੰਤਾ ਲੱਗੀ ਹੋਈ ਹੈ ਔਰ ਕੋਈ ਬੰਦਾ ਸਿਕਿਉਰ ਫੀਲ ਨਹੀਂ ਕਰਦਾ। ਸਹੀ ਗੱਲ। ਹਾਂ, ਸੋਸ਼ਲ ਸਿਕਿਉਰਿਟੀ ਦੇ ਨਾਂ ਦੇ ਉੱਤੇ ਹਰੇਕ ਨੂੰ ਡਰ ਲੱਗਾ ਹੋਇਆ। ਹਾਂ, ਸੋ ਇੱਕ ਅਜੀਬ ਜਿਹਾ ਮਾਹੌਲ ਹੈ ਔਰ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਤਰੱਕੀ ਔਰ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਅੱਗੇ ਵਧਣਾ, ਠੀਕ ਹੈ ਨਾ, ਔਰ ਇਕਨੋਮਿਕ ਗਰੋਥ ਦੀ ਗੱਲ ਕਰਨਾ, ਮਤਲਬ ਕਿਸੇ ਪਾਸੇ ਸਾਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਜਿਹੜੇ ਸਾਧਨ ਅਸੀਂ ਅਪਣਾ ਰਹੇ ਹਾਂ ਉਹ ਸਸਟੇਨੇਬਲ ਹੈਗੇ ਨੇ ਕਿ ਨਹੀਂ ਹੈਗੇ, ਕਿੰਨੀ ਦੇਰ ਤੱਕ ਉਹਨਾਂ ਦੀ ਲਾਈਫ ਹੈ, ਕਿੰਨੀ ਦੇਰ ਤੱਕ ਉਹ ਸੋਰਸਿਸ ਸਾਨੂੰ ਫਾਇਦਾ ਦੇ ਸਕਦੇ ਨੇ। ਸੋ ਇੱਕ ਸੰਵਿਧਾਨ ਦੀ ਇਹ ਗੱਲ ਔਰ ਲਾਅ ਐਂਡ ਆਰਡਰ ਦੀ ਜਿਹੜੀ ਗੱਲ ਹੈ, ਅਸੀਂ ਦੇਖਦੇ ਹਾਂ ਕਈ ਗਰੁੱਪ ਆਪਣੇ ਆਪ ਹੀ ਉਹ ਲੋਕਾਂ ਨੂੰ ਪੁੱਛਗਿੱਛ ਕਰਨ ਵਾਸਤੇ ਆਪਣੇ ਆਪ ਹੀ ਚੌਧਰੀ ਜਿਹਨੂੰ ਕਹਿੰਦੇ ਨੇ ਨਾ, ਚੌਧਰੀ ਬਣੇ ਹੋਏ ਗਰੁੱਪ। ਸਹੀ ਗੱਲ। ਮੁੰਡੇ ਇਕੱਠੇ ਹੋਏ ਨੇ, ਇੱਧਰ ਤੁਰੇ ਫਿਰਦੇ ਨੇ ਮੁੰਡੇ ਇਕੱਠੇ। ਹਾਂ ਬਈ ਤੁਸੀਂ ਕੌਣ ਹੋ, ਇੱਧਰ ਕੀ ਹੈ? ਕਮਾਲ ਹੋ ਗਈ ਯਾਰ, ਤੁਸੀਂ ਕੌਣ ਲੋਗੋ, ਤੁਹਾਨੂੰ ਕਿਹਨੇ ਅਥਾਰਟੀ ਦਿੱਤੀ? ਸਹੀ ਗੱਲ। ਇਸੇ ਮਾਹੌਲ ਦੇ ਬਾਰੇ ਨੇ ਕਿਸੇ ਸ਼ਾਇਰ ਨੇ ਲਿਖਿਆ, ਉਹ ਕਹਿੰਦੇ ਹਜ਼ਾरों बरस नरगिस अपनी बेनूरी पे रोती है, हजारों बरस नरगिस अपनी बेनूरी पे रोती है, बहुत मुश्किल से होता है चमन में दिदावर पैदा। ਇਹ ਚਮਨ ਜਿਹੜਾ ਇਸ ਵੇਲੇ ਆ ਨਾ, ਉਹ ਜਿਹੜਾ ਫੁੱਲਾਂ ਬੂਟਿਆਂ ਵਾਲਾ ਸੀਗਾ, ਉਹਦੇ ਵਿੱਚ ਹੁਣ ਉਹ ਦਿਦਾਵਰ ਆਉਣਾ, ਦਿਦਾਵਰ ਪੈਦਾ ਹੋਵੇ, ਹਾਂ ਫਿਰ ਚਮਨ ਬਾਗੋ ਬਾਗ ਹੋਊਗਾ। ਨਹੀਂ ਤੇ ਇਸ ਵੇਲੇ ਉਜੜਿਆ ਪਿਆ ਵਾ ਸਾਰਾ ਕੁਝ। ਜਿੱਧਰ ਵੇਖੋ ਉਧਰ ਹੀ ਤੁਸੀਂ ਦੇਖੋਗੇ ਕਿ ਰੁੱਖ ਬੂਟੇ ਜਿਹੜੇ ਆ ਉਹ ਹਿੱਲ ਰਹੇ ਆ, ਪੱਤੇ ਡਿੱਗ ਰਹੇ ਆ, ਹੈ ਨਾ, ਪਤਝੜ ਦਾ ਮੌਸਮ ਆ ਗਿਆ, ਬਹਾਰ ਨਹੀਂ ਆਈ। ਉਹ ਹੈ ਇਹ ਗੱਲ ਸਾਰੀ। ਬਿਲਕੁਲ ਅਲੱਗ-ਅਲੱਗ, ਮਤਲਬ ਹਰੇਕ ਦਾ ਆਪਣਾ ਸਿਨੈਰੀਓ ਹੈ ਜੀ। ਹੁਣ ਸਾਊਥ ਦੇ ਵਿੱਚ ਇੱਕ ਉੱਥੇ ਜਿਵੇਂ ਅਮੁਲ ਹੈ, ਉੱਥੇ ਵੀ ਇੱਕ ਹੈਗੀ ਹੈ ਨੰਦਿਨੀ, ਉਹਨਾਂ ਦਾ ਵੀ ਸਾਰਾ ਇਹੀ ਕੋਆਪਰੇਟਿਵ ਸੁਸਾਇਟੀ ਹੈ ਔਰ ਉਹ ਜਿਹੜੀ ਉੱਥੋਂ ਦੀ ਗਵਰਨਮੈਂਟ ਹੈ ਉਹਨਾਂ ਵੱਲੋਂ ਸਪਾਂਸਰਡ ਹੈ, ਉਹ ਗਵਰਨਮੈਂਟ ਦੀ ਹੋਈ ਹੈ।
ਹੁਣ ਉੱਥੇ ਅਮੁਲ ਵੀ ਜਾ ਰਹੀ ਹੈ, ਆ ਉਹਨੇ ਕੰਪੀਟੀਸ਼ਨ ਕ੍ਰੀਏਟ ਹੋ ਰਿਹਾ। ਹਾਂ ਉਹ ਕਹਿ ਰਹੇ ਨੇ ਕਿ ਇਹ ਕੰਪੀਟੀਸ਼ਨ ਕਿਉਂ ਕ੍ਰੀਏਟ ਹੋ ਰਿਹਾ, ਅਮੁਲ ਕਿਉਂ ਆ ਰਿਹਾ ਗੁਜਰਾਤ ਤੋਂ ਸਿੱਧਾ ਸਾਊਥ ਦੇ ਵਿੱਚ, ਉਹ ਆਪਣਾ ਬਿਜ਼ਨਸ ਕਰੇ। ਇੱਥੇ ਨੰਦਨੀ ਜਦੋਂ ਮੌਜੂਦ ਹੈ, ਗਵਰਨਮੈਂਟ ਵੱਲੋਂ ਸਪਾਂਸਰਡ ਹੈ, ਸਹੀ ਆਪਸ ਕੋਈ ਕੰਪੀਟੀਸ਼ਨ ਨਹੀਂ। ਉਹ ਕਹਿੰਦੇ ਨੇ ਇੱਥੇ ਕਿਉਂ ਆ ਰਿਹਾ, ਉਹ ਕਹਿੰਦੇ ਨੇ ਹਰ ਥਾਂ ਦੇ ਉੱਤੇ ਬਿਜ਼ਨਸ ਕਰ ਸਕਦੇ ਆ। ਹੁਣ ਇੱਕ ਅਲੱਗ ਟਸਲ ਪੈਦਾ ਹੋ ਗਈ। ਮਤਲਬ ਹਰ ਥਾਂ ਦੇ ਉੱਤੇ ਕੋਈ ਵੀ ਸੈਕਟਰ ਦੇਖ ਲਓ, ਆ ਉੱਥੇ ਖਿੱਚੂ ਤਾਨ, ਉੱਥੇ ਪ੍ਰੈਸ਼ਰ, ਝਮੇਲਾ। ਉਹਦੇ ਤੇ ਉਹੀ ਹੈ ਕਿ ਹਰ ਬੰਦੇ ਨੇ ਖਿੱਚਾਤਾਣੀ ਕਰ ਰਹੀ ਆ, ਔਰ ਹਰ ਗੱਲ ਦੇ ਵਿੱਚ, ਹਰ ਪੁਆਇੰਟ ਦੇ ਵਿੱਚ ਸਿਆਸਤ ਘੁੱਟੀ ਜਾਂਦੀ ਹੈ, ਸਿਆਸਤ ਹੀ ਆਉਂਦੀ ਹੈ। ਹਿਊਮੈਨਿਟੀ ਉੱਡ ਗਈ ਹੈ। ਹਿਊਮੈਨਿਟੀ ਨਹੀਂ ਕਿ ਜਾ ਰਿਹਾ ਦਾ ਭਲਾ ਹੋ ਜਾਂ ਇਹਦੇ ਤੇ ਕਿਉਂ ਅਸੀਂ ਤਸ਼ੱਦਦ ਕਰਦੇ ਹਾਂ, ਕਿਉਂ ਇਹਨੂੰ ਅਸੀਂ ਖਿੱਚਾਤਾਣੀ ਕਰਦੇ ਹਾਂ। ਇਹ ਵੀ ਵਸਨੀਕ ਆ ਦੇਸ਼ ਦਾ, ਜ਼ਰੂਰੀ ਨਹੀਂ ਕਿ ਨੇਤਾ ਹੀ ਹੋਵੇ। ਹਰ ਬੰਦੇ ਦਾ ਹਰ ਤਰ੍ਹਾਂ ਦਾ ਉਸੇ ਤਰ੍ਹਾਂ ਦਾ ਅਧਿਕਾਰ ਆ, ਉਹਨੇ ਵੀ ਜੀਣ ਦਾ ਹੱਕ ਆ, ਉਹਨੂੰ ਵੀ ਆਜ਼ਾਦੀ ਹੈ, ਮਾਨਣ ਦੀ ਹੱਕ ਆ। ਔਰ ਇਹ ਉਹ ਜਿੱਦਾਂ ਹੁਣ ਮੈਂ ਦੁੱਧ ਦੀ ਐਗਜ਼ਾਮਪਲ ਦਿੱਤੀ ਹੈ, ਨੰਦਨੀ ਉੱਥੇ ਕੰਪਨੀ, ਅਮੁਲ ਹੁਣ ਉੱਥੇ ਜਾ ਰਿਹਾ। ਹੁਣ ਸਿੰਪਲ ਗੱਲ ਇਹ ਹੈ ਕਿ ਜਿਹੜੇ ਮਾਹਿਰ ਨੇ ਉਹ ਕੋਈ ਗੱਲ ਇਹ ਮੰਨਦੇ ਨੇ ਕਿ ਉੱਥੇ ਹੁਣ ਕੰਮ ਚੱਲਦਾ ਤੇ ਪਿਆ, ਦੁੱਧ ਦਾ, ਲੋਕਾਂ ਨੂੰ ਦੁੱਧ ਮਿਲਦਾ, ਦਹੀਂ ਮਿਲਦੀ, ਘਿਓ ਮਿਲਦਾ, ਪਨੀਰ ਮਿਲਦਾ, ਸਭ ਕੁਝ ਮਿਲਦਾ ਪਿਆ। ਹੁਣ ਤੁਸੀਂ ਉੱਥੇ ਕੀ ਕਰਨ ਚੱਲੇ ਹੋ? ਤੁਸੀਂ ਉੱਥੇ ਜਾਓ ਜਿੱਥੇ ਇਹ ਚੀਜ਼ਾਂ ਨਹੀਂ ਮਿਲਦੀਆਂ ਪਈਆਂ, ਕਿਉਂਕਿ ਉੱਥੇ ਦੁੱਧ ਤਾਂ ਉਨਾ ਹੀ ਹੋਣਾ ਜਿੱਥੋਂ ਉਹਨਾਂ ਨੇ ਸਾਰਾ ਨੰਦਨੀ ਵਾਲਿਆਂ ਨੇ ਇਕੱਠਾ ਕਰਨਾ ਹੈ ਦੁੱਧੀਆਂ ਤੋਂ, ਜਾਂ ਜਿਨ੍ਹਾਂ ਨੇ ਡੰਗਰ ਪਾਲੇ ਨੇ ਡੇਅਰੀਆਂ ਤੋਂ, ਦੁੱਧ ਤਾਂ ਉਨਾ ਹੀ ਹੈ। ਤੁਸੀਂ ਕਿੱਥੋਂ ਲਿਆਓਗੇ ਦੁੱਧ ਉੱਥੇ ਜਾ ਕੇ? ਵਪਾਰ ਦੇ ਪਿੱਛੇ ਸਿਆਸਤ ਆ, ਉਹਨਾਂ ਨੂੰ ਬੁਲਾਉਣ ਵਾਲੇ ਕੋਈ ਹੋਰ ਨੇ, ਔਰ ਉਹਦੇ ਵਿੱਚੋਂ ਜਿਹੜਾ ਪੈਸਾ ਕਮਿਸ਼ਨ ਆ ਉਹ ਉਹਨਾਂ ਦਾ ਪੈਸਾ ਆ ਜਿਹੜੇ ਇਹਨਾਂ ਨੂੰ ਬੁਲਾ ਰਹੇ ਆ। ਕਿਉਂਕਿ ਅਮੁਲ ਜਿਹੜਾ ਹੈਗਾ ਬੜੀ ਪਾਵਰਫੁਲ ਤੇ ਔਰ ਬਹੁਤ ਪਪੂਲਰ ਜਿਹੜੀ ਇਹਨਾਂ ਦੀ ਨੰਬਰ 1 ਤੇ ਹੀ ਹੈ ਪੂਰੀ ਦੁਨੀਆ, ਭਾਰਤ ਦੇ ਵਿੱਚ ਨੰਬਰ 2 ਤੇ ਨੰਦਨੀ ਆਉਂਦੀ ਹੈ ਨੈਟਵਰਕ ਦੇ ਹਿਸਾਬ ਨਾਲ। ਔਰ ਨੰਦਨੀ ਦਾ ਮਾਡਲ ਉਹੀ ਹੈ ਬਿਜ਼ਨਸ ਦਾ ਜੋ ਅਮੁਲ ਦਾ ਬਿਜ਼ਨਸ ਦਾ ਮਾਡਲ। ਪਰ ਇਹਦੇ ਪਿੱਛੇ ਜੇ ਤੁਸੀਂ ਘੋਖ ਕੇ ਦੇਖੋ, ਪੜਤਾਲ ਕਰਕੇ ਵੇਖੋ, ਇਹਦੇ ਪਿੱਛੇ ਸਿਆਸੀ ਨੇਤਾ ਬੈਠੇ ਆ, ਉਹਨਾਂ ਦੇ ਹੈਗਾ ਉਹ ਨਿਕਲੇਗਾ। ਤੁਹਾਡਾ ਮੇਰਾ ਨਹੀਂ ਹੈਗਾ, ਇਹ ਉਹਨਾਂ ਦੇ ਬੰਦੇ, ਉਹਨਾਂ ਦਾ ਹੈਗਾ। ਇਹ ਸਿਰਫ ਮੱਝਾਂ ਨਹੀਂ ਪਾਲਦੇ ਤੇ ਪੱਠੇ ਨਹੀਂ ਪਾਉਂਦੇ ਤੇ ਨਾ ਇਹ ਲਾ ਕੇ ਖਲ ਬੜੇਵੇਂ ਪਾਉਂਦੇ ਆ, ਬਣਿਆ ਬਣਾਇਆ ਦੁੱਧ ਆਉਂਦਾ ਇਹਨਾਂ ਕੋਲ, ਟਰੱਕਾਂ ਦੇ ਟਰੱਕ ਆਉਂਦੇ, ਆਰਡਰ ਤੇ ਆਉਂਦੇ, ਸਾਰਾ ਕੁਝ ਰੈਂਕ ਰੂਮਾਂ 'ਚ ਬੈਠੇ ਡੇਅਰੀ ਚਲਾ ਰਹੇ। ਤੁਸੀਂ ਦੇਖੋ ਨਾ, ਹੁਣ ਮੰਨ ਲਓ ਉੱਥੇ 10 ਡੇਅਰੀਆਂ ਨੇ ਜਾਂ 20 ਡੇਅਰੀਆਂ ਨੇ, ਉਹ ਸਾਰੀਆਂ ਨੰਦਨੀ ਗਰੁੱਪ ਨੂੰ ਪਾਉਂਦੀਆਂ। ਸਹੀ ਗੱਲ। ਹੁਣ ਅਮੁਲ ਉੱਥੇ ਜਾਏਗਾ ਤੇ ਉਹ ਕਿੱਥੋਂ ਲੈ ਕੇ ਆਏਗਾ? ਹਾਂ, ਉਹ ਉਹਨਾਂ ਨੂੰ ਤੋੜੇਗਾ ਹੀ ਨਾ, ਤੋੜੇਗਾ, ਉਹਨਾਂ ਦਾ ਰੇਟ ਤੋੜੂਗਾ, ਰੇਟ ਤੋੜੇਗਾ, ਆਪਣੇ ਵੱਲ ਲੈ ਕੇ ਆਏਗਾ। ਤੁਹਾਨੂੰ ਪਤਾ ਹੁਣੇ ਦਾ ਰੇਟ ਵੀ ਵਧਿਆ, ਅਮੁਲ ਦੁੱਧ ਦਾ ਜਿਹੜਾ ਹੁਣੇ ਰੇਟ ਵਧਾਇਆ ਉਹਨਾਂ ਨੇ। ਕੌਣ ਵਧਾਉਂਦਾ ਇਹਦਾ? ਛੋਟੀਆਂ ਐਗਜ਼ਾਮਪਲਸ ਮਹਿੰਗੇ ਦਾ ਮਹਿੰਗਾ ਕਰੇ ਲੋਕਾਂ ਨੂੰ। ਇਹ ਹੁੰਦਾ ਪਿਆ ਇਹੋ ਹੀ ਪੀਣਾ ਦੁੱਧ, ਇਹੀ ਲੈਣਾ ਇਹ ਦੁੱਧ, ਬਾਕੀ ਦੁੱਧ ਜਿਹੜੇ ਆ ਉਹਨਾਂ ਨੂੰ ਡਾਊਨ ਕਰ ਦੇਣਾ ਇਹਨਾਂ ਨੇ। ਪਰ ਤੁਹਾਨੂੰ ਇਹ ਵੀ ਪਤਾ ਹੈਗਾ ਜੇ ਜੋ ਇਹਦੇ ਵਿੱਚ ਰੌਲਾ ਪੈ ਰਿਹਾ, ਕੈਮੀਕਲ ਪੈ ਰਿਹਾ, ਸਾਰਾ ਕੁਝ ਹੋ ਰਿਹਾ ਜਿੱਦਾਂ ਬਾਕੀ ਕੋਲਡ ਡਰਿੰਕਾਂ ਦੇ ਵਿੱਚ ਸੀਗਾ। ਹੁਣ ਜਦੋਂ ਵਿਗਿਆਨੀ ਜਦੋਂ ਪਤਾ ਕਰਦੇ ਆ, ਪੁੱਛ ਪੜਤਾਲ ਕਰਦੇ, ਇਹਦੇ ਵਿੱਚੋਂ ਕਈ ਕੁਝ ਨਿਕਲਦਾ ਹੈਗਾ। ਕਈ ਜਿਹੜੀਆਂ ਡੇਅਰੀਆਂ ਹੁਣ ਪੰਜਾਬ ਦੇ ਵਿੱਚ ਗੱਲ ਕਰਦੇ, ਆਪਾਂ ਪੰਜਾਬ 'ਚ ਬੈਠੇ ਹਾਂ, ਜਿਹੜੀਆਂ ਡੇਅਰੀਆਂ ਪਹਿਲੋਂ ਸੀਗੀਆਂ ਜਿਸ 'ਚ ਮੁਰਗੀ ਖਾਨੇ ਪਹਿਲੋਂ ਹੁੰਦੇ ਸੀਗੇ, ਹੁਣ ਉਹਨੇ ਨਹੀਂ ਹੈਗੇ। ਹੁਣ ਆਂਡਿਆਂ ਵਿੱਚ ਵੀ ਬਨਾਵਟੀ ਆ ਗਿਆ, ਦੁੱਧ ਦੇ ਵਿੱਚ ਵੀ ਕੈਮੀਕਲ ਆ ਗਿਆ, ਬੜਾ ਕੁਝ ਦੁੱਧ ਦੇ ਵਿੱਚ ਪਾ ਕੇ, ਜਿਸ ਦੇ ਦੁੱਧ ਨੂੰ ਵਾਲੋ ਉਹਦੀ ਆਵਾਜ਼ ਹੀ ਹੋਰ ਤਰ੍ਹਾਂ ਦੀ ਹੋ ਗਈ। ਨੈਚੁਰਲ ਜਿਹੜੇ ਦੁੱਧ ਸੀਗੇ ਮੱਝਾਂ ਦਾ, ਗਾਵਾਂ ਦਾ, ਹੁਣ ਉਹ ਨਹੀਂ ਮਿਲ ਰਿਹਾ ਤੇ ਰੇਟ ਦਿਨੋਂ ਦਿਨ ਵੱਧ ਰਿਹਾ। ਰੇਟ ਹੁਣ 60 ਤੋਂ ਉੱਪਰ ਚਲੇ ਗਿਆ। ਇਸ ਤਰ੍ਹਾਂ ਹੀ ਇਹ ਅਮੁਲ ਦੁੱਧ ਦਾ ਹੈਗਾ, ਇਸੇ ਤਰ੍ਹਾਂ ਵੇਰਕਾ ਦੁੱਧ ਦਾ ਹੈਗਾ। ਕਈ ਦੁੱਧ, ਜੇ ਆਪਾਂ ਦੁੱਧ ਦੀ ਗੱਲ ਕਰੀਏ, ਕੀ ਜਵਾਨ ਹੋਣਾ ਬੱਚਿਆਂ ਨੇ, ਕਿੰਨੇ ਕੁ ਤਾਕਤਵਰ ਬਣ ਜਾਣਗੇ, ਕਿੰਨੇ ਕੁ ਜੋਸ਼ੀਲੇ ਬਣ ਜਾਣਗੇ। ਦੁੱਧ ਦੇ ਨਾਲ ਹੀ ਬਣਦੇ ਪ੍ਰੋਡਕਟ। ਜੇ ਉਹਦੇ 'ਚ ਕੈਮੀਕਲ ਪੈਣ ਲੱਗ ਪਏ ਤਾਂ ਉਹਦੇ ਵਿੱਚ ਬਿਮਾਰ ਹੀ ਹੋਣਗੇ, ਤੰਦਰੁਸਤ ਨਹੀਂ ਰਹਿ ਸਕਦੇ ਬੰਦੇ। ਇਹ ਗੱਲ ਹੈ। ਹਾਂ, ਹੁਣ ਦੇਸ਼ ਤੰਦਰੁਸਤ ਕਰਨਾ ਹੈ, ਸੂਬਾ ਤੰਦਰੁਸਤ ਕਰਨਾ। ਪੰਜਾਬ ਦੇ ਵਿੱਚ ਜ਼ਿਮਨੀ ਚੋਣਾਂ ਹੋਣ ਲੱਗੀਆਂ ਨੇ, ਜ਼ਰੂਰ ਉਹਦੇ ਬਾਰੇ ਦੱਸੋ ਕੀ ਸਾਰਾ ਇਹ ਬਣਦਾ ਪਿਆ ਜੰਤਰ ਮੰਤਰ, ਇੱਥੋਂ ਦਾ ਸਾਰਾ ਕੈਮਿਸਟਰੀ ਕੀ ਬਣਦੀ ਪਈ ਹੈ? ਬਿਲਕੁਲ। ਜਲੰਧਰ ਦੇ ਅੰਦਰ ਜ਼ਿਮਨੀ ਚੋਣਾਂ ਨੂੰ ਲੈ ਕੇ ਕਿਹੜੀ ਪਾਰਟੀ ਕਿੰਨੀ ਸਰਗਰਮ ਹੈ, ਕਿਉਂਕਿ ਦੰਗਲ ਪੱਕਿਆ ਹੋਇਆ ਪੂਰਾ। ਰੀਸੈਂਟਲੀ ਹੁਣੇ ਜਿਹੜੀ ਆਪ ਸਰਕਾਰ ਹੈ, ਭਗਵੰਤ ਮਾਨ ਸਰਕਾਰ, ਇਹਨਾਂ ਨੇ ਕਰਤਾਰਪੁਰ ਵਿੱਚ ਜਾ ਕੇ ਉੱਥੇ ਰੈਲੀ ਕੀਤੀ ਸੀ। ਉਹਦੇ ਵਿੱਚ ਹੀ ਸੁਸ਼ੀਲ ਰਿੰਕੂ ਜੀ ਉਹਨਾਂ ਨੇ ਨੋਮੀਨੇਟ ਕਰ ਦਿੱਤਾ ਸੀਗਾ ਕਿ ਇਹ ਹੈ ਸਾਡੇ ਕੈਂਡੀਡੇਟ। ਔਰ ਉਹਦੇ ਵਿੱਚ ਜਿਹੜੀ ਕਾਂਗਰਸ ਆ, ਉਹਨੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹਨਾਂ ਨੂੰ ਕੋਈ ਬੰਦਾ ਹੀ ਨਹੀਂ ਮਿਲਿਆ। 92 ਇਹਨਾਂ ਕੋਲ ਆਪਣੇ ਸੀਗਾ, ਤਾਂ ਹੁਣ ਜਦੋਂ ਜ਼ਿਮਨੀ ਚੋਣਾਂ ਆ ਗਈਆਂ ਤਾਂ ਇਹਨਾਂ ਸਾਡਾ ਬੰਦਾ ਖੋਹ ਲਿਆ। ਪਰ ਉਹਨਾਂ ਨੂੰ ਵੀ ਚਾਹੀਦਾ ਹੈਗਾ ਕਿ ਛੜੱਪਾ ਮਾਰਨਾ ਦੂਜੇ ਪਾਰਟੀ ਦੇ ਵਿੱਚ, ਇਹ ਵੀ ਕੋਈ ਬਹੁਤੀ ਜਿਹੜੀ ਹੈਗੀ ਆ ਕਾਨੂੰਨ ਕਾਇਦੇ ਵਾਲੀ ਗੱਲ ਨਹੀਂ ਹੈਗੀ। ਇਹ ਵੀ ਉਹੀ ਗੱਲ ਨਹੀਂ ਹੈ। ਹਾਂ, ਇਹਦੇ ਵਿੱਚ ਇਹੋ ਹੀ ਹੈਗਾ ਕਿ ਰਾਜਨੀਤਿਕ ਪਾਰਟੀਆਂ ਦੇ ਜੇ ਨੇਤਾ ਨੇ ਉਹ ਵੀ ਇਹਦੇ ਝੁਕਦਾ ਛਾਪਾ। ਇਹ ਵੇਲੇ ਉਹਨਾਂ ਨੂੰ ਪਤਾ ਆਪ ਹੈਗੀ। ਪਹਿਲੋਂ ਉਹਨਾਂ ਨੂੰ ਕਿਉਂ ਨਹੀਂ ਸੀ ਪਤਾ ਵੀ ਅਸੀਂ ਸਾਡੇ ਇਹਦੇ ਵਿੱਚ ਚੱਲ ਜੀ, ਕਿਉਂਕਿ ਆਪ ਇਸ ਵੇਲੇ ਰੂਲਿੰਗ ਪਾਰਟੀ ਆ। ਅਤੇ ਰਹੀ ਗੱਲ ਜਿਹੜੇ ਬਾਕੀ ਕੈਂਡੀਡੇਟ ਸੀਗੇ, ਸੁਖਬੀਰ ਬਾਦਲ ਅਕਾਲੀ ਦਲ ਜਿਹੜਾ ਇਹਨਾਂ ਦਾ ਨੇਤਾ ਨੇ ਉਹਨਾਂ ਦੇ, ਉਹਦੇ ਵਿੱਚ ਵੀ ਇਹਨਾਂ ਨੇ ਸੁਖਵਿੰਦਰ ਕੁਮਾਰ ਨੂੰ ਬੰਗੇ ਤੋਂ ਵਿਧਾਇਕ ਸੀ, ਉਹਨੂੰ ਨੋਮੀਨੇਟ ਕਰ ਦਿੱਤਾ। BSP ਔਰ ਇਹਨਾਂ ਦਾ ਦੋਨਾਂ ਦਾ ਮਿਲ ਕੇ ਗੱਠਜੋੜ ਹੈਗਾ, ਔਰ ਇਹਨਾਂ ਨੇ ਸਾਂਝੇ ਤੌਰ 'ਤੇ ਆਪਣਾ ਉਮੀਦਵਾਰ ਅਨਾਉਂਸ ਕਰਤਾ। ਅਤੇ ਉੱਧਰੋਂ ਸਿਮਰਨਜੀਤ ਮਾਨ ਜੀ ਨੇ ਵੀ ਆਪਣਾ ਕਰ ਦਿੱਤਾ ਅਨਾਉਂਸ, ਔਰ ਉਹਨਾਂ ਦਾ ਕੈਂਡੀਡੇਟ ਵੀ ਆ ਰਿਹਾ, ਔਰ ਉਹ ਅੰਮ੍ਰਿਤਸਰ ਅਕਾਲੀ ਦਲ ਹੈਗਾ। ਔਰ ਆਪ ਦਾ ਅਨਾਉਂਸ ਹੋ ਗਿਆ। ਕਾਂਗਰਸ ਦਾ ਤਾਂ ਉਦੋਂ ਹੀ ਕਰ ਗਏ ਸੀ ਰਾਹੁਲ ਗਾਂਧੀ ਜੀ। ਤੁਹਾਨੂੰ ਪਤਾ ਕਿ ਜਦੋਂ ਕਿ ਉਹ ਆਪ ਸੰਤੋਖ ਚੌਧਰੀ ਜੀ ਡਿੱਗੇ ਸੀ, ਉਹਨਾਂ ਨੂੰ ਦੌਰਾ ਪੈ ਗਿਆ ਸੀ ਦਿਲ ਦਾ, ਉਹਨਾਂ ਦੀ ਮੌਤ ਹੋ ਗਈ ਸੀ। ਫਿਰ ਉਹਨਾਂ ਦੀ ਵਾਈਫ ਦਾ ਨਾਂ ਉਹਨਾਂ ਨੇ ਕਰਤਾ ਕਰਮਜੀਤ ਚੌਧਰੀ, ਉਹ ਕਾਂਗਰਸ ਵੱਲੋਂ। ਹੁਣ ਆਲਮੋਸਟ ਵੈਸੇ ਸਾਰੇ ਜਿਹੜੇ ਆ ਉਮੀਦਵਾਰ ਫਾਈਨਲ ਹੋ ਗਏ ਆ।
ਤਾਂ ਹੁਣ ਇਸ ਵੇਲੇ ਚੋਣ ਮੈਦਾਨ ਪੂਰਾ ਭੱਗ ਗਿਆ। ਇਸ ਵੇਲੇ ਹੁਣ ਰੈਲੀਆਂ ਵੀ ਹੋ ਰਹੀਆਂ ਔਰ ਜਿਹ 'ਚ ਜਿਹੜੀ ਸਰਕਾਰ ਆ, ਜਿਹੜੇ ਜਿੱਥੇ ਵੀ DC ਸਾਹਿਬ ਨੇ ਬੈਠੇ ਜ਼ਿਲ੍ਹੇ ਦੇ, ਉਹਨਾਂ ਨੇ ਵੀ ਇਸ ਵੇਲੇ ਪੂਰੇ ਤਰ੍ਹਾਂ ਦਾ ਪ੍ਰਬੰਧ ਕਰ ਦਿੱਤਾ ਕਿ ਇਸ ਵੇਲੇ ਜਿਹੜੀ ਆ ਉਹਨਾਂ ਦਾ ਪ੍ਰਚਾਰ ਹੋਣਾ। ਪ੍ਰਚਾਰ ਦੇ ਵਿੱਚ ਉਹਨਾਂ ਨੇ ਆਪਣੇ ਹੋਲਡਿੰਗ ਲਾਉਣੀ ਆ, ਬੜਾ ਕੁਝ ਕਰਨਾ ਵਾ। ਅਤੇ ਇਸ ਵੇਲੇ ਸਾਰੇ ਪੰਜਾਬ ਦਾ ਧਿਆਨ ਇੱਥੇ ਹੀ ਆ, ਜਲੰਧਰ 'ਤੇ, ਕਿਉਂਕਿ ਇੱਕ ਇਲੈਕਸ਼ਨ ਹੀ ਹੈਗਾ। ਪਰ ਜਿਹੜਾ ਖੰਨਾ ਜੀ ਇਹ ਜਿੱਤ ਗਿਆ, ਇਸ ਇਲੈਕਸ਼ਨ ਤੋਂ ਉੱਪਰ ਚਲੇ ਗਿਆ, ਇਹਦਾ ਸੰਕੇਤ ਹੋਊਗਾ ਕਿ ਆਉਣ ਵਾਲੀਆਂ 2024 ਦੀਆਂ ਇਲੈਕਸ਼ਨ ਦੇ ਵਿੱਚ ਕਿਹੜੀ ਪਾਰਟੀ ਭਾਰੂ ਹੋ ਸਕਦੀ ਹੈ, ਕਿਹੜੀ ਜੇਤੂ ਹੋ ਸਕਦੀ ਹੈ, ਕਿ ਕਿੱਧਰ ਰੁਖ ਹੋ ਸਕਦਾ ਇਸ ਤਰੀਕੇ ਨਾਲ। ਕਿਉਂਕਿ ਇਸ ਵੇਲੇ ਪੰਜਾਬ ਦੀ ਸਾਰੇ ਦੀਆਂ ਨਜ਼ਰਾਂ ਇੱਥੇ ਹੈ ਔਰ ਉਹਦੇ ਵਿੱਚ ਨੇਤਾ ਵੀ ਇੱਥੇ ਇਕੱਠੇ ਹੋ ਗਏ ਆ, ਕੈਂਡੀਡੇਟ ਵੀ ਇਕੱਠੇ ਹੋ ਗਏ ਆ ਔਰ ਆਪ ਨੇ ਤਾਂ ਐਤਕੀ ਬੜਾ ਵੱਡਾ ਚਮਤਕਾਰ ਹੀ ਕਰਤਾ ਕਿ ਬੰਦਾ ਇਹ ਕਾਂਗਰਸ ਤੋਂ ਕੱਢ ਕੇ ਕੈਂਡੀਡੇਟ ਦੇ ਆਪਣੇ ਵਾਲੇ ਪਾਸੇ ਲੈਤਾ। ਬੇਸਿਕਲੀ ਉਹ ਵਿਧਾਇਕ ਰਹੇ ਇੱਥੇ, ਉਦੋਂ ਬਾਅਦ ਹੁਣ ਉਹ MP ਬਣਨਾ ਉਹਨਾਂ ਨੇ। ਹੁਣ ਵੇਖੋ ਲੋਕ ਕਿਸ ਨਜ਼ਰ ਨਾਲ ਵੇਖਦੇ ਔਰ ਕੀ ਕੁਛ ਹੁੰਦਾ ਵਾ। ਔਰ ਇਹ ਮੈਨੂੰ ਲੱਗਦਾ ਉਹਨਾਂ ਦਾ ਭਗਵੰਤ ਮਾਨ ਨੇ ਕਹਿਤਾ ਕਿ ਸਾਡੀ ਜਿੱਤ ਬਿਲਕੁਲ ਅਟੱਲ ਆ, ਅਸੀਂ ਜਿੱਤਾਂਗੇ। ਸਾਡਾ ਕੈਂਡੀਡੇਟ ਬੜਾ ਭਰਪੂਰ ਲੋਕਾਂ ਨਾਲ ਮੇਲ ਜੋਲ ਇਹਦਾ, ਇਹਨੇ ਕੰਮ ਕੀਤੇ ਜਲੰਧਰ ਦੇ। ਹੁਣ ਦੇਖੋ ਕੋਈ ਕੰਮ ਬੋਲਦੇ ਆ ਕਿ ਬੰਦਾ ਬੋਲਦਾ ਜਾਂ ਪਾਰਟੀ ਬੋਲਦੀ ਹੈ, ਕੌਣ ਬੋਲਦਾ ਇਹਦੇ 'ਚ? ਇਹ ਦੇਖਣ ਵਾਲੀ ਗੱਲ ਹੋਏਗੀ ਕਿ ਕੌਣ ਬੋਲਦਾ ਹੈ, ਕੌਣ ਲੋਕੀ ਕਦੋਂ ਜਿੱਤਣਗੇ, ਪੰਜਾਬ ਦੇ ਲੋਕ ਕਦੋਂ ਜਿੱਤਣਗੇ, ਇਸ ਮਸਲਾ ਇਹ ਹੈ। ਸਹੀ ਗੱਲ ਹੈ, ਲੋਕ ਤਾਂ ਫਿਰ ਜਿੱਤਣਗੇ ਹੀ, ਜਿਤਾਉਣਾ ਲੋਕਾਂ ਨੇ ਹੀ। ਸੋ ਆਪਾਂ ਅੱਗੇ ਚੱਲਦੇ ਹਾਂ। ਜ਼ਰੂਰ। ਭ੍ਰਿਸ਼ਟਾਚਾਰ ਦਾ ਮਾਮਲਾ ਹੈ, ਹਾਂ, ਤੇ ਚੰਨੀ ਸਾਹਿਬ ਨੂੰ ਹੁਣ ਪੁੱਛਗਿੱਛ ਕਰਨ ਵਾਸਤੇ ਸ਼ੁਰੂ ਹੋ ਗਏ ਨੇ ਵਿਜੀਲੈਂਸ ਵਾਲੇ। ਹੁਣ ਉਹਨਾਂ ਦੇ ਦੁਆਲੇ ਹੋਣੇ, ਉਹਨਾਂ ਨਾਲ ਕੁਐਸਚਨ ਆਨਸਰਸ ਹੋਣੇ ਨੇ। ਹਾਂ, ਸੋ ਦੇਖੋ ਕੀ ਬਣਦਾ, ਕਿਉਂਕਿ ਉਹਨਾਂ ਉੱਤੇ ਵੀ ਕਾਫੀ ਜ਼ਿਆਦਾ ਇਲਜ਼ਾਮ ਲੱਗੇ ਹੋਏ ਨੇ। ਸਮਨਸ ਵੀ ਹੋਏ ਸੀ, ਬਾਹਰ ਗਏ ਹੋਏ ਸੀਗੇ, ਫਿਰ ਆ ਗਏ ਨੇ, ਹੁਣ ਸਮਨ ਵੀ ਸਰਵ ਹੋ ਗਏ ਨੇ। ਹੁਣ ਦੇਖੋ ਕੀ ਬਣਦਾ। ਹਾਂ, ਰੀਸੈਂਟਲੀ ਇਹ ਅਮਰੀਕਾ ਗਏ ਸੀ, ਉੱਥੇ PhD ਸ਼ੁਰੂ ਕੀਤੀ ਸੀ। ਇਹਨਾਂ ਦੇ ਥੀਸਿਸ ਸੀਗੇ ਉੱਥੇ ਸਬਮਿਟ ਕਰਨੇ ਕਿਸੇ ਯੂਨੀਵਰਸਿਟੀ ਨੂੰ। ਔਰ ਉਦੋਂ ਭਗਵੰਤ ਮਾਨ ਨੇ ਅਨਾਉਂਸ ਕਰਤਾ ਸੀਗਾ ਕਿ ਵਿਜੀਲੈਂਸ ਦੀ ਰਿਪੋਰਟ ਵਿਜੀਲੈਂਸ ਨਹੀਂ ਦੇਣ ਜਾਣਾ ਚਾਹ ਰਹੀ ਇਹਨਾਂ ਨੂੰ ਔਰ ਇਹਨਾਂ ਨੂੰ ਨਹੀਂ ਜਾਣਾ ਚਾਹੀਦਾ। ਉਦੋਂ ਇਹਨਾਂ ਨੇ ਆਪਣਾ ਪਾਸਪੋਰਟ 'ਤੇ ਰੱਖ ਲਿਆ ਸੀ ਕਿ ਇਹਨਾਂ ਨੇ ਕਿਹਾ ਕਿ ਮੈਂ ਇਸ ਤੋਂ ਬਾਅਦ ਜਵਾਬ ਦਊਂਗਾ ਕਿ ਮੈਂ ਕਿੱਥੇ ਖੜ੍ਹਾਂ ਔਰ ਵਿਜੀਲੈਂਸ ਕਿੱਥੇ ਖੜੀ ਆ। ਔਰ ਤੁਹਾਨੂੰ ਪਤਾ ਵਿਜੀਲੈਂਸ ਜਿਹੜੀ ਆ ਰਿਪੋਰਟ ਮੰਗਦੀ ਆ ਔਰ ਉਹਦੇ ਪਿੱਛੇ ਲੱਗੀ ਰਹੀ। ਹੁਣ ਇਹਨਾਂ ਨੂੰ ਬੁਲਾਇਆ ਸੀਗਾ ਅੱਜ ਦੇ ਦਿਨ, ਪਰ ਇਹਨਾਂ ਨੇ ਕੋਈ ਅੱਗੇ ਦੱਸਤਾ ਕਿ ਮੈਨੂੰ ਬਹੁਤ ਜ਼ਰੂਰੀ ਕੰਮ ਆ, ਮੈਂ ਨਹੀਂ ਆ ਸਕਦਾ। ਹੁਣ 20 ਤਰੀਕ ਮੁਕਰਰ ਹੋ ਗਈ ਆ ਔਰ ਉਦੋਂ ਪਹਿਲਾਂ ਕੁਐਸਚਨ ਬਣ ਚੁੱਕੇ ਆ 1 ਘੰਟੇ ਦੇ, ਜਿਹੜੇ ਉੱਥੇ SSP ਨੇ ਜਿਨ੍ਹਾਂ ਨੇ ਇਹਨਾਂ ਕੋਲ ਸਵਾਲ ਪੁੱਛਣੇ ਆ। ਔਰ ਇਹਨਾਂ 'ਤੇ ਵੱਡਾ ਦੋਸ਼ ਹੈਗਾ ਕਿ ਇਹਨਾਂ ਨੇ ਆਪਣੀ ਜਿਹੜੀ ਨੌਕਰੀ ਆ ਜਾਂ ਜਿੱਥੇ ਰਹੇ ਨੇ ਪੋਲੀਟਿਕਸ 'ਚ, ਆਪਣੀ ਆਮਦਨ ਤੋਂ ਵੱਧ ਦੀ ਜਾਇਦਾਦ ਬਣਾ ਲਈ ਆ। ਔਰ ਇਹਨਾਂ 'ਤੇ ਜਿਹੜੇ ਬਲੇਮ ਲੱਗੇ ਉਹ ਅਨੰਦਪੁਰ ਸਾਹਿਬ ਤੋਂ, ਰੋਪੜ ਤੋਂ ਔਰ ਬਾਕੀ ਜਿਹੜਾ ਏਰੀਆ ਸਾਰਾ ਹੀ ਉਹਦੇ 'ਚ ਖਨਨ ਰੇਤਾ ਦਾ, ਉਹ ਇਹਨਾਂ ਨੇ ਆਪ ਵੇਚੇ ਆ। ਉਹਦੇ ਵਿੱਚ ਇੱਕ ਇਹਨਾਂ ਦਾ ਭਾਣਜਾ ਸੀ, ਉਹਦੇ 'ਤੇ ਵੀ ਬੜੇ ਕੇਸ ਲੱਗੇ ਆ। ਉਹ ਇਸੇ ਰੇਤਾ ਦਾ, ਉਹਦੇ ਘਰੋਂ ਬਹੁਤ ਕਰੋੜਾਂ ਰੁਪਇਆ ਫੜਿਆ ਗਿਆ ਔਰ ਉਹ ਸਾਰੇ ਦਾ ਸਾਰਾ ਪਲੰਦਾ ਬਣਾ ਕੇ ਵਿਜੀਲੈਂਸ ਨੇ ਤਿਆਰ ਰੱਖਿਆ। ਹੁਣ ਵੇਖੋ ਉਹਦੇ ਬਾਅਦ ਕਿਸ ਪਾਤ ਤੁਲਦੀ ਆ। ਇਹਨਾਂ ਕਿਹਾ ਸੀ ਚੰਨੀ ਜੀ ਨੇ ਕਿ ਜੇ ਮੇਰੇ 'ਤੇ ਕੋਈ ਕੁਝ ਕੀਤਾ ਜਾਂ ਮੈਂ ਇਹਦੇ 'ਤੇ ਕੁਝ ਦੋਸ਼ ਮੜਿਆ ਗਿਆ ਮੇਰਾ, ਆਉਣ ਵਾਲੇ ਸਮੇਂ 'ਚ ਫਿਰ ਮੈਂ ਇਹਨਾਂ 'ਤੇ ਸਾਰਾ ਕੁਝ ਉਸੇ ਤਰ੍ਹਾਂ ਦਾ ਬਦਲਾ ਲਊਂਗਾ। ਔਰ ਇਹ ਬਦਲਾ ਲਊ ਨੀਤੀ ਚੱਲਦੀ ਆ ਪੰਜਾਬ ਦੇ ਵਿਕਾਸ ਬਾਰੇ, ਤੇ ਮੇਰਾ ਖਿਆਲ ਇਹਨਾਂ ਦਾ ਘੱਟ ਹੀ ਖਿਆਲ ਹੋਣਾ। ਅੱਜ ਆਪ ਹੈਗੀ ਆ, ਇਹ ਉਹਨਾਂ ਨੂੰ ਨਿਚੋੜੀ ਜਾਂਦੀ ਆ, ਇਹ ਉਹਨਾਂ 'ਤੇ ਸਾਰਾ ਚਿੰਤਾ ਦਾ ਕੰਮ ਕਰੀ ਜਾਂਦੀ ਆ ਔਰ ਉਹਨਾਂ 'ਤੇ ਦੋਸ਼ ਮੜੀ ਜਾਂਦੀ ਆ। ਜਦੋਂ ਇਹ ਆ ਗਏ ਉਦੋਂ ਬਾਅਦ ਪਲਟਵਾਰ ਹੋ ਜਾਣਾ ਇਹਨਾਂ 'ਤੇ ਬਰਾਬਰ ਦਾ। ਫਿਰ ਇਹ ਆਪਣੇ ਮਾਨ ਹੋ ਰਹੀ ਅਤੇ ਇਹਨਾਂ ਦੇ ਮੰਤਰੀ ਉਹ ਭੁਗਤਣਗੇ। ਇਸ ਵੇਲੇ ਤਾਂ ਨਹੀਂ ਪਤਾ ਵਿਜੀਲੈਂਸ ਨੂੰ ਕਿ ਇਹ ਕੀ ਕਰ ਰਿਹਾ। ਇਸ ਵੇਲੇ ਨਹੀਂ ਪਤਾ ਹੈਗਾ ਕਿ ਕਿੱਥੋਂ ਪੈਸਾ ਕਿੱਧਰ ਜਾ ਰਿਹਾ। 2 ਮੰਤਰੀ ਇਹਨਾਂ ਦੇ ਵੀ ਫੜੇ ਗਏ ਔਰ ਉਹਦੇ ਵਿੱਚ ਪਹਿਲੋਂ ਜਿਹੜੇ ਮੰਤਰੀ ਫੜੇ ਗਏ ਉਹਦੇ 'ਚ ਆਪਣੇ ਧਰਮਸੋਤ ਜਿਹੜੇ ਸੀ, ਉਹਨਾਂ 'ਤੇ ਕੇਸ ਬੜੀ ਦੇਰ ਦਾ ਚੱਲਦਾ ਸੀਗਾ। ਉਹ 'ਚ ਹੈਰਾਨੀ ਦੀ ਗੱਲ ਇਹ ਸੀ ਕਿ ਉਹ ਜੰਗਲਾਤ ਮੰਤਰੀ ਗਏ ਅਤੇ ਉਹਨਾਂ ਦੇ ਮੁੱਖ ਮੰਤਰੀ ਸੀਗੇ ਕੈਪਟਨ ਅਮਰਿੰਦਰ ਸਿੰਘ, ਔਰ ਉਹਨਾਂ ਨੇ ਕਲੀਨ ਚਿੱਟ ਹੀ ਦਿੱਤੀ ਉਹਨਾਂ ਨੂੰ ਕਿ ਇਹ ਬਿਲਕੁਲ ਇਹਨਾਂ ਦਾ ਕੋਈ ਕੰਮ ਨਹੀਂ। ਉਹਨਾਂ 'ਤੇ ਸਟਾਈਫੰਡ ਦਾ ਇੱਕ ਦੋਸ਼ ਲੱਗਾ ਕਿ ਜਿਹੜਾ ਪੈਸਾ ਆ ਰਿਹਾ ਉਹ ਸਰਕਾਰ ਕੋਲ ਪੈਸਾ ਹੁੰਦਾ, ਫਿਰ ਉਹਨਾਂ ਨੇ ਕਾਲਜਸ ਨੂੰ ਭੇਜਣਾ ਹੁੰਦਾ, ਯੂਨੀਵਰਸਿਟੀ ਨੂੰ ਕਰਾਉਣਾ ਹੁੰਦਾ, ਜਿਹੜੇ ਬੱਚੇ ਗਰੀਬ ਨੇ ਉਹਨਾਂ ਦਾ। ਉਹ ਪੈਸਾ ਉਦੋਂ ਨਹੀਂ ਚੱਲਿਆ ਇਹਨਾਂ ਦਾ। ਉਹਨਾਂ ਨੇ ਕਿਹਾ ਵੀ ਕੋਈ ਨਾ ਕਲੀਨ ਚਿੱਟ ਹੈਗੀ ਆ, ਮੁੜ ਕੇ ਉਹ ਫਿਰ ਦੁਬਾਰਾ ਨਵੇਂ ਸਿਰੋਂ ਆ ਗਿਆ। ਇੱਕ ਪਾਸੇ ਜੰਗਲਾਤ ਮੰਤਰੀ ਉਹ ਰੁੱਖ ਹੀ ਵੇਚਦੇ ਸਾਰੇ, ਉਹਦਾ ਕਮਿਸ਼ਨ ਆ ਗਿਆ। ਕਈ ਘੁਟਾਲੇ ਹੋ ਕੇ ਅੱਜ ਕੱਲ੍ਹ ਅੰਦਰ ਆਓ। ਹੁਣ ਉਹ ਤੋਂ ਬਾਅਦ ਇਹਨਾਂ ਦੇ ਹੋਰ ਬਾਕੀ ਮੰਤਰੀ ਵੀ ਜਿਹੜੇ ਹੈਗੇ ਆ, ਇੱਕ ਤਾਂ ਜਿਹੜਾ ਉਹਨਾਂ ਦਾ ਆਫਿਸਰ ਸੀ ਉਹ ਤਾਂ ਭੱਜ ਗਿਆ ਕੈਨੇਡਾ। ਹੁਣ ਇਹਦੇ ਵਿੱਚ ਇਹ ਖੋਆਮਈ ਦਾ ਮਾਮਲਾ ਹੈਗਾ, ਇਹਦੇ ਵਿੱਚ ਕੋਈ ਦੂਜਾ ਮਾਮਲਾ ਨਹੀਂ ਗਾ ਵੀ ਇਹਨਾਂ ਨੂੰ ਪਤਾ ਨਹੀਂ ਗਾ ਵਿਕਾਸ ਕੀ ਆ, ਲੋਕ ਕੀ ਆ, ਪਬਲਿਕ ਕੀ ਆ, ਉਹਨਾਂ ਦਾ ਜਿਹੜਾ ਅਸੀਂ ਵੈਲਫੇਅਰ ਕਰਨੀ ਉਹ ਕਿੱਥੇ ਗਈ। ਇਹ ਡਾਂਗ ਸੁੱਟਾ ਆਪਣਾ ਹੀ ਹੁੰਦਾ ਇਹਨਾਂ ਦੋਵਾਂ ਦਾ, ਹੈ ਕਿ ਨਹੀਂ। ਉਹ ਹੁਣ ਆਉਂਦੇ ਵੀ ਤੁਸੀਂ ਆਇਓ, ਉਹ ਗੱਡਾ ਗਡੋਰੀਆ ਕਿੰਨਾ ਵੀ ਭਾਰ, ਇੱਕ ਮੁੱਕੀ ਚੁੱਕ ਲਾ ਦੂਜੀ ਨੂੰ ਤਿਆਰ, ਅਸੀਂ ਫਿਰ ਅਸੀਂ ਰੱਖ ਦਾਂਗੇ ਤੁਹਾਡੇ ਸਿਰ ਤੇ। ਹਾਸਾ ਹੁੰਦਾ ਕਈ ਵਾਰ ਤੇ ਇਹ ਚੱਲਦਾ ਕੀ ਪਿਆ, ਸਹੀ ਗੱਲ, ਕੀ ਸਿਆਸਤ ਹੈ ਕਿ ਕਾਮੇਡੀ ਸ਼ੋਅ ਚੱਲਦਾ। ਸਹੀ ਗੱਲ, ਸਹੀ ਗੱਲ। ਮਤਲਬ ਕੋਈ ਐਥਿਕਸ ਨਹੀਂ। ਹਰ ਬੰਦਾ ਬਿਲੋ ਬੈਲਟ ਖੇਡਣ ਲੱਗਾ ਹੋਇਆ। ਕੋਈ ਹੈ ਜਿਹੜਾ ਨਹੀਂ ਖੇਡਦਾ ਬਿਲੋ ਬੈਲਟ, ਐਥਿਕਸ ਦੀ ਗੱਲ ਕਰਦਾ, ਉਹਦੀ ਉਂਝ ਬੁੱਕਤ ਨਹੀਂ।
ਇਹ ਤਿੰਨੇ ਚਾਰ ਪਾਰਟੀਆਂ ਪ੍ਰੋਮੀਨੈਂਟ ਜਿਹੜੀ ਪਾਰਟੀਆਂ ਇਹਨਾਂ 'ਚ ਇਹ ਹੱਥ ਕੱਢ ਕੇ ਕੱਢ ਦੇਣ ਕਿ ਵੀ ਅਸੀਂ ਬੜੇ ਦੁੱਧ ਨਹਾਤੇ ਹਾਂ ਤੇ ਸਾਰੀਆਂ ਪਾਰਟੀਆਂ 'ਚ ਜਦੋਂ ਇਹਨਾਂ ਦੇ ਕੇਸ ਹੁੰਦਾ ਸਾਰਾ ਕੁਝ ਬਲੇਮ ਮੜਿਆ ਜਾਂਦਾ, ਸਾਰੀਆਂ ਧਾਰਾਂ ਲੱਗ ਜਾਂਦੀਆਂ ਔਰ ਉਹਦੇ ਵਿੱਚ ਸਬੂਤ ਪੇਸ਼ ਹੋ ਜਾਂਦੇ ਹੈ ਕਿ ਨਹੀਂ। ਪਰ ਇੱਕ ਗੱਲ ਹੈਰਾਨੀ ਦੀ ਹੈ ਕਿ ਵਿਜੀਲੈਂਸ ਹੁਣ ਵੀ ਹੈ, CID ਹੁਣ ਵੀ ਹੈਗੀ ਆ, ਹੈ ਨਾ। ਉਹ 'ਚ ਜਿੰਨੀਆਂ ਵੀ ਏਜੰਸੀਆਂ, ਜਾਂਚ ਏਜੰਸੀਆਂ, ਉਹ ਹੁਣ ਤਾਂ ਕੁਝ ਨਹੀਂ ਕਰਦੀਆਂ। ਉਹਨਾਂ ਨੇ ਉਦੋਂ ਕਰਨਾ ਜਦੋਂ ਉਹਨਾਂ ਦੇ ਹੱਥ 'ਚੋਂ ਵਾਗਡੋਰ ਨਿਕਲ ਗਈ ਤਾਕਤ ਦੀ, ਜਦੋਂ ਵਿਹਲੇ ਹੋ ਗਏ। ਜਾਂਚ ਏਜੰਸੀਆਂ ਦੇ ਉੱਤੇ ਵੀ ਤਾਂ ਪੋਲੀਟੀਕਲ ਪ੍ਰੈਸ਼ਰਸ ਸਹੀ ਹੁੰਦੇ ਗੱਲ ਨੇ ਨਾ। ਹੁੰਦਾ ਉਹਨਾਂ ਨੇ ਵੀ ਨੌਕਰੀ ਕਰਨੀ ਇਹ ਹੈ, ਤਾਂ ਗੱਲ ਬੱਚੇ ਸਹੀ। ਪਾਲਣੇ ਆ, ਤਨਖਾਹਾਂ ਲੈਣੀਆਂ, ਉਹਨਾਂ ਤਨਖਾਹ ਤੇ ਇਹਨਾਂ ਕੋਲ ਲੈਣੀ ਲੈਣੀ ਹੈ ਨਾ। ਉਹ ਵੀ ਸਰਕਾਰੀ ਮੁਲਾਜ਼ਮ ਨੇ, ਉਹ ਵੀ ਕੀ ਕਰਨ, ਆਹ ਵੀ ਕੀ ਕਰਨਾ, ਆਪ ਉਧਰਾ ਨਹੀਂ ਕਰ ਸਕਦੇ। ਉਹ ਵੀ ਡਰਦੇ ਨੇ। ਸਹੀ ਗੱਲ ਹਰ ਹੈ। ਬੰਦਾ ਡਰਦਾ। ਤੁਸੀਂ ਕਿਹਾ ਕਿਹੜੀ ਦੁੱਧ ਨਹਾਤੇ ਹੈਗੇ ਨੇ, ਉਹ ਆਹ ਦੁੱਧ ਤਾਂ ਨਕਲੀ ਹੈਗਾ। ਤਾਂ ਦੁੱਧ ਨਹਾਉਣਾ ਕੀ ਉਹਦੇ 'ਚ, ਜੇ ਨਹਾ ਵੀ ਲੈਣ ਤਾਂ ਵੀ ਕੀ ਹੈ, ਨਾ ਕੈਮੀਕਲ ਨਾ ਵਾਲਾ ਨਾ, ਦੁੱਧ ਉਹ 'ਚ ਕੈਮੀਕਲ ਹੈ ਨਾ, ਕੈਮੀਕਲ ਨਾਲ ਸਗੋਂ ਬਿਮਾਰ ਹੋਣਗੇ। ਹਾਂ ਚਲੋ ਅੱਗੇ ਵਧਦੇ ਹਾਂ ਹਾਂ ਹੁਣ ਅੱਗੇ ਗੱਲ ਕਰਦੇ ਹਾਂ ਕਿ ਕਣਕ ਦੀ ਖਰੀਦ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਨੇ। ਖੈਰ ਮੁੱਲੋਂ ਤਾਂ ਨਹੀਂ ਮਿਲੇਗਾ ਕਿਉਂਕਿ ਕੁਆਲਿਟੀ ਨਹੀਂ ਰਹਿ ਗਈ। ਇਹ ਕੀ ਮਾਮਲਾ ਬਣੇਗਾ? ਲੱਗਦਾ ਹੈ ਕਿ ਪੰਜਾਬ ਇਸ ਸੰਕਟ ਤੋਂ ਬਾਹਰ ਨਿਕਲੇਗਾ, ਕੇਂਦਰ ਕੋਈ ਹੱਥ ਫੜਾਊਗਾ ਔਰ ਅੱਗੇ ਜਾ ਕੇ ਕੁਝ ਬਣੂਗਾ? ਕਿਉਂਕਿ ਫਿਰ ਤੋਂ ਕਾਰਪੋਰੇਟਸ ਜਿਹੜੇ ਨੇ ਫਿਰ ਤੋਂ ਤਾਕਤਵਰ ਹੁੰਦੇ ਪਏ ਨੇ। ਉਹ ਕਿਸਾਨ ਅੰਦੋਲਨ ਕਰਦੇ ਰਹੇ, ਹੁਣ ਤੋਂ ਫਿਰ ਤੋਂ ਉਹ ਸਾਈਲੋ ਬਣਦੇ ਪਏ ਨੇ। ਕੁਝ ਇਹ ਵੀ ਨਿਊਜ਼ ਆ ਰਹੀਆਂ ਨੇ, ਉਹ ਫਿਰ ਤੋਂ ਜਿਹੜੀਆਂ ਪ੍ਰਾਈਵੇਟ ਕਾਰਪੋਰੇਟਸ ਨੇ ਸਾਈਲੋ ਬਣਾ ਰਹੇ ਨੇ ਕਿ ਅਨਾਜ ਕਿੱਦਾਂ ਸੰਭਾਲ ਕੇ ਰੱਖਿਆ ਜਾਵੇ। ਸੋ ਫਿਰ ਤੋਂ ਉਹੀ ਗੱਲ। ਔਰ ਕਈ ਮਾਹਿਰ ਇਹ ਵੀ ਕਹਿ ਰਹੇ ਨੇ ਕਿ ਜੇ ਤਾਂ ਇਹਨਾਂ ਦੀ ਮਨਸ਼ਾ ਇਹ ਹੈ ਕਿ ਸਾਰੀ ਖੇਤੀਬਾੜੀ ਕਾਰਪੋਰੇਟਸ ਦੇ ਹੱਥ ਦੇ ਦਿੱਤੀ ਜਾਏ, ਜ਼ਮੀਨਾਂ ਵੀ, ਤਾਂ ਉਹ ਉੱਦਾਂ ਚੱਲਣਗੇ। ਤੇ ਜੇ ਵਾਕਈ ਇਹਨਾਂ ਦੀ ਮਨਸ਼ਾ ਇਹ ਹੈ ਕਿ ਪੰਜਾਬ ਦੇ ਕਿਸਾਨ ਨੂੰ, ਕਿਸਾਨੀ ਨੂੰ ਬਚਾਉਣਾ ਹੈ, ਤਾਂ ਫਿਰ ਉੱਦਾਂ ਚੱਲਣਗੇ। ਤਾਂ ਫਿਰ ਇਸ ਸੰਕਟ ਤੋਂ ਬਾਹਰ ਤਾਂ ਨਿਕਲਿਆ ਜਾ ਸਕਦਾ ਹੈ। ਪਰ ਗੱਲ ਇਹ ਹੈ ਕਿ ਇਹ ਕਰਨਾ ਕੀ ਚਾਹੁੰਦੇ ਨੇ? ਇਹ ਕਾਰਪੋਰੇਟ ਦਾ ਗਲਬਾ ਮਜ਼ਬੂਤ ਕਰਨਾ ਚਾਹੁੰਦੇ ਨੇ ਜਾਂ ਫਿਰ ਕਿਸਾਨ ਨੂੰ ਤੇ ਕਿਸਾਨੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ? ਇਹ ਕਈ ਜੋ ਖੇਤੀਬਾੜੀ ਮਾਹਿਰ ਨੇ ਔਰ ਪੋਲੀਟੀਕਲ ਪੰਡਿਤਸ ਨੇ, ਉਹ ਇਸ ਤਰ੍ਹਾਂ ਡਿਸਕਸ਼ਨਸ, ਡਿਬੇਟਸ ਕਰਦੇ ਪਏ। ਦੇਖੋ, ਕਿਸਾਨ ਪਹਿਲੋਂ ਤਾਂ ਬੜੇ ਵੱਡੀ ਮੁਸ਼ਕਲ 'ਚੋਂ ਗੁਜ਼ਰ ਕੇ ਨਿਕਲਿਆ। ਉਹਦੇ ਵਿੱਚ ਖਾਸ ਤੌਰ 'ਤੇ ਬੇਵਕਤੀ ਬਾਰਿਸ਼ ਹੋਣ ਨਾਲ ਕਣਕਾਂ ਦੇ ਸਿੱਟੇ ਜਿਹੜੇ ਆ ਬਿਲਕੁਲ ਮੁਰਝਾ ਗਏ ਆ। ਉਹਦੇ 'ਚੋਂ ਕਣਕਾਂ ਡਿੱਗ ਪਈਆਂ, ਵਿਛ ਗਈਆਂ ਧਰਤੀ 'ਤੇ, ਔਰ ਉਹਦੇ ਵਿੱਚ ਉਂਗਰ ਆਈਆਂ। ਉਹ ਪੁੰਗਰ ਨਾਲ ਉਹਨਾਂ ਦੇ ਦਾਣੇ ਕਾਲੇ ਹੋ ਗਏ। ਔਰ ਸੈਂਟਰ ਨੇ ਦੂਜਾ ਕਰ ਦਿੱਤਾ ਹੁਕਮ, ਅੱਜ ਹੀ ਆਇਆ ਕਿ ਉਹਦੇ ਵਿੱਚ ਇਹਨਾਂ ਕਹਿਤਾ ਕਿ ਅਸੀਂ ਕਟੌਤੀ ਕਰਕੇ ਫਿਰ ਇਹਨਾਂ ਨੂੰ ਜਿਹੜਾ ਉਹਦਾ ਫਿਕਸ ਰੇਟ ਆ ਉਹ ਦੇਵਾਂਗੇ। ਜਿਹੜਾ ਸਮਰਥਨ ਮੁੱਲ ਹੁੰਦਾ ਨਾ, ਉਹਦੇ ਵਿੱਚ ਜੋ ਕਣਕ ਦਾ ਹੈਗਾ, ਉਹਦੇ ਵਿੱਚੋਂ 5.31 ਤੇ 31.18 ਦੀ ਕਟਿੰਗ ਹੋ ਗਈ। ਜਿੱਥੇ ਜਿੱਥੇ ਕਿੱਥੇ ਕਣਕ ਕਾਲੀ ਹੈ, ਕਿੱਥੇ ਉਂਗਰੀ ਆ, ਕਿੱਥੇ ਦਾਣੇ ਟੁੱਟੇ ਆ, ਕਿੱਥੇ ਪੁੰਗਰੇ ਆ, ਇਹ ਚੀਜ਼ਾਂ ਵੇਖੀਆਂ ਜਾਣਗੀਆਂ। ਅਤੇ ਇਹਦੇ ਵਿੱਚ ਹੈਗਾ ਕਿ ਜਦੋਂ ਕਿ ਇਹਨਾਂ ਨੂੰ ਸਗੋਂ ਘੱਟੋ ਘੱਟ ਇਹਨਾਂ ਨਾਲ ਹਮਦਰਦੀ ਕਰਨੀ ਚਾਹੀਦੀ ਹੈ ਕਿ ਜੇ ਕਣਕ ਹੈਗੀ ਆ ਤਾਂ ਇਹਨੂੰ ਤਰੀਕੇ ਨਾਲ ਬੋਰੀਆਂ ਭਰ ਕੇ ਅਤੇ ਉਹ ਸਟੋਰ 'ਚ ਰੱਖਿਆ ਜਾਣਾ ਚਾਹੀਦਾ। ਦੂਜੇ ਪਾਸੇ ਕੇਂਦਰ ਨੇ ਕਿਹਾ ਸੀ ਕਿ ਅਸੀਂ ਜਿਹੜੀ ਡਿਲੀਵਰੀ ਹੈ ਡਾਇਰੈਕਟ ਬਾਹਰਲੇ ਸੂਬਿਆਂ ਨੂੰ ਕਹਾਂਗੇ, ਪੰਜਾਬ ਤੋਂ ਕਣਕ ਲੈ ਕੇ। ਦੂਜੇ ਪਾਸੇ ਕਹਿ ਰਹੇ ਕਿ ਜਿਹੜੀ ਨਵੀਂ ਕਣਕ ਉਹਨੂੰ ਅਸੀਂ ਕਟੌਤੀ ਨਾਲ ਖਰੀਦਾਂਗੇ, ਉਹਨੂੰ ਐਵੇਂ ਨਹੀਂ ਖਰੀਦਾਂਗੇ, ਸਿੱਧੇ ਭਾਅ ਨਹੀਂ ਦਿੱਤਾ ਜਾਊਗਾ। ਔਰ ਉਹਦੇ ਵਿੱਚ ਹੁਣ ਕਮਰ ਕੱਸੇ ਕਰ ਲਏ ਆ ਕਿਸਾਨਾਂ ਨੇ ਅਤੇ ਆੜ੍ਹਤੀਆਂ ਨੇ। ਜਿਹੜੇ ਆੜ੍ਹਤੀਆਂ ਦੀਆਂ ਘੱਟੋ ਘੱਟ ਵੀ ਇੱਥੇ 32-3400 ਜਿਹੜੀਆਂ ਹੈਗੀਆਂ ਕੁਛ ਵੱਡੀਆਂ ਪ੍ਰੋਮੀਨੈਂਟ ਇਹਨਾਂ ਦੀਆਂ ਖਰੀਦੋ ਫਰੋਖਤ ਦੀਆਂ ਦੁਕਾਨਾਂ, ਔਰ ਨਾਲ ਜਿਹੜੇ ਕਿਸਾਨ ਨੇ, ਇਹਨਾਂ ਦੀ ਯੂਨੀਅਨ ਨੇ ਕੱਲ੍ਹ ਦਾ ਕਹਿ ਦਿੱਤਾ ਵੀ ਜੇ ਕਟੌਤੀ ਹੋਈ, ਜੇ ਕੱਟ ਕੇ ਪੈਸੇ ਸਾਨੂੰ ਦਿੱਤੇ ਤਾਂ ਫਿਰ ਅਸੀਂ ਕਣਕ ਨਹੀਂ ਦੇਵਾਂਗੇ। ਕਣਕ ਦੀ ਕਟਾਈ ਹੁਣ ਸ਼ੁਰੂ ਹੋ ਗਈ ਕੁਝ ਏਰੀਆ 'ਚ, ਔਰ ਉਹਦੇ ਵਿੱਚ ਜਾਂਦੇ ਕਟੌਤੀ ਹੋ ਗਈ ਤਾਂ ਸਾਨੂੰ ਪੰਜਾਬ ਗੌਰਮੈਂਟ ਨੇ ਤਾਂ ਦਿੱਤਾ ਹੀ ਅੱਗੇ 15,000 ਤੋਂ ਵੱਧ ਨਹੀਂਗਾ, ਪਰ ਪ੍ਰਤੀ ਏਕੜ ਦੇ ਹਿਸਾਬ ਨਾਲ। ਉਹ ਵੀ 14 ਤਰੀਕ ਤੋਂ ਬਾਅਦ ਇਹਨਾਂ ਦੇ ਅਕਾਊਂਟ 'ਚ ਪੈਸੇ ਸਿੱਧੇ ਕਹਿਤਾ। ਉਹ ਜਿਹੜੇ ਮੰਤਰੀ ਨੇ, ਇਹਦੇ ਖੇਤੀਬਾੜੀ ਮੰਤਰੀ, ਉਹਨਾਂ ਨੇ ਕਹਿਤਾ ਕਿ ਸਿੱਧੇ ਤੋਂ ਸਿੱਧੀ ਇਹਨਾਂ ਦਾ ਪੈਸਾ ਉਹਨਾਂ ਦੇ ਅਕਾਊਂਟ 'ਚ ਜਾਊਗਾ। ਔਰ ਗਦਾਵਰੀ ਹੋ ਗਈ ਉਹਦੇ ਵਿੱਚ ਮਾਮਲਾ ਪੂਰੇ ਦਾ ਪੂਰਾ ਮੁਆਵਜ਼ਾ ਮਿਲੂਗਾ ਇਹਨਾਂ ਨੂੰ। ਪਰ ਉਹ ਕਿਸਾਨ ਇਹਦੇ 'ਤੇ ਵੀ ਨਾ ਖੁਸ਼ ਆ। ਉਹਨਾਂ ਖੰਨਾ ਜੀ ਕਹਿਤਾ ਕਿ ਸਾਨੂੰ ਪੈਸਾ ਤਾਂ ਪੂਰਾ ਦਿਓ ਜਿੱਥੇ ਸਾਨੂੰ ਚਾਹੀਦਾ ਹੈਗਾ, ਜਿੱਥੇ ਇਹਨਾਂ ਨੁਕਸਾਨ ਹੋ ਗਿਆ। 15,000 ਨਾਲ ਕੁਛ ਨਹੀਂ ਬਣਨਾ। ਜਦੋਂ ਠੇਕਾ ਲਿਆ ਜਿਨ੍ਹਾਂ ਨੇ, ਠੇਕਾ ਘੱਟੋ ਘੱਟ ਕਿੱਲੇ ਦਾ ਪਤਾ ਕਿੰਨਾ ਗਾ? 50,000। ਅਤੇ ਜਦੋਂ ਉਹ ਬੀਜਦਾ ਕਣਕ, ਬੀਜ, ਖਾਦ, ਪਾਣੀ, ਗੋਡੀ, ਹੈ ਨਾ, ਉਹਦੇ 'ਚ ਉਹਦੀ ਦੇਖ ਰੇਖ ਸਾਰਾ ਕੁਛ ਕਰਕੇ ਉਹਨੂੰ ਕਟਾਉਣਾ, ਉਹ ਮਿਹਨਤ ਸਾਰਾ ਪਾ ਕੇ, ਅਤੇ 50,000 ਉਹਨੇ ਉਹ ਦੇ ਦਿੱਤਾ ਅਤੇ ਬਾਕੀ ਨੁਕਸਾਨ ਆ ਹੋ ਗਿਆ। ਉਹ ਤਾਂ 1 ਲੱਖ 'ਚ ਮਾਂਜਿਆ ਗਿਆ ਕੁਦਰਤ ਵੱਲੋਂ ਅਤੇ ਸਰਕਾਰ ਵੱਲੋਂ। ਉਹਨੂੰ ਕੀ ਫਾਇਦਾ ਹੋਇਆ? ਤਦੇ ਕਿਸਾਨ ਬਹੁਤ ਸੁਸਾਈਡ ਕਰ ਰਹੇ ਆ। ਇਸੇ ਕਰਕੇ ਕਰ ਰਹੇ ਆ ਕਿ ਉਹਨਾਂ ਦੇ ਪੱਲੇ ਕੁਛ ਨਹੀਂ ਪੈ ਰਿਹਾ। ਤੀਜੀ ਗੱਲ ਹੈਗੀ, ਸੈਂਟਰ ਨੇ ਵੀ ਪੱਲਾ ਝਾੜਤਾ। ਸਾਡੇ ਕੋਲ ਜਿਹੜਾ ਪੈਸਾ ਅਸੀਂ ਕਟੌਤੀ ਕਰਕੇ ਦੇਵਾਂਗੇ, ਦੂਜਾ ਦੇਣਾ ਹੀ ਨਹੀਂ ਗਾ। ਔਰ ਕਿਸਾਨ ਹੁਣ ਮੈਨੂੰ ਲੱਗਦਾ 1-2 ਦਿਨਾਂ ਤੱਕ ਅੰਦੋਲਨ ਫਿਰ ਸ਼ੁਰੂ ਹੋ ਜਾਣਾ, ਫਿਰ ਸੜਕਾਂ 'ਤੇ ਜਾਮ ਲੱਗ ਜਾਣਗੇ, ਫਿਰ ਟ੍ਰੇਨਾਂ ਰੁਕਣਗੀਆਂ। ਇਹ ਅੱਜ ਉਹਨਾਂ ਨੇ ਕਹਿ ਦਿੱਤਾ ਬਾਕਾਇਦਾ, ਉਗਰਾਹਾ ਜੀ ਨੇ ਅਤੇ ਬਾਕੀ ਸਾਰੀਆਂ ਜਥੇਬੰਦੀਆਂ ਨੇ, 32 ਜਥੇਬੰਦੀਆਂ ਨੇ ਅਨਾਊਂਸ ਕਰਤਾ, ਕਿਉਂਕਿ ਸਾਂਝਾ ਮਾਮਲਾ ਹੈਗਾ। ਜਿੱਦਾਂ ਤੁਹਾਨੂੰ ਪਤਾ, ਆਪਾਂ ਕਰਦੇ ਰਹੇ ਗੱਲ ਦਿੱਲੀ ਦੇ ਸਿੰਘਪੁਰਾ ਬਾਰਡਰ 'ਤੇ, ਤਾਂ ਉੱਥੇ ਇਹਨਾਂ ਨੇ 1.5 ਸਾਲ ਮੁਸ਼ੱਕਤ ਨਾਲ ਸਾਰਾ ਕੁਛ ਮਨਾਇਆ। ਹੁਣ ਵੀ ਸਰਕਾਰ ਨੂੰ ਚਾਹੀਦਾ ਹੈਗਾ ਕਿ ਇਹਨਾਂ ਦਾ ਜੋ ਕੁਛ ਹੈਗਾ ਇਹਨਾਂ ਦਾ ਕਟੌਤੀ ਨਾ ਕਰਨ, ਕਿਉਂਕਿ ਜਿਹੜੀ ਕਣਕ ਹੈ ਵੇਚਣੀ ਸਰਕਾਰ ਨੇ ਹੈਗਾ।
ਦੂਜਾ ਹੈਗਾ ਪ੍ਰਧਾਨ ਮੰਤਰੀ ਜਨ ਕਲਿਆਣ ਯੋਜਨਾ, ਉਹਦੇ ਵਿੱਚ ਇਹਨਾਂ ਨੇ ਸਰਕਾਰੀ ਤੌਰ 'ਤੇ ਲੋਕਾਂ ਨੂੰ ਵੰਡਣੀ ਕਣਕ, ਉਹ ਪੰਜਾਬ ਦੀ ਕਣਕ ਹੀ ਹੈ, ਜਿਹਦੇ ਵਿੱਚ ਲੋਕਾਂ ਨੂੰ ਦਿੰਦੇ ਆ ਨਾ 30 ਕਿਲੋ ਪਰ ਜੀ ਦਿੰਦੇ ਆ, ਫ੍ਰੀ ਆਫ ਕਾਸਟ, 2 ਰੁਪਏ ਕਿਲੋ ਵੈਸੇ ਦਿੰਦੇ ਆ ਜਿੰਨੀ ਕੋਈ ਲੈ ਜੇ। ਔਰ ਉਹਦੇ ਨਾਲ ਸਾਰਾ ਪੰਜਾਬ ਦੀ ਕਣਕ ਪੂਰਾ ਹਿੰਦੁਸਤਾਨ ਖਾਂਦਾ। ਅਤੇ ਫਿਰ ਪੰਜਾਬ ਦੇ ਕਿਸਾਨ ਨਾਲ ਕਿਉਂ ਦੂਜੈਗੀ ਵਰਤੀ ਜਾਂਦੀ ਹੈ, ਕਿਉਂ ਇਹੋ ਜਿਹਾ ਉਹਨਾਂ ਨਾਲ ਇੱਦਾਂ ਦਾ ਵੱਡਾ ਧਰੋਹ ਕੀਤਾ ਜਾਂਦਾ? ਇਹ ਧਰੋਹ ਹੀ ਹੈਗਾ। ਜਦੋਂ ਉਹਨਾਂ ਨੇ 6 ਮਹੀਨੇ ਦੀ ਫਸਲ ਆ, ਇੱਕ ਪਾਸੇ ਰੱਬ ਨੇ ਕਣਕ ਬਰਬਾਦ ਕਰਤੀ, ਦੂਜੇ ਪਾਸੇ ਸਰਕਾਰਾਂ ਦੀ ਕਟੌਤੀ ਕਰਨੀ ਹੈ, ਤੀਜੇ ਪਾਸੇ ਇਹ ਕਹਿ ਰਹੇ ਆ ਕਿ ਅਸੀਂ ਜਿਹੜੀ ਇਹਨਾਂ ਦੀ ਮੁਆਵਜ਼ਾ ਉਹ 15,000 ਦੇਣਾ। ਤਿੰਨਾਂ ਪਾਸਿਆਂ ਤੋਂ ਕਿਸਾਨ ਹੀ ਵਿਚਾਰਾ ਮਾਰਿਆ ਜਾਂਦਾ। ਫਿਰ ਕੀ ਨਾ ਕਰੂਗਾ, ਧਰਨੇ ਲਾਊਗਾ ਤਾਂ ਹੋਰ ਕੀ ਕਰੂਗਾ? ਇਹ ਗੱਲ ਹੈਗੀ ਹੈ। ਇਹ ਗੁਜ਼ਾਰਿਸ਼ ਹੈ ਸਾਡੀ ਮੀਡੀਆ ਵੱਲੋਂ ਵੀ ਔਰ ਸਾਰਿਆਂ ਨੂੰ ਕਿ ਕਿਸਾਨਾਂ ਦੇ ਨਾਲ ਇਸ ਤਰ੍ਹਾਂ ਦਾ ਵਰਤਾਓ ਨਾ ਕੀਤਾ ਜਾਵੇ। ਬਿਲਕੁਲ ਸਹੀ ਗੱਲ ਹੈ। ਔਰ ਕਈ ਦੇਖੋ ਨਾ, ਕਈ ਵੀਡੀਓਜ਼ ਇਹ ਵੀ ਸਾਹਮਣੇ ਆਉਂਦੇ ਨੇ ਕਿ ਧਰਨੇ ਲਾ ਕੇ ਬੈਠੇ ਹੋਏ ਨੇ, ਥਾਂ ਥਾਂ ਦੇ ਉੱਤੇ ਧਰਨੇ ਲੱਗਦੇ ਨੇ, ਤਾਂ ਫਿਰ ਪਬਲਿਕ ਨੂੰ ਕਿੰਨਾ ਮੁਸ਼ਕਿਲ ਹੋ ਜਾਂਦਾ। ਸਹੀ ਗੱਲ, ਲਾਂਘਾ ਰੁਕਿਆ, ਬਿਲ ਪਬਲਿਕ ਮਾਰੀ ਜਾਂਦੀ, ਪਬਲਿਕ ਵਿਚਾਰੀ ਕੀ ਕਰੇ। ਕਈ ਇੰਪੋਰਟੈਂਟ ਥਾਵਾਂ ਨੇ, ਹੁਣ ਪਿੱਛੇ ਜਿਹੇ ਇੱਕ ਵੀਡੀਓ ਸੀਗੇ, ਉਧਰੋਂ ਜਾਣਾ ਸੀ, ਉਹਨੇ ਆਪਣੇ ਬੱਚੇ ਵਾਸਤੇ ਦਵਾਈ ਲੈਣੀ ਹੈ, ਪਰ ਉਹ ਧਰਨਾ ਲੱਗਾ ਹੋਇਆ, ਉਧਰ ਜਾਣ ਨਹੀਂ ਦਿੰਦੇ। ਫਿਰ ਹੁਣ ਕੀ ਕਰੇ, ਬੱਚੇ ਨੂੰ ਦਵਾਈ ਨਾ ਲੈ ਕੇ ਦੇਵੇ, ਕਿੱਦਾਂ ਦੀ ਤੰਗੀ ਆਉਂਦੀ ਹੈ। ਰੇਲਵੇ ਦੇ ਪਲੇਟਫਾਰਮ ਦੇ ਉੱਤੇ ਜਾ ਕੇ ਟਰੈਕਸ ਦੇ ਉੱਤੇ ਰੋਕਦੇ ਨੇ, ਟਰੈਕਸ ਨੂੰ ਰੋਕ ਲਿਆ, ਗੱਡੀਆਂ ਕਿੱਦਾਂ ਆਉਣ, ਗੱਡੀਆਂ ਕੈਂਸਲ ਹੋ ਜਾਂਦੀਆਂ ਨੇ, ਫਿਰ ਸਮਝੌਤਾ ਹੁੰਦਾ ਵੀ ਇੱਦਾਂ ਨਾ ਕਰੋ। ਹੁਣ ਇੱਦਾਂ ਜਾ ਕੇ ਟ੍ਰੇਨਸ ਰੋਕਣੀਆਂ, ਇੱਦਾਂ ਜਾ ਕੇ ਟ੍ਰੈਫਿਕ ਰੋਕਣਾ, ਪਬਲਿਕ ਨੂੰ ਤੰਗੀ, ਟ੍ਰੇਨਸ ਨੂੰ ਤੰਗੀ, ਸਭ ਜਗ੍ਹਾ ਤੰਗੀ। ਕਿਸਾਨ ਆਪ ਵੀ ਰੁਲਦੇ ਨੇ ਤੇ ਪਬਲਿਕ ਵੀ ਰੁਲਦੀ ਹੈ। ਤੇ ਜਿਨ੍ਹਾਂ ਨੂੰ ਫੈਸਲੇ ਲੈਣੇ ਚਾਹੀਦੇ ਨੇ ਸੱਤਾ 'ਚ ਬੈਠੇ ਹੋਏ ਸਰਕਾਰ ਦੇ ਲੋਕਾਂ ਨੂੰ, ਉਹ ਫੈਸਲਾ ਕਿਉਂ ਨਹੀਂ ਲੈਂਦੇ? ਕਿਉਂਕਿ ਆਫਟਰ ਆਲ ਜਿੱਥੇ ਪਬਲਿਕ ਸਫਰ ਕਰਦੀ ਪਈ ਹੈ ਉਸ ਤਾਂ ਧਿਆਨ ਦੇਣਾ ਚਾਹੀਦਾ, ਕਿਉਂਕਿ ਪਬਲਿਕ ਦੇ ਸਿਰ ਦੇ ਉੱਤੇ ਹੀ ਤਾਂ ਤੁਸੀਂ ਇਹਨਾਂ ਸੱਤਾ ਦੀਆਂ ਕੁਰਸੀਆਂ ਦੇ ਉੱਤੇ ਬੈਠੇ ਹੋ। ਹੁਣ ਉਹਨਾਂ ਦਾ ਭਲਾ ਕਰੋ, ਔਰ ਜੋ ਕਿਸਾਨ ਨੇ ਉਹਨਾਂ ਦਾ ਭਲਾ ਕਰੋ। ਜੋ ਅੰਨਦਾਤਾ ਖਾਣਾ ਦੇਗਾ, ਸਾਨੂੰ ਰੋਟੀ ਦੇਗਾ, ਤਾਂ ਹੀ ਜਿਉਂਦੇ ਰਵਾਂਗੇ, ਤਾਂ ਹੀ ਸਿਆਸਤ ਖੇਡਾਂਗੇ। ਤੇਰੀ ਪਾਰਟੀ ਮੇਰੀ ਪਾਰਟੀ ਤਾਂ ਹੀ ਖੇਡਾਂਗੇ ਜੇ ਉਹਦੀ ਦਿੱਤੀ ਰੋਟੀ ਖਾਵਾਂਗੇ। ਜਿਹੜਾ ਬੰਦਾ ਰੋਟੀ ਦਿੰਦਾ ਉਹ ਸੜਕਾਂ ਤੇ ਬੈਠਾ ਹੋਇਆ। ਸਹੀ ਗੱਲ। ਸੋ ਇਹ ਚੀਜ਼ਾਂ ਨੇ। ਔਰ ਕਈ ਵਾਰ ਦੇਖੋ, ਕਈ ਵਾਰ ਵੀਡੀਓਜ਼ ਆਉਂਦੀਆਂ ਨੇ, ਬੜਾ ਫੀਲ ਹੁੰਦਾ ਹੈ, ਸਾਡਾ ਕਿਸਾਨ ਖੇਤ 'ਚ ਬੈਠਾ ਹੈ, ਹੱਥ ਤੇ ਰੋਟੀ ਰੱਖੀ ਹੋਈ ਹੈ, ਖਾਂਦਾ ਪਿਆ। ਸਾਡਾ ਜਵਾਨ ਫੌਜੀ ਜੰਗਲ 'ਚ ਹੈ, ਰੋਟੀ ਖਾਂਦਾ ਪਿਆ ਜ਼ਮੀਨ ਤੇ ਬਹਿ ਕੇ। ਤੇ ਅਸੀਂ ਲੋਕ ਹੈ ਠਾਠ ਬਾਠ, ਆ ਮੇਰਾ ਡਾਈਨਿੰਗ ਟੇਬਲ, ਆ ਮੇਰਾ AC, ਆ ਮੇਰਾ ਵੱਡਾ ਸਾਰਾ ਹਾਲ, ਇਹ ਮੇਰੀ ਪਾਰਟੀ ਦੋਸਤ ਆਏ ਹੋਏ ਨੇ। ਮਤਲਬ ਉਹਨਾਂ ਦੇ ਸਿਰ ਦੇ ਉੱਤੇ ਅਸੀਂ ਪਾਰਟੀਆਂ ਕਰਦੇ ਹਾਂ, ਇੰਜੋਏ ਕਰਦੇ ਹਾਂ, ਔਰ ਉਹ ਜਿਹੜੇ ਸਾਨੂੰ ਇਹ ਪਾਰਟੀਆਂ ਦੇਣ ਦੇ ਕਾਬਿਲ ਬਣਾਉਂਦੇ ਨੇ, ਇੰਜੋਏ ਕਰਨ ਦੇ ਲਾਇਕ ਬਣਾਉਂਦੇ ਨੇ, ਉਹ ਆਪ ਕਿੱਦਾਂ ਬੈਠੇ ਨੇ, ਕਿੱਦਾਂ ਰੋਟੀ ਖਾਂਦੇ? ਵੈਸੇ ਜਿਹੜੀ ਮੁਸ਼ੱਕਤ ਆ, ਜੋ ਮਿਹਨਤ ਆ, ਜਾਂ ਜੋ ਉਹਨੇ ਦੇਸ਼ ਲਈ ਕਰਨਾ, ਇਹ ਕਿਸਾਨ ਤੇ ਜਿਹੜਾ ਫੌਜੀ ਜਵਾਨ ਹੀ ਕਰਦੇ ਆ। ਤਦੇ ਲਾਲ ਬਹਾਦਰ ਸ਼ਾਸਤਰੀ ਜੀ ਨੇ ਇੱਕ ਐਸਾ ਨਾਅਰਾ ਦਿੱਤਾ ਸੀਗਾ, ਜੈ ਜਵਾਨ ਜੈ ਕਿਸਾਨ ਦਾ, ਕਹਿ ਕੇ ਕਿ ਉਹਨਾਂ ਦੀ ਜਿੱਤ ਨਾਲ ਹੀ ਸਾਰਾ ਕੁਝ ਸਾਨੂੰ ਮਿਲਦਾ, ਉਹਦੇ ਨਾਲ ਹੀ ਅਸੀਂ ਪੇਟ ਪੂਜਾ ਕਰਦੇ ਹਾਂ, ਰੋਟੀ ਖਾਂਦੇ ਹਾਂ, ਉਹਦੇ ਨਾਲ ਹੀ ਅਸੀਂ ਜਿਉਂਦੇ ਰਹਿੰਦੇ ਹਾਂ। ਔਰ ਕਿਸਾਨ ਇੱਥੋਂ ਸਾਰਾ ਕੁਝ ਬਣਾ ਕੇ ਸਾਡੇ ਤੱਕ ਪਹੁੰਚਾਉਂਦਾ ਵਾ, ਸਾਡੀ ਰਸੋਈ ਤੱਕ ਜੋ ਕੁਛ ਅਸੀਂ ਖਾਂਦੇ ਹਾਂ। ਔਰ ਜਵਾਨ ਜਿਹੜਾ ਹੈਗਾ ਸਾਡੀ ਉੱਥੋਂ ਸਿਕਿਉਰਿਟੀ ਦਿੰਦਾ, ਸਾਡੀ ਸਰਹੱਦਾਂ ਤੋਂ ਜਾਨ ਬਚਾਉਂਦਾ, ਸਾਡੇ ਵੱਲ ਕਿਸੇ ਦੀ ਕਿਹੜੀ ਅੱਖ ਨਜ਼ਰ ਨਹੀਂ ਕਰਨ ਦਿੰਦਾ। ਔਰ ਬਾਕਾਇਦਾ ਤੌਰ 'ਤੇ ਜੇ ਵੇਖੀਏ ਤਾਂ ਇਹਨਾਂ ਦਾ ਸਭ ਤੋਂ ਵੱਡਾ ਜਿਹੜਾ ਮਿਹਨਤ ਹੈ, ਸਭ ਤੋਂ ਵੱਡੀ ਕੁਰਬਾਨੀ ਹੈ, ਜਿਹਨੇ ਲੋਕਾਂ ਨੂੰ ਬਚਾਉਣ ਲਈ ਇਹਨਾਂ ਕੁਝ ਕਰਦੇ। ਅਤੇ ਆਪਣੇ ਪਰਿਵਾਰਾਂ ਨੂੰ ਨਹੀਂ ਬਹੁਤਾ ਧਿਆਨ ਦੇ ਸਕਦੇ, ਬਾਕੀ ਪਰਿਵਾਰਾਂ ਦਾ ਧਿਆਨ ਕਰਦੇ ਆ। ਇਹਨਾਂ ਨੂੰ ਚਾਹੇ ਪੈਸੇ ਮਿਲਦੇ ਆ, ਫੌਜੀਆਂ ਨੂੰ ਜੋ ਕੁਛ ਹੈਗਾ, ਸਰਹੱਦਾਂ ਤੇ ਡਟ ਜਾਣਾ, ਇਹਨਾਂ ਦਾ ਹੀ ਸਾਰਾ ਕੁਝ ਹੁੰਦਾ। ਗੱਲ ਇਹ ਹੈ ਨਾ ਕਿ ਜਿਹੜੇ ਲੋਕ ਸੱਤਾ ਦੇ ਗਲਿਆਰਿਆਂ 'ਚ ਬੈਠੇ ਨੇ, ਸੱਤਾ ਦੀ ਕੁਰਸੀ ਤੇ ਬੈਠੇ ਨੇ, ਉਹਨਾਂ ਦਾ ਵਿਜ਼ਨ ਵੱਡਾ ਹੋਣਾ ਚਾਹੀਦਾ, ਉਹਨਾਂ ਦੀ ਸੋਚ ਵੱਡੀ ਹੋਣੀ ਚਾਹੀਦੀ ਹੈ। ਪਰਿਵਾਰ ਉਹ ਨਹੀਂ ਹੈਗਾ ਜਿਹੜਾ ਉਹਨਾਂ ਦਾ ਆਪਣਾ, ਇਹ ਪਤਨੀ ਹੈ, ਇਹ ਬੱਚੇ ਨੇ, ਰਿਸ਼ਤੇਦਾਰ ਨੇ। ਪਰਿਵਾਰ ਇਹ ਨਹੀਂ, ਪਰਿਵਾਰ ਪੂਰਾ ਦੇਸ਼ ਹੈ। ਉਹਨਾਂ ਨੂੰ ਪਰਿਵਾਰ ਦੀ ਪਰਿਭਾਸ਼ਾ ਬਦਲਣੀ ਪਏਗੀ, ਉਹਨਾਂ ਨੂੰ ਆਪਣੀ ਪਹਿਚਾਣ ਬਦਲਣੀ ਪਏਗੀ, ਕਿ ਉਹਨਾਂ ਨੂੰ ਪਹਿਚਾਣ, ਪੂਰੇ ਦੇਸ਼ ਨੂੰ ਆਪਣੀ ਪਹਿਚਾਣ ਬਣਾਉਣੀ ਪਏਗੀ ਕਿ ਪੂਰਾ ਦੇਸ਼ ਮੇਰੀ ਪਹਿਚਾਣ ਹੈ, ਸਾਰਾ ਮੇਰਾ ਪਰਿਵਾਰ ਹੈ। ਨਾ ਕਿ ਮੇਰੇ ਘਰ ਪੈਦਾ ਹੋਣ ਵਾਲੇ ਬੱਚੇ ਮੇਰਾ ਪਰਿਵਾਰ ਨੇ, ਮੈਂ ਉਹਨਾਂ ਦੀ ਤਰੱਕੀ ਵਾਸਤੇ ਤੇ ਉਹਨਾਂ ਰਿਸ਼ਤੇਦਾਰਾਂ ਵਾਸਤੇ ਕੰਮ ਕਰਾਂ। ਨੋ, ਪੂਰੇ ਦੇਸ਼ ਵਾਸਤੇ, ਸਾਰੇ ਦੇਸ਼ ਦੇ ਬੱਚੇ ਮੇਰੇ ਬੱਚੇ। ਸੋ ਇਹ ਇੱਦਾਂ ਦੇ ਵਿਜ਼ਨ ਦੇ ਲੋਕ ਚਾਹੀਦੇ ਨੇ। ਔਰ ਵਾਕਈ ਕਈ ਵਾਰ ਮੈਂ ਆਪਣੇ ਪੁਰਾਣੇ ਗ੍ਰੰਥਾਂ 'ਚ ਦੇਖਦਾ ਨਾ, ਉਹ ਕਹਿੰਦੇ ਨੇ ਕਿ ਜਿਹੜਾ ਰਾਜਾ ਬਣੇ ਜਾਂ ਸੱਤਾ 'ਚ ਆਵੇ, ਉਹ ਹੋਣਾ ਚਾਹੀਦਾ ਜਿਹਦਾ ਪਰਮਾਤਮਾ ਨਾਲ ਮਿਲਨ ਹੋਇਆ ਹੋਵੇ, ਜਿਹੜਾ ਪਰਮਾਤਮਾ ਦਾ ਡਰ ਭਾਵ ਰੱਖਦਾ ਹੋਵੇ, ਕਿਉਂਕਿ ਉਹ ਹਰੇਕ 'ਚ ਪਰਮਾਤਮਾ ਨੂੰ ਦੇਖੇਗਾ। ਗੁਰੂ ਨਾਨਕ ਪਾਤਸ਼ਾਹ ਹੀ ਸਮਝਾਉਂਦੇ ਕਿ ਹਰੇਕ ਦੇ ਵਿੱਚ ਪਰਮਾਤਮਾ ਨੂੰ ਜੋ ਤੂੰ ਦੇਖੇਗਾ, ਤੂੰ ਕਿਤੇ ਅਨਿਆਏ ਨਹੀਂ ਕਰੇਗਾ, ਨਿਆਂ ਕਰੇਗਾ, ਹਮੇਸ਼ਾ ਜਸਟਿਸ ਕਰੇਗਾ, ਇਨਜਸਟਿਸ ਨਹੀਂ ਕਰੇਗਾ। ਸੋ ਇੱਦਾਂ ਦੀ ਸੋਚ ਹੋਣੀ ਚਾਹੀਦੀ ਹੈ। ਇਹ ਸੌੜੀ ਸੋਚ, ਛੋਟੀ ਸੋਚ, ਇੱਕ ਦੂਜੇ ਦਾ ਗਲਾ ਫੜ ਲੈਣਾ, ਇੱਕ ਦੂਜੇ ਨੂੰ ਗਾਲੋ ਗਾਲੀ ਹੋ ਜਾਣਾ, ਪਤਾ ਨਹੀਂ ਕੀ ਬੋਲ ਦਿੰਦੇ ਨੇ, ਕਿੱਦਾਂ ਦੇ ਬਿਆਨ ਦੇ ਦਿੰਦੇ ਨੇ। ਕਈ ਵਾਰ ਬੜਾ ਅਜੀਬ ਫੀਲ ਹੁੰਦਾ ਕਿ ਇਹ ਕਿਸ ਕੁਰਸੀ ਤੇ ਬੈਠੇ ਨੇ ਔਰ ਇਹ ਬੋਲਦੇ ਕੀ ਪਏ ਨੇ, ਇਹ ਸੋਚਦੇ ਕੀ ਪਏ ਨੇ, ਇਹਨਾਂ ਦੀ ਸੋਚ ਕੀ ਹੈ, ਇਹਨਾਂ ਦੀ ਬੋਲਗਤ ਕੀ ਹੈ, ਇਹਨਾਂ ਦਾ ਬਿਹੇਵੀਅਰ ਕੀ ਹੈ, ਅਤੇ ਕਿਹੜੀ ਕੁਰਸੀ ਤੇ ਉੱਤੇ, ਕਿਹੜੀ ਸੱਤਾ 'ਚ ਬੈਠੇ ਹੋਏ ਨੇ। ਮਤਲਬ ਡੂ ਦੇ ਡਿਜ਼ਰਵ
ਇਹ ਇਸ ਲਾਇਕ ਹੈਗੇ ਨੇ ਕਿ ਇਹਨਾਂ ਨੂੰ ਇੱਥੇ ਬਿਠਾਇਆ ਹੋਇਆ ਪਬਲਿਕ ਨੇ? ਕਈ ਵਾਰ ਇਦਾਂ ਦੇ ਸਵਾਲ ਆਉਣ ਸ਼ੁਰੂ ਹੋ ਜਾਂਦੇ ਨੇ ਪਬਲਿਕ ਦੇ ਵਿੱਚ, ਆਮ ਤੌਰ ਤੇ ਅਸੀਂ ਦੇਖਦੇ ਹਾਂ ਡਿਸਕਸ਼ਨਸ ਹੋਣ ਲੱਗ ਪੈਂਦੀਆਂ ਨੇ। ਸੋ ਇਹ ਵੀ ਇੱਕ ਮਾਹੌਲ ਹੈ। ਹਾਂ। ਸੋ ਆਪਾਂ ਅੱਗੇ ਵਧੀਏ। ਰਾਹੁਲ ਗਾਂਧੀ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਮੈਨੂੰ ਰੋਕ ਨਹੀਂ ਸਕਦੀ, ਮੈਂ ਲੋਕਾਂ ਦੀ ਆਵਾਜ਼ ਬਣ ਕੇ ਬੋਲਾਂਗਾ, ਮੈਂ ਲੋਕਾਂ ਦੀ ਆਵਾਜ਼ ਨੂੰ ਚੁੱਕਾਂਗਾ, ਦੇਸ਼ ਦੇ ਵਿੱਚ ਫੈਲਾਵਾਂਗਾ। ਹਾਂ, ਹੁਣੇ ਉਹਨਾਂ ਨੇ ਕੇਰਲਾ ਦੇ ਵਿੱਚ ਗਏ ਸੀ, ਉੱਥੇ ਇੱਕ ਉਹਨਾਂ ਦਾ ਸਮਾਗਮ ਸੀਗਾ, ਤੇ ਫਿਰ ਉਹਨਾਂ ਨੂੰ ਲੋਕਾਂ ਨੇ ਸਵਾਲ ਜਵਾਬ ਵੀ ਕੀਤਾ, ਜਿਨ੍ਹਾਂ ਨੇ ਉਹ ਸਵਾਲ ਜਵਾਬ ਦੇ ਵਿੱਚ ਸੰਬੋਧਨ ਕੀਤਾ ਕਿ ਦੇਖੋ, ਜੇ ਬੀਜੇਪੀ ਮੈਨੂੰ ਡਰਾਉਣਾ ਚਾਹੁੰਦੀ ਆ ਜਾਂ ਮੈਨੂੰ ਕਿਸੇ ਪਾਸੇ ਇਹ ਲਾਉਣਾ ਚਾਹੁੰਦੀ ਆ, ਉਹ ਇਹਨਾਂ ਨੂੰ ਨਹੀਂ ਪਤਾ ਕਿ ਸਾਡੀ ਜਿਹੜੀ ਨੈਸ਼ਨਲ ਪਾਰਟੀ ਆ, ਅਸੀਂ ਇਹਨਾਂ ਦੇ ਦਬਕੇ ਤੋਂ, ਇਹਨਾਂ ਦੇ ਡਰਾਵੇ ਤੋਂ ਕਦੀ ਨਹੀਂ ਡਰਦੇ, ਜਦੋਂ ਕਿ ਸਾਡੀ ਜਨਤਾ ਸਾਡੇ ਨਾਲ ਹੈ। ਜਨਤਾ ਸਾਨੂੰ ਪਿਆਰ ਕਰਦੀ ਆ, ਸਾਡੇ ਨਾਲ ਆ, ਅਸੀਂ ਉਹਨਾਂ ਦੇ ਬਲਬੂਤੇ ਦੇਸ਼ ਦੀ ਵਾਗਡੋਰ ਸੰਭਾਲ ਸਕਦੇ ਹਾਂ। ਪਰ ਜਿਹਦੇ ਵਿੱਚ ਸਾਨੂੰ ਬੋਲਣਾ ਪੈਂਦਾ, ਜਿੱਥੇ ਬੋਲਣ ਦੀ ਸਾਨੂੰ ਹੁਕਮ ਹੋਣਾ ਚਾਹੀਦਾ, ਉੱਥੇ ਇਹ ਕਹਿੰਦੇ ਕਿ ਸਾਨੂੰ ਬੋਲਣ ਨਹੀਂ ਦਿੰਦੇ, ਤਾਂ ਕਿ ਅਸੀਂ ਲੋਕਾਂ ਤੱਕ ਤਾਂ ਪਹੁੰਚਾਈ ਸਾਡੇ ਵਿਚਾਰ ਕੀ ਹੈ। ਫਿਰ ਇਹਨਾਂ ਨੇ ਕਿਹਾ ਕਿ ਅਸੀਂ ਹੁਣ ਆਪਣੇ ਸਟੇਜਾਂ 'ਤੇ ਜਾ ਕੇ ਲੋਕਾਂ ਤੱਕ ਮਿਲਾਂਗੇ, ਜਿੱਥੇ ਜਿੱਥੇ ਸਮਾਗਮ ਹੋਣਗੇ ਅਸੀਂ ਖਾਸ ਤੌਰ 'ਤੇ ਬੋਲਾਂਗੇ, ਅਸੀਂ ਜੋ ਕੁਝ ਕਹਾਂਗੇ ਇਹਨਾਂ ਦੇ ਉਲਟ ਨਹੀਂ ਕਹਾਂਗੇ, ਅਸੀਂ ਆਪਣਾ ਤਾਂ ਦੱਸਾਂਗੇ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ। ਆਉਣ ਵਾਲਾ ਸਮਾਂ ਜਿਹੜਾ ਭਵਿੱਖ ਆ, ਉਹ ਲੋਕਾਂ ਦਾ ਕਿਸ ਤਰ੍ਹਾਂ ਉਜਲ ਬਣਾਉਣਾ ਚਾਹੁੰਦੇ ਹਾਂ, ਔਰ ਅਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਆਪਣੇ ਨੇੜੇ ਲਿਆ ਸਕਦੇ ਹਾਂ। ਔਰ ਡੋਰ ਟੂ ਡੋਰ ਆਂਦਾ ਮੈਂ ਗਿਆ ਲੋਕਾਂ ਨਾਲ, ਸਾਰੀ ਪਬਲਿਕ ਨੇ ਮੈਨੂੰ ਬਹੁਤ ਪਿਆਰ ਕੀਤਾ, ਮੈਂ ਉਸ ਪਿਆਰ ਤੋਂ ਨਿਸ਼ਾਵਰ ਹੋਣਾ ਚਾਹੁੰਦਾ। ਮੇਰੀ ਸਿਸਟਰ ਜਿਹੜੀ ਆ ਉਹ ਵੀ ਨਾਲ ਗਈ ਆ, ਪ੍ਰਿਯੰਕਾ ਜੀ, ਔਰ ਆਂਦਾ ਮੈਂ ਉਹਨਾਂ ਦੇ ਨਾਲ ਵੀ ਚਾਹੁੰਦਾ ਕਿ ਉਹ ਵੀ ਮੇਰੇ ਨਾਲ ਮਿਲ ਕੇ ਸਾਰੇ ਦੇਸ਼ ਦੀ ਜਿਹੜੀ ਵਾਗਡੋਰ ਅਸੀਂ ਇਕੱਠੇ ਸੰਭਾਲੀਏ ਅਤੇ ਕੰਮ ਕਰੀਏ ਕਿ ਆਉਣ ਵਾਲੇ ਸਮੇਂ 'ਚ ਕੀ ਕੁਛ ਅਸੀਂ ਕਰਨਾ ਚਾਹ ਰਹੇ ਹਾਂ। ਔਰ ਆਂਦੇ ਕਿ ਅਸੀਂ ਹੁਣ ਇਹ ਆਂਦੇ ਮਨ ਬਣਾ ਲਿਆ ਕਿ ਅਸੀਂ, ਜਦੋਂ ਉਹ ਸਮਾਗਮ ਵਿੱਚ ਬੋਲੇ, ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹ ਮਨ ਬਣਾ ਲਿਆ ਕਿ ਅਸੀਂ ਆਪਣੇ ਵਿਚਾਰ ਤੋਂ ਲੋਕਾਂ ਨੂੰ ਜਾਣੂ ਕਰਵਾਈਏ, ਔਰ ਉਸੇ ਤਰ੍ਹਾਂ ਸਾਡੇ ਨਾਲ ਲੋਕ ਜੋ ਵਿਵਹਾਰ ਕਰਦੇ ਆ, ਅਸੀਂ ਉਸੇ ਤਰ੍ਹਾਂ ਉਹਨਾਂ ਦੇ ਜਿਹੜੇ ਚੰਗੇ ਉਹਨਾਂ ਦੇ ਕੰਮ ਨੇ ਉਹਨਾਂ ਨੂੰ ਅੱਗੇ ਲਿਆਵਾਂਗੇ, ਜਿਹੜਾ ਅਸੀਂ ਕਰਨਾ ਚਾਹੁੰਦੇ ਹਾਂ ਅਸੀਂ ਉਹਨਾਂ ਨੂੰ ਜਾਣੂ ਕਰਾਵਾਂਗੇ ਕਿ ਕੀ ਕੁਛ ਹੋ ਗਿਆ। ਔਰ ਤੁਹਾਨੂੰ ਪਤਾ ਨਵਜੋਤ ਸਿੱਧੂ ਜੀ ਵੀ ਜਦੋਂ ਜੇਲ੍ਹ ਤੋਂ ਰਿਹਾ ਹੋਏ ਆ, ਤਾਂ ਬਕਾਇਦਾ ਤੌਰ 'ਤੇ ਦਿੱਲੀ ਗਏ ਮਿਲਣ ਲਈ, ਉੱਥੇ ਖੜਕੇ ਸਾਹਿਬ ਵੀ ਮਿਲੇ ਆ ਔਰ ਰਾਹੁਲ ਗਾਂਧੀ ਜੀ ਮਿਲੇ ਆ, ਉਹਨਾਂ ਨਾਲ ਸਾਰਾ ਕੁਛ ਹੋਇਆ। ਪਰ ਉਹਨਾਂ ਇੱਕ ਗੱਲ ਕਹੀ ਹੈ ਕਿ ਜਦੋਂ ਮੈਂ ਪੰਜਾਬ ਵਿੱਚ ਗਿਆ ਸੀਗਾ, ਪੰਜਾਬ ਦੇ ਲੋਕਾਂ ਨੇ ਜੋ ਮੈਨੂੰ ਵੈਲਕਮ ਕੀਤਾ, ਜੋ ਮੈਨੂੰ ਪਿਆਰ ਦਿੱਤਾ ਵਾ, ਕਹਿੰਦਾ ਮੈਂ ਸਾਰੀ ਉਮਰ ਨਹੀਂ ਭੁੱਲ ਸਕਦਾ। ਔਰ ਪੰਜਾਬ ਦੇ ਲੋਕਾਂ ਦਾ ਰਹਿਣੀ ਬਹਿਣੀ, ਖਾਣ ਪੀਣ, ਜੋ ਕੁਛ ਮੈਨੂੰ ਉਹਨਾਂ ਨੇ ਪਿਆਰ ਦਿੱਤਾ ਵਾ, ਮੇਰਾ ਖਿਆਲ ਲਗਾਉਂਦਾ ਕਿ ਮੈਂ ਬੁੜਾ ਹੋਣ ਤੱਕ ਵੀ ਨਹੀਂ ਇੱਥੇ ਜਾ ਕੇ ਭੁੱਲ ਸਕਦਾ। ਔਰ ਸਾਰਿਆਂ ਨੇ ਕਿਹਾ ਕਿ ਤੇ ਬੁੜਿਆਂ ਵਰਗੀ ਤੋਂ ਦਾੜੀ ਰੱਖੀ, ਸਾਰੇ ਇੱਥੇ ਨੰਗੇ ਪੈਰੀਂ ਚੱਲ ਕੇ ਤੁਰਿਆ ਫਿਰਿਆ ਇੱਥੇ ਸਾਰਾ ਹੀ। ਔਰ ਲੋਕਾਂ ਨੇ ਉਹਨੂੰ ਚੰਗਾ ਸਤਿਕਾਰ ਦਿੱਤਾ, ਪਿਆਰ ਦਿੱਤਾ, ਮੁਹੱਬਤ ਦਿੱਤੀ, ਔਰ ਚੰਗੇ ਖਾਣੇ ਖਵਾਏ, ਔਰ ਚਾਰੇ ਪਾਸੇ ਘੁਮਾਇਆ ਵੀ, ਔਰ ਖੁਸ਼ ਹੋ ਕੇ ਗਿਆ। ਔਰ ਬਾਕੀ ਤਾਂ ਰਾਜਨੀਤੀ ਹੈ, ਜਿਹੜੀ ਲੋਕਾਂ ਨਾਲ ਮੇਲ ਜੋਲ ਹੁੰਦਾ ਨਾ, ਆਮ ਪਬਲਿਕ ਨਾਲ, ਗਲੀ ਗੁਆਂਢ ਨਾਲ ਜਾ ਕੇ ਗੱਲਾਂ ਕਰਨੀਆਂ। ਔਰ ਵੱਡੇ ਨੇਤਾ ਨੇ ਜਦੋਂ ਲੋਕਾਂ ਨਾਲ ਮਿਲ ਕੇ ਜੱਫੀ ਪਾਉਂਦੇ ਆ, ਪਿਆਰ ਲੈਂਦੇ ਆ, ਹੈ ਨਾ, ਬਜ਼ੁਰਗਾਂ ਦੇ ਪੈਰੀਂ ਹੱਥ ਲਾਉਂਦੇ ਆ, ਉਹ ਰਾਜਨੀਤੀ ਨਹੀਂ, ਉਹ ਇੱਕ ਹਮਿਊਨਿਟੀ ਵਾਲਾ ਰਿਲੇਸ਼ਨ ਆ, ਉਹ ਹੈਗਾ ਮੈਨ ਟੂ ਮੈਨ ਦਾ ਰਿਲੇਸ਼ਨ। ਉਹਦੇ ਵਿੱਚ ਫਿਰ ਸਿਆਸਤ ਜਿਹੜੀ ਮਾਈਨਸ ਹੋ ਜਾਂਦੀ ਹੈ, ਜ਼ੀਰੋ ਹੋ ਜਾਂਦੀ ਹੈ। ਇਸੇ ਕਰਕੇ ਲੋਕਾਂ ਨੇ ਉਹਨਾਂ ਨੂੰ ਗਲੇ ਲਾਇਆ, ਔਰ ਪੰਜਾਬ ਨੂੰ ਉਹਨਾਂ ਨੇ, ਪੰਜਾਬ ਦਾ ਨਾਂ ਉਹਨਾਂ ਨੇ ਜ਼ਿਆਦਾ ਬਕਾਇਦਾ ਤੌਰ 'ਤੇ ਕਿਹਾ ਕਿ ਪੰਜਾਬੀ ਵਾਕਿਆ ਹੀ ਪ੍ਰਾਹੁਣਾਚਾਰੀ ਦੇ ਬੜੇ ਉਪਾਸ਼ਕ ਆ, ਮੰਨਣਯੋਗ ਹੈ ਗੱਲ। ਕਹਿੰਦਾ ਕਿ ਮੈਂ ਸੁਣਿਆ ਸੀ, ਪੜ੍ਹਿਆ ਸੀਗਾ, ਔਰ ਇਹ ਗੱਲ ਅਸੀਂ ਆਪਣੇ ਮੀਡੀਆ 'ਤੇ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਵਿੱਚ ਜਿਹੜੇ ਵੀ ਲੀਡਰ ਆਉਂਦੇ ਆ, ਉਹ ਵਾਕਿਆ ਹੀ ਇਹ ਪਹਿਲਾਂ ਤਾਂ ਧਾਰਮਿਕ ਸਥਾਨਾਂ 'ਤੇ ਜਾਂਦੇ ਆ। ਵੈਸੇ ਰਾਹੁਲ ਗਾਂਧੀ ਵੀ ਦਰਬਾਰ ਸਾਹਿਬ ਨਤਮਸਤਕ ਹੋਏ, ਮੱਥਾ ਟੇਕਿਆ, ਉਹਨਾਂ ਨੇ ਲੰਗਰ ਛਕਿਆ, ਔਰ ਸਾਰੇ ਜਿਹੜੇ ਇੱਥੋਂ ਦੇ ਧਾਰਮਿਕ ਨੇਤੇ ਉਹਨਾਂ ਨੂੰ ਮਿਲੇ ਵੀ। ਉਸ ਤੋਂ ਬਾਅਦ ਫਿਰ ਇਹ ਜਾ ਕੇ J&K ਵੱਲ ਐਂਟਰੀ ਕੀਤੀ ਆ। ਪਰ ਹੁਣ ਬਾਕੀ ਸਟੇਟਾਂ ਦਾ ਨਾਂ ਨਹੀਂ ਲੈਂਦੇ, ਇਹ ਪੰਜਾਬ ਹੀ ਕਰ ਰਹੇ ਆ, ਅਤੇ ਅੱਛੀ ਗੱਲ ਹੈ, ਮਾਣ ਵਾਲੀ ਗੱਲ ਹੈ, ਸਤਿਕਾਰ ਵਾਲੀ ਗੱਲ ਹੈ। ਠੀਕ ਹੈ ਜੀ। ਔਰ ਕਈ ਲੋਕ ਕਹਿੰਦੇ ਵੀ ਨੇ ਕਿ ਭਾਰਤ ਜੋੜੋ ਯਾਤਰਾ ਦਾ ਉਹਨਾਂ ਨੂੰ ਕਾਫੀ ਫਾਇਦਾ ਹੋਏਗਾ, ਉਹਨਾਂ ਦਾ ਕੱਦ ਵਧਿਆ ਹੈ। ਸਹੀ ਗੱਲ। ਔਰ ਬੀਜੇਪੀ ਡਰ ਗਈ ਹੈ, ਡਰਨ ਤੋਂ ਬਾਅਦ ਉਹਨਾਂ ਨੇ ਇਹ ਐਕਸ਼ਨ ਲਿੱਤਾ। ਬੜੀਆਂ ਗੱਲਾਂ ਹੁੰਦੀਆਂ ਪਈਆਂ, ਬੀਜੇਪੀ ਵੀ ਡਰ ਗਈ ਹੈ, ਰਾਹੁਲ ਗਾਂਧੀ ਕੱਦ ਵੱਧ ਗਿਆ ਹੈ, ਤਾਂ ਇਸ ਕਰਕੇ ਔਰ 2024 ਦੀਆਂ ਇਲੈਕਸ਼ਨਸ ਦੇ ਵਿੱਚ ਟੱਕਰ ਦੇ ਸਕਦੇ ਨੇ। ਔਰ ਕਈ ਵਿਰੋਧੀ ਧਿਰਾਂ ਮਿਲ ਕੇ ਕਾਂਗਰਸ ਨੂੰ ਥਾਪਣਾ ਚਾਹੁੰਦੀਆਂ ਨੇ ਸੈਂਟਰ ਦੇ ਵਿੱਚ 2024 ਦੀਆਂ ਇਲੈਕਸ਼ਨਸ ਦੇ ਵਿੱਚ, ਔਰ ਇਹਨਾਂ ਵਿੱਚੋਂ ਹੀ ਕਿਸੇ ਨੂੰ ਪ੍ਰਾਈਮ ਮਿਨਿਸਟਰ ਬਣਾਉਣਾ ਚਾਹੁੰਦੀਆਂ ਨੇ, ਔਰ ਬੀਜੇਪੀ ਨੂੰ ਸੱਤਾ ਤੋਂ ਹਟਾ ਦੇਣਾ ਚਾਹੁੰਦੀਆਂ ਨੇ। ਇਹ ਸਾਰੀਆਂ ਗੱਲਾਂ ਹੁੰਦੀਆਂ ਪਈਆਂ ਨੇ। ਔਰ ਹੁਣ ਦੇਖੋ ਜ਼ਮਾਨਤ ਤੇ ਮਿਲ ਹੀ ਗਈ ਹੈ, ਹੁਣ ਅੱਗੇ ਦੇਖੋ ਕੀ ਬਣਦਾ ਹੈ। ਹੁਣ ਸਗੋਂ ਜ਼ਿਆਦਾ ਖੁੱਲੇ ਹੋ ਗਏ, ਹੁਣ ਕੋਈ ਇਹਨਾਂ ਨੂੰ ਚਿੰਤਾ ਨਹੀਂ ਰਹੀ ਕਿਤੇ ਉਹਦਾ ਮੈਂ ਜਵਾਬ ਦੇਣਾ, ਕਿਉਂਕਿ ਹੁਣ MP ਤਾਂ ਨਹੀਂ ਹੈਗੇ ਹੁਣ, ਕਿਉਂਕਿ ਉਹਨਾਂ ਦੇ ਤਾਂ ਕੇਸ ਚੱਲ ਰਹੇ ਆ, ਤਾਂ ਉਹ ਸਾਰਾ ਕੁਝ ਹੈਗਾ। ਹੁਣ ਲੋਕਾਂ ਦੇ ਲਈ ਜ਼ਿਆਦਾ ਉਹਨਾਂ ਕੋਲ ਟਾਈਮ ਹੈਗਾ, ਹੁਣ ਜਾ ਵੀ ਸਕਦੇ, ਆ ਵੀ ਸਕਦੇ ਆ। ਮੇਰੇ ਖਿਆਲ ਟਾਈਮ ਵੀ ਹੋ ਗਿਆ, ਹੁਣ ਟਾਈਮ ਹੋ ਗਿਆ। ਆਪਾਂ ਜਾਂਦੇ ਜਾਂਦੇ ਇੱਕ ਹੋਰ ਮੁੱਦਾ ਲੈ ਲੈਂਦੇ ਹਾਂ ਜੀ ਕਿ ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਨੂੰ ਨੈਸ਼ਨਲ ਪਾਰਟੀ ਵਜੋਂ ਮਨਜ਼ੂਰੀ ਦੇ ਦਿੱਤੀ ਹੈ, ਤੇ ਕਈ ਪਾਰਟੀਆਂ ਤੋਂ ਨੈਸ਼ਨਲ ਪਾਰਟੀ ਵਾਲਾ ਟੈਗ ਖੋ ਲਿਆ। ਦੋਵੇਂ ਪਾਸੇ ਕੰਮ ਚੱਲਦਾ ਪਿਆ।
ਇਹ ਹੈਗਾ ਕਿ ਜਦੋਂ ਇਹਨਾਂ ਦੀ ਵੈਸੇ ਜਿਹੜੀ ਪਰਫਾਰਮੈਂਸ ਆ ਉਹਨੂੰ ਚੋਣ ਕਮਿਸ਼ਨ ਨੇ ਮੱਦੇਨਜ਼ਰ ਰੱਖਿਆ, ਜਿਹਦੇ ਵਿੱਚ ਉਹਨਾਂ ਨੇ ਕੁਝ ਸਟੇਟਾਂ ਤੋਂ, ਗੁਜਰਾਤ ਬਾਕੀ ਸਟੇਟਾਂ 'ਚ ਉਹਨਾਂ ਨੇ ਜਿੱਤ ਪ੍ਰਾਪਤ ਵੀ ਕੀਤੀ ਆ। ਦੂਸਰੀ ਇਹਨਾਂ ਨੇ ਜਿਹੜਾ ਹੈਗਾ ਕਿ ਲੋਕਾਂ ਨਾਲ ਮੇਲ ਜੋਲ ਵੀ ਵਧਿਆ ਇਹਨਾਂ ਦਾ, ਔਰ ਇਹਨਾਂ ਦਾ ਰੁਤਬਾ ਜਿਹਨੂੰ ਸਟੇਟਸ ਕਹਿੰਦੇ ਆ ਉਹ ਲੋਕਾਂ ਤੱਕ ਪਹੁੰਚਿਆ, ਔਰ ਇਹਨੂੰ ਉਹਨਾਂ ਨੇ ਵਾਚ ਕੀਤਾ ਚੋਣ ਕਮਿਸ਼ਨ ਨੇ। ਉਹਨਾਂ ਨੇ ਵੇਖਿਆ ਕਿ ਪਾਰਟੀ ਇਸ ਵੇਲੇ ਬਣਨਾ ਲੋਚਦੀ ਵੀ ਆ ਔਰ ਅਸੀਂ ਬਣਾਉਣਾ ਚਾਹੁੰਦੇ ਵੀ ਹਾਂ, ਔਰ ਇਹਨੇ ਜੋ ਉੱਚ ਕੰਡੀਸ਼ਨਾਂ ਹੁੰਦੀਆਂ ਨਾ ਉਹਨਾਂ ਨੇ ਪੂਰੀਆਂ ਕਰ ਲਈਆਂ, ਔਰ ਉਹਨਾਂ ਨੇ ਇਹ ਰੁਤਬਾ ਦੇ ਦਿੱਤਾ ਔਰ ਇਹਨਾਂ ਨੂੰ ਮਾਨਤਾ ਦੇ ਦਿੱਤੀ ਹੈ ਕਿ ਨੈਸ਼ਨਲ ਪਾਰਟੀ ਹੈ। ਉਹਦੇ ਬਾਅਦ ਜਿਹੜੀਆਂ CPI ਆ ਔਰ ਤ੍ਰਿਣਮੂਲ ਕਾਂਗਰਸ ਹੈ ਔਰ ਇਹਦੇ ਨਾਲ CPN ਦੂਜੀ ਕਾਂਗਰਸ ਆ, ਨੈਸ਼ਨਲ ਕਾਂਗਰਸ, ਉਹ ਜਿਹੜੀਆਂ ਪਾਰਟੀਆਂ ਕੋਲ ਜਿਹੜੀ ਉਹਨਾਂ ਦੀ ਮਾਨਤਾ ਉਹ ਰੱਦ ਕਰ ਦਿੱਤੀ ਹੈ। ਔਰ ਇਹ ਪਾਰਟੀ ਜਿਹੜੀ ਆ ਪੰਜਾਬੀ 'ਚ ਅਸੀਂ ਕਹੀਏ ਤਾਂ ਚੜ੍ਹਦੀ ਕਲਾ ਵਾਲੇ ਪਾਸੇ ਆ ਗਈ ਆ। ਔਰ ਇਹਦੇ ਵਿੱਚ ਜੇ ਅਗਲੀਆਂ ਚੋਣਾਂ ਦੇ ਵਿੱਚ ਵੀ ਹੈਗਾ ਜੇ ਨੈਸ਼ਨਲ ਪਾਰਟੀ ਬਣਨਾ ਜਿਹੜੀ ਹੈ ਬਹੁਤ ਵੱਡੀ ਗੱਲ ਆ। ਉਹਦੇ ਵਿੱਚ ਇਹ 5-6 ਪਾਰਟੀਆਂ ਹੀ ਆ ਨੈਸ਼ਨਲ ਪਾਰਟੀ। BJP ਜਿਹੜੀ ND ਹੈ ਉਹ ਸਭ ਤੋਂ ਉੱਪਰ ਪਾਰਟੀ ਹੈ, ਕਾਂਗਰਸ ਨੈਸ਼ਨਲ ਪਾਰਟੀ ਹੈ, ਔਰ ਇਹ ਤੀਜੀ ਪਾਰਟੀ ਇਹ ਬਣ ਗਈ ਹੈਗੀ ਹੈ। ਔਰ ਉਹਦੇ ਵਿੱਚ ਬਾਕੀ ਪਾਰਟੀਆਂ ਜਿਹੜੀਆਂ ਹੈਗੀਆਂ ਸ਼ਮੂਲੀਅਤ ਕਰਕੇ ਨੈਸ਼ਨਲ ਪਾਰਟੀਆਂ, ਬਾਕੀ ਜਿਹੜੀਆਂ ਖੇਤਰੀ ਪਾਰਟੀਆਂ ਉਹ ਵੀ ਬੜਾ ਇਹਨਾਂ ਦਾ ਨਾਲ ਗੱਠਜੋੜ ਕਰਦੀਆਂ, ਹੈਲਪ ਕਰਦੀਆਂ। ਵਿਧਾਨ ਸਭਾ ਦੀਆਂ ਚੋਣਾਂ ਤਾਂ ਖੇਤਰੀ ਪਾਰਟੀਆਂ ਕੋਲ ਹੀ ਹੁੰਦੀਆਂ, ਜਿਹੜੀਆਂ MP ਦੀਆਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਇਹ ਨੈਸ਼ਨਲ ਪਾਰਟੀ ਦੇ ਕੋਲ ਹੁੰਦੀਆਂ, ਪਰ ਜੋ ਕੰਮ ਕਰਦੀਆਂ ਰਲ ਮਿਲ ਕੇ। ਗੁਜਰਾਤ ਵਿੱਚ ਵੀ, ਪੰਜਾਬ ਦੇ ਵਿੱਚ ਵੀ, ਦਿੱਲੀ ਵਿੱਚ ਵੀ, ਇੱਕ ਸ਼ਹਿਰ ਮੇਘਾਲਿਆ ਮੇਘਾਲਿਆ ਵਿੱਚ ਉਹਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਲਿਆ ਜਿੱਤ ਹਾਸਿਲ ਕੀਤੀ ਹੈ ਤੇ ਉਸ ਤੋਂ ਬਾਅਦ ਨੈਸ਼ਨਲ ਪਾਰਟੀ ਦਾ ਰੁਤਬਾ ਹਾਸਿਲ ਕੀਤਾ ਔਰ 2024 ਦੇ ਇਲੈਕਸ਼ਨ ਵਾਸਤੇ ਇਹ ਇੱਕ ਮਤਲਬ ਪੱਕੇ ਪੈਰੀ ਹੋ ਗਏ। ਪੱਕੇ ਪੈਰੀ ਹੋ ਗਈ। ਗੱਲ ਬਹੁਤ ਵਧੀਆ, ਇਹਨਾਂ ਨੂੰ ਬੜੇ ਟਾਈਮਲੀ ਮਿਲ ਗਈ ਹੈ। ਜੇ ਇਲੈਕਸ਼ਨ ਹੋਣ ਦੀ ਜਾਂ ਉਦੋਂ ਬਾਅਦ ਮਿਲਦਾ, ਜੇ ਇਲੈਕਸ਼ਨ ਇਸ ਤਰ੍ਹਾਂ ਲੜਦੇ ਨੈਸ਼ਨਲ ਪਾਰਟੀ ਤੋਂ ਬਗੈਰ ਤਾਂ ਪਰ ਇਹ ਉਹ ਰੁਤਬਾ ਨਹੀਂ ਸੀ ਹੋਣਾ। ਹੁਣ ਲੋਕਾਂ ਦੇ ਦਿਮਾਗ 'ਚ ਆ ਗਈ ਹੈ ਕਿ ਨੈਸ਼ਨਲ ਪਾਰਟੀ ਬਣ ਗਈ ਹੈ, ਅੱਗੇ ਖੇਤਰੀ ਪਾਰਟੀ ਸੀ। ਇਹਨਾਂ ਨੇ ਕੀ ਕੀਤਾ ਕਿ 2022 'ਚ ਤਾਂ ਲੈ ਗਏ ਪੰਜਾਬ ਨੂੰ, ਪੰਜਾਬ 'ਚ ਜਿੱਤ ਕੇ 92 ਸੀਟਾਂ, ਤੇ 2014 'ਚ ਜਿਹੜੀ ਉਹ ਚੁੱਕ ਲਈ ਦਿੱਲੀ ਵਾਲੀ। ਇਹਨਾਂ ਨੇ ਉੱਥੇ ਤਾਂ ਇਹਨਾਂ ਨੇ ਆਪਣਾ ਐਸਾ ਟੌਰ ਬਣਾ ਲਿਆ ਨਾ 2 ਸਟੇਟਾਂ 'ਚ। ਪਹਿਲੋਂ ਕਹਿੰਦੇ ਸੀ ਜਿਹੜਾ ਦਿੱਲੀ ਜਿੱਤ ਗਿਆ ਨਾ ਪੂਰਾ ਹਿੰਦੁਸਤਾਨ ਹੀ ਜਿੱਤ ਲਿਆ, ਕਿਉਂਕਿ ਮੁਗਲ ਆਉਂਦੇ ਸੀ, ਪਠਾਨ ਆਉਂਦੇ ਸੀਗੇ ਦਿੱਲੀ ਨੂੰ, ਪਹਿਲਾਂ ਦਿੱਲੀ ਦੇ ਤਖਤ ਨੂੰ ਪੈਂਦੇ ਸੀ ਆ ਕੇ, ਔਰ ਇਹਨਾਂ ਨੇ ਉਹ ਵੀ ਆਪਣੇ ਹੱਕ 'ਚ ਰੱਖ ਲਿਆ। ਪੰਜਾਬ ਵੀ ਜਿਹੜਾ ਹੈਗਾ, ਜਿਸ ਤਰ੍ਹਾਂ ਆਪਾਂ ਜਨਗਣ ਮਨ ਦੀ ਗੱਲ ਕਰਦੇ, ਪੰਜਾਬ ਸਭ ਤੋਂ ਪਹਿਲਾਂ ਆਉਂਦਾ। ਪੰਜਾਬ, ਸਿੰਧ, ਗੁਜਰਾਤ, ਮਰਾਠਾ ਇਹ ਹੁਣ ਉਸ ਪਾਸੇ ਵੱਲ ਆ ਗਏ ਆ। ਔਰ ਕੁਦਰਤ ਵੀ ਹੈ, ਲੋਕਾਂ ਦਾ ਝੁਕਾਅ ਵੀ ਹੁੰਦਾ, ਬਾਕੀ ਵੀ ਹੈਗਾ। ਅਸੀਂ ਇੱਕ ਪਾਰਟੀ ਦੀ ਗੱਲ ਨਹੀਂ ਕਰਦੇ, ਜੋ ਮੀਡੀਆ ਲਈ ਤੇ ਪਾਰਟੀਆਂ ਸਾਰੀਆਂ ਇੱਕੋ ਜਿਹੀਆਂ, ਪਰ ਇਹਨਾਂ ਦੀ ਇੱਕ ਬਹੁਤ ਵੱਡੀ ਵਧਾਈ ਹੈ ਕਿ ਇਹਨਾਂ ਨੂੰ ਬਹੁਤ ਵੱਡਾ ਰੁਤਬਾ ਮਿਲ ਗਿਆ। ਔਰ ਬਾਕੀ ਪਾਰਟੀਆਂ ਲਈ ਥੋੜ੍ਹਾ ਜਿਹਾ ਮਾਯੂਸੀ ਹੋ ਗਈ ਕਿ ਪਿਛਾਂਹ ਨੂੰ ਆ ਗਈਆਂ, ਉਹਨਾਂ ਵਿਚਾਰੀਆਂ ਉਹਨਾਂ ਦਾ ਪਾਰਟੀਆਂ ਦਾ ਜਿਹੜਾ ਰੱਦ ਕਰ ਦਿੱਤੀ ਮਾਨਤਾ। ਇਹ ਗੱਲ ਹੋ ਗਈ ਆ ਨਵੀਂ ਖਬਰ ਦੇ ਵਿੱਚ ਇਹ ਹੈ। ਸੋ ਜੀ ਬਾਕੀ ਹੁਣ ਚੱਲਿਆ ਜਾਵੇ ਜ਼ਰੂਰ। ਸਾਰਾ ਸਮਾਂ ਜਿਹੜਾ ਅਸੀਂ ਤੁਹਾਡੇ ਨਾਲ ਬਿਤਾਇਆ ਹੈ, ਸਾਰੀਆਂ ਡਿਸਕਸ਼ਨਸ ਕੀਤੀਆਂ ਨੇ, ਤੁਸੀਂ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਚਲਿਏ ਬਲਕਾਰ, ਹਾਂ ਜ਼ਰੂਰ ਜੀ, ਸਤਿ ਸ਼੍ਰੀ ਅਕਾਲ।